बड़ा अच्छा शायर और वो दस रहा कि इन्ने पैसे दिते ਉਹਦੀ ਸੈਕਿੰਡ किताब छपनी है। मैं हैरान हो के पूछा, मैं क्या ਤੁਹਾਨੂੰ भी पैसे देने पै रहे भी ये कि मतलब कमाल हो गई है भी घट्टो घट्ट कोई नहीं दे रहा, घट्टो घट्ट फ्री ਤਾਂ छापे पर ਜਿਹੜਾ ਕੁਝ ਮਿਲ ਰਿਹਾ ਉਹ ਬੜਾ ਥੋੜਾ ਮਿਲ ਰਿਹਾ। ਚੁੱਲ੍ਹਾ ਤਾਂ ਬਹੁਤ ਮੈਨੂੰ ਲੱਗਦਾ ਦੂਰ ਦੀ ਗੱਲ, ਸਿਲੰਡਰ ਵੀ ਨਹੀਂ ਭਰਾ ਸਕਦੇ ਤੁਸੀਂ। ਤਾਂ ਮੈਂ ਪਰ ਫਿਰ ਵੀ ਮੈਂ ਫਿਰ ਜਤਿੰਦਰ ਨੂੰ ਵੇਖ ਕੇ ਹੌਸਲਾ, ਜਦ ਮਾੜੇ ਭਲਵਾਨ ਨੂੰ ਦੇਖ ਕੇ ਕਹਿ ਲਓ ਅਖਾੜੇ ਦੇ ਵਿੱਚ ਬੰਦਾ, ਤਾਂ ਉਵੇਂ ਮੈਂ ਜਤਿੰਦਰ ਨੂੰ ਦੇਖ ਕੇ ਹੌਸਲਾ ਫੜ ਜਾਂਦਾ ਵੀ ਮੈਂ ਤੇ ਤੋਂ ਜ਼ਿਆਦਾ ਹੀ ਬੋਲ ਲੈਂਦਾ, ਕੋਈ ਗੱਲ ਨਹੀਂ। ਮਤਲਬ ਇੱਕ ਰਾਤ ਕਿਤੇ ਰਹਿ ਲੈਣਾ ਜਦੋਂ ਮੈਂ, ਉਦੋਂ ਬਾਅਦ ਮੈਨੂੰ ਕਾਹਲੀ ਪੈਣੀ ਸ਼ੁਰੂ ਹੋ ਜਾਂਦੀ ਵੀ ਹੁਣ ਘਰ ਜਾਣਾ ਚਾਹੀਦਾ। ਤਾਂ ਬੜਾ ਚਾਅ ਸੀ ਮੈਨੂੰ, ਮੈਂ ਜੁਆਇਨ ਕਰਨ ਚਲਾ ਗਿਆ। ਤੁਸੀਂ ਮੰਨ ਸਕਦੇ ਆ ਜੁਆਇਨਿੰਗ ਵਾਲੇ ਦਿਨ ਹੀ ਮੈਂ ਮਾफ़ੀ ਮੰਗ ਕੇ ਆ ਗਿਆ ਵੀ ਮੈਂ ਨਹੀਂ ਰਹਿ ਸਕਦਾ ਇੱਥੇ। ਮੈਂ ਬੱਸਾਂ 'ਚ ਉਤਰ ਕੇ ਮੁੜ ਆਉਂਦਾ ਬਹੁਤੀ ਵਾਰ। ਮੈਂ ਪ੍ਰੋਗਰਾਮ ਚੱਲ ਰਿਹਾ, ਮੈਨੂੰ ਪਤਾ ਨਹੀਂ ਕੀ ਹੋਇਆ, ਮੈਂ ਹਾਂਸ ਨੂੰ ਕਿਹਾ ਮੈਂ 1 ਮਿੰਟ ਬਾਹਰੋਂ ਆਇਆ। ਉਹਨੂੰ ਲੱਗਿਆ ਵਾਸ਼ਰੂਮ ਗਿਆ, ਪਾਣੀ ਪੀਣ ਗਿਆ, ਕਿਤੇ ਗਿਆ। ਮੈਂ ਬਾਹਰ ਆਇਆ, ਆਰਟ ਗੈਲਰੀ 'ਚੋਂ ਬਾਹਰ ਨਿਕਲਿਆ, ਆਟੋ ਲਿਆ, ਬੱਸ ਸਟੈਂਡ ਆਇਆ, ਅੰਮ੍ਰਿਤਸਰ ਤੋਂ ਪੱਟੀ ਆ ਗਿਆ। ਹਾਲਾਂਕਿ ਚਲੋ ਜਲੰਧਰ ਨਹੀਂ ਰਹਿ ਸਕਿਆ ਨਾ ਸਹੀ, ਕੈਨੇਡਾ ਨਹੀਂ ਰਹਿ ਸਕਦਾ ਨਾ ਸਹੀ, ਵੀ ਤੁਸੀਂ ਰਿਸ਼ਤੇਦਾਰੀ 'ਚ ਵੀ ਜਾ ਕੇ ਤੁਹਾਨੂੰ ਔਖ ਆਉਣ ਲੱਗ ਜਾਂਦੀ ਆ। ਤਾਂ ਇਹ ਕਿਤੇ ਨਾ ਕਿਤੇ ਤਾਂ ਮਤਲਬ ਤੁਸੀਂ ਥੋੜ੍ਹੇ ਜਿਹੇ ਤਾਂ ਮਿਸਫਿਟ ਆ, ਮੰਨਣਾ ਪਊਗਾ। 2004 ਦੇ ਵਿੱਚ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਅਖਬਾਰਾਂ ਦੇ ਵਿੱਚ ਮੇਰੀਆਂ ਬਾਲ ਕਹਾਣੀਆਂ ਛਪਦੀਆਂ ਸੀਗੀਆਂ। ਮੈਨੂੰ ਗਰਮੀ ਲੱਗੀ ਜਾਵੇ, ਬੇਸ਼ੱਕ ਮੈਂ ਫੁੱਲ ਪੱਖਾ ਨਹੀਂ ਚਲਾ ਕੇ ਰਾਜੀ, ਇਹ ਹੁਣ ਮੇਰੀ ਆਪਣੀ ਦਿੱਕਤ ਆ। ਮੈਂ ਕਦੀ ਕੋਈ ਕਹਾਣੀ ਲਿਖਾਂ ਉਦਾਸ, ਤਾਂ ਕੁਛ ਕੁ ਪਲਾਂ ਲਈ ਮੂਡ ਉਵੇਂ ਦਾ ਹੀ ਹੋ ਜਾਂਦਾ ਨਾ। ਤਾਂ ਫਿਰ ਮੈਨੂੰ ਘਰ ਦੇ ਟੌਂਟ ਕਰਦੇ ਆ ਵੀ ਹਰ ਵੇਲੇ ਸ਼ਿਵ ਕੁਮਾਰ ਦੀ ਭੈਣ ਤੂੰ ਬਣੀ ਰਹਿੰਦੀ ਹੈ ਨਾ, ਵੀ ਘਰ 'ਚ ਮਾਹੌਲ ਨਾ ਬਣਾ। ਤੇ ਤੁਹਾਨੂੰ ਨਹੀਂ ਕਹਿੰਦੇ ਵੀ ਬੜੇ ਤੰਗ ਹੋਏ ਪਏ ਅਸੀਂ ਤਾਂ ਇਹੋ ਜਿਹੇ ਮਾਹੌਲ ਤੋਂ? ਤਾਂ ਜਦੋਂ ਮੈਂ ਲੇਖਕ ਹਾਂ ਉਦੋਂ ਮੈਂ ਲੇਖਕ ਹਾਂ, ਜਦੋਂ ਮੈਂ ਮਤਲਬ ਇੱਕ ਨੋਰਮਲ ਬੰਦਾ, ਆਮ ਇਨਸਾਨ ਆ। ਅੱਛਾ ਜੀ। ਹਾਲ ਮੈਨੂੰ ਸ਼ਾਇਦ ਕਦੇ ਮੂੰਹ 'ਤੇ ਜਾਂ ਮੰਮੀ ਦੇ ਥਰੂ ਮੈਨੂੰ ਸੁਣਨ ਨੂੰ ਮਿਲ ਜਾਂਦਾ ਹੁੰਦਾ ਸੀਗਾ ਵੀ ਇਹ ਕੀ ਲੱਗਾ ਰਹਿੰਦਾ, ਐਵੇਂ ਕਰਦਾ ਰਹਿੰਦਾ, ਇਹ ਉਹ। ਮੈਨੂੰ ਯਾਦ ਆ ਵੀ ਅਕੈਡਮੀ ਅਵਾਰਡ ਜਦੋਂ ਮਿਲਿਆ ਤਾਂ ਮੈਨੂੰ ਬੜਾ ਚਾਅ ਸੀਗਾ, ਤਾਂ ਜ਼ਿਆਦਾ ਚਾਅ ਡੈਡੀ ਨੂੰ ਦੱਸਣ ਦਾ ਸੀਗਾ। ਦੇਖੋ ਦੋਨੋਂ ਗੱਲਾਂ ਨੇ। ਪਹਿਲੀ ਤਾਂ ਗੱਲ ਮੈਂ ਇਹ ਮੰਨਦਾ ਵੀ ਹਾਂ ਔਰ ਇਸ ਗੱਲ ਨੂੰ ਬਿਲਕੁਲ ਮਨ 'ਚ ਵਸਾ ਕੇ ਰੱਖਿਆ ਹੋਇਆ ਕਿ ਲੇਖਕ ਨੂੰ ਵੱਡਾ ਉਹਦੀ ਮਿਹਨਤ ਬਣਾਉਂਦੀ ਆ, ਅਵਾਰਡ ਨਹੀਂ ਬਣਾਉਂਦੀ। ਵੀ ਅਵਾਰਡ ਮਿਲ ਜਾਣਾ ਤੁਹਾਨੂੰ ਕੋਈ ਐ ਨਹੀਂ ਕਰ ਦਿੰਦਾ ਕਿ ਤੁਸੀਂ ਮਾਸਟਰ ਆ ਇਸ ਚੀਜ਼ ਦੇ। ਯਾਦ ਕੀ ਮਤਲਬ ਪਤਾ ਤੁਹਾਨੂੰ ਵੀ, ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਵੀ ਹੋਊਗਾ ਵੀ ਅਸੀਂ ਜਿੰਨਾ ਪੜ੍ਹ ਗਏ ਰੱਬ ਆਸਰੇ ਪੜ੍ਹ ਗਏ। ਹਮੇਸ਼ਾ ਮੇਰੇ ਜ਼ਿਹਨ 'ਚ ਰਹੀ ਗੱਲ, ਜਾਂ ਮੈਨੂੰ ਦੁੱਖ ਦਿੰਦੀ ਵੀ ਆ। ਈਵਨ ਮੈਂ ਦੇਖ ਰਿਹਾ ਵੀ ਪ੍ਰੈਸ਼ਰ ਕੁੱਕਰ ਵਰਗਾ ਹੀ ਸਾਰਾ ਕੁਛ ਆ ਐਜੂਕੇਸ਼ਨ ਸਾਡੀ। ਸੋ ਇਸ ਕਰਕੇ ਬੱਚਿਆਂ ਪੜ੍ਹ ਲੈਣਾ ਹੁੰਦਾ, ਪਰ ਬੱਚਿਆਂ ਨਾਲ ਹੋਰ ਹਜ਼ਾਰਾਂ ਗੱਲਾਂ ਕਰਨੀਆਂ ਵੀ ਲਾਜ਼ਮੀ ਹੁੰਦੀਆਂ। ਮੈਂ ਕਰਦਾ ਆਪਣੇ ਬੱਚਿਆਂ ਨਾਲ, ਆਪਣੇ ਸਟੂਡੈਂਟਸ ਨਾਲ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਰੁਪਿੰਦਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਹਿਤਕ ਪ੍ਰੋਗਰਾਮ ਦਸਤਕ ਦੇ ਵਿੱਚ। ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਸਿਮਰਨ ਧਾਲੀਵਾਲ, ਜਿਹੜੇ ਕਿ ਮੂਲ ਰੂਪ ਦੇ ਵਿੱਚ ਇੱਕ ਕਹਾਣੀਕਾਰ ਨੇ। ਉਹਨਾਂ ਦਾ ਜਨਮ 8 ਜਨਵਰੀ 1986 ਨੂੰ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ ਅਤੇ ਉਹਨਾਂ ਨੇ ਆਪਣੀ ਪੜ੍ਹਾਈ ਪੰਜਾਬੀ MA BEd ਕਰਨ ਉਪਰੰਤ ਨੈਟ ਕਲੀਅਰ ਕੀਤਾ ਅਤੇ ਇਸ ਸਮੇਂ ਬਤੌਰ ਪ੍ਰੋਫੈਸਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੜ੍ਹਾ ਰਹੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਰੁਪਿੰਦਰ ਜੀ, ਸਵਾਗਤ ਆ ਤੁਹਾਡਾ, ਕਿਉਂਕਿ ਖਾਸੀ ਦੂਰ ਚੱਲ ਕੇ ਤੁਸੀਂ ਆਏ ਆ। ਲੋਕ ਜਿੱਥੇ ਆਉਣ ਦੀ ਹਿੰਮਤ ਵੀ ਨਹੀਂ ਕਰਦੇ, ਤਾਂ ਇਸ ਲਈ ਮੁਬਾਰਕ। ਮੈਂ ਸੋਚਦੀ ਹਾਂ ਵੀ ਉਹ ਕਹਿੰਦੇ ਨੇ ਨਾ ਵੀ ਹੀਰੇ ਜਿੱਥੇ ਜਿੱਥੇ ਪਏ ਹੁੰਦੇ ਆ ਤਾਂ ਜੌਹਰੀ ਨੂੰ ਚੁਣਨ ਲਈ ਚਲੇ ਜਾਣਾ ਚਾਹੀਦਾ ਹੈ ਨਾ। ਚਲੋ, ਤੇ ਤੁਹਾਡੀ ਖਾਸੀਅਤ ਸੀ ਕਿ ਅਸੀਂ ਐਡੀ ਦੂਰ ਆਏ ਹਾਂ ਤੁਹਾਡੇ। ਨਹੀਂ ਬਿਲਕੁਲ ਬਿਲਕੁਲ, ਮੇਰੇ ਲਈ ਮਤਲਬ ਸਭ ਤੋਂ ਵੱਡੀ ਗੱਲ ਹੀ ਇਹੀ ਸੀਗੀ ਵੀ ਤੁਸੀਂ ਆਪਣੇ ਆਪ ਇੰਨੀ ਦੂਰ ਚੱਲ ਕੇ ਆ ਰਹੇ। ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਹਿ ਰਿਹਾ ਸੀਗਾ ਵੀ ਜੇ ਸੋਚਿਆ ਜਾਵੇ ਤਾਂ ਹਿੰਦੁਸਤਾਨ ਦਾ ਇਸ ਪਾਸਿਓਂ ਆਖਰੀ ਸ਼ਹਿਰ ਆ, ਹੈ ਨਾ। ਇਸ ਤੋਂ ਅੱਗੇ ਪਿੰਡ ਨੇ ਕੁਝ, ਔਰ ਉਸ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੁੰਦਾ, ਬਾਰਡਰ ਆ ਜਾਂਦਾ, ਖੀਮਕਰਨ ਬਾਰਡਰ ਜਿਹਨੂੰ ਜਾਣਦੇ ਤੁਸੀਂ। ਤਾਂ ਫਿਰ ਉਸ ਤੋਂ ਅੱਗੇ ਪਾਕਿਸਤਾਨ ਆ। ਤਾਂ ਇਸ ਕਰਕੇ ਇੰਨੀ ਦੂਰ ਆਉਣਾ ਹੀ ਆਪਣੇ ਆਪ 'ਚ ਤੁਹਾਡੀ ਵੱਡੀ ਕੁਰਬਾਨੀ ਆ। ਔਰ ਲੇਖਕਾਂ ਨੂੰ ਲੱਭਣਾ ਮੈਨੂੰ ਲੱਗਦਾ ਉਸ ਤੋਂ ਵੀ ਵੱਡੀ ਗੱਲ ਆ, ਹੈ ਨਾ। ਕੋਈ ਸਿੰਗਰ ਹੁੰਦਾ, ਕੋਈ ਸੈਲੀਬ੍ਰਿਟੀ, ਤਾਂ ਉਹ ਗੱਲ ਸੀਗੀ। ਸਿੰਗਰਾਂ ਨੂੰ ਤਾਂ ਜੇ ਕੋਈ ਐ ਲੱਭ ਕੇ ਮਿਲੇ ਤਾਂ ਮੈਨੂੰ ਲੱਗਦਾ ਕਿ ਸਿੰਗਰ ਦਾ ਤਾਂ ਆਪਣਾ ਲੇਖਕ ਦਾ ਤਾਂ ਇੱਥੇ ਹੀ ਹੱਜ ਆ, ਹੈ ਨਾ। ਇੰਨੀ ਵੱਡੀ ਗੱਲ ਆ ਵੀ ਲੇਖਕਾਂ ਨੂੰ ਵੀ ਕੋਈ ਲੱਭ ਰਿਹਾ ਇਸ ਯੁੱਗ ਦੇ ਵਿੱਚ। ਤਾਂ ਤੁਹਾਡੀ ਟੀਮ, ਤੁਸੀਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਆ ਇਹਦੇ ਲਈ। ਹਾਂਜੀ, ਬਹੁਤ ਸਾਰੀਆਂ ਗੱਲਾਂ ਆਉਂਦੇ ਹੀ ਤੁਸੀਂ ਸੁਣਾਈਆਂ, ਉਹ ਮੈਂ ਸਾਰੀਆਂ ਗੱਲਾਂ ਹੀ ਕਰਾਂਗੇ ਆਪਾਂ ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਦਰਸ਼ਕਾਂ ਨੂੰ ਵੀ ਜਾਣਨ ਦਾ ਮੌਕਾ ਮਿਲਿਆ ਨਾ ਕਿ ਕੈਮਰਿਆਂ ਤੋਂ ਪਿੱਛੇ ਵੀ ਕੁਝ ਵਾਪਰਦਾ ਹੈ। ਪਰ ਮੈਂ ਤਾਂ ਬਹੁਤ ਸਾਰੀਆਂ ਮਤਲਬ ਬਹੁਤ ਸਾਰੇ ਸੀਕ੍ਰੇਟ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ, ਮੈਨੂੰ ਨਹੀਂ ਸੀ ਪਤਾ। ਨਹੀਂ ਤੇ
ਹਾਂਜੀ। ਤੇ ਚਲੋ ਖੈਰ ਕੋਈ ਨਹੀਂ, ਅੱਛਾ। ਗੱਲਾਂ ਕਰਾਂਗੇ ਜਿੰਨੀਆਂ ਸੰਭਵ ਨੇ, ਕੋਈ ਗੱਲ ਨਹੀਂ। ਕਹਿੰਦੇ ਤੁਹਾਡੀ ਇੱਕ ਕਹਾਣੀ ਦੇ ਉੱਪਰ ਕਿਸੇ ਨੇ ਆਰਟੀਕਲ ਲਿਖਿਆ ਸੀ, ਉਸ ਆਰਟੀਕਲ ਦੇ ਵਿੱਚ ਇੱਕ ਡਾਇਲੋਗ ਸੀਗਾ ਕਿ ਬੰਦਾ ਜੰਮਦਾ ਨਾ ਚੋਰ ਹੁੰਦਾ ਨਾ ਸਾਧ ਹੁੰਦਾ, ਹੈ ਨਾ, ਜੋ ਕੁਝ ਬਣਦਾ ਦੁਨੀਆ 'ਤੇ ਬਣਦਾ। ਤੁਹਾਡੇ ਸੁਭਾਅ ਬਾਰੇ ਕਿਹਾ ਜਾਂਦਾ ਵੀ ਬਹੁਤ ਸ਼ਰਮੀਲੇ ਹੋ ਤੁਸੀਂ, ਬਹੁਤ ਘੱਟ ਖੁੱਲ੍ਹਦੇ ਹੋ ਤੁਸੀਂ ਕਿਸੇ ਨਾਲ, ਹੈ ਨਾ। ਮੈਨੂੰ ਲੱਗਦਾ ਵੀ ਪੈਦਾ ਹੁੰਦਾ ਬੰਦਾ ਇੱਦਾਂ ਦਾ ਨਹੀਂ ਹੁੰਦਾ, ਜਦੋਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਨਾ ਸ਼ੁਰੂ ਹੁੰਦਾ ਵੀ ਉਹ ਤੁਹਾਡਾ ਸੁਭਾਅ, ਤੁਹਾਡੀ ਤਬੀਅਤ ਸਭ ਕੁਝ ਤੈਅ ਕਰ ਦਿੰਦਾ, ਹੈ ਨਾ। ਇਹ ਸੁਭਾਅ ਪੈਦਾਇਸ਼ ਤੋਂ ਹੀ ਐਵੇਂ ਆ ਜਾਂ ਫਿਰ ਕੁਝ ਇੱਦਾਂ ਦਾ ਕਿ ਲੱਗਦਾ ਕਿ ਕੁਝ ਜ਼ਿੰਦਗੀ 'ਚ ਵਾਪਰਿਆ ਜਿਹਨੇ ਇਸ ਤਰੀਕੇ ਨਾਲ ਬਣਾਇਆ? ਨਹੀਂ, ਵਾਪਰਿਆ ਇਸ ਤਰ੍ਹਾਂ ਦਾ ਨਹੀਂ ਕੁਝ ਮੈਨੂੰ ਲੱਗਦਾ। ਕੁਝ ਗੱਲਾਂ ਜਿਵੇਂ ਤੁਸੀਂ ਕਹੀਆਂ ਪੈਦਾਇਸ਼ ਤੋਂ ਹੁੰਦੀਆਂ, ਕੁਝ ਮਾਹੌਲ ਤੋਂ ਹੁੰਦੀਆਂ। ਮੈਂ ਜਿਵੇਂ ਮਾਪਿਆਂ ਦਾ ਇਕੱਲਾ ਪੁੱਤ ਸੀਗਾ, ਤਾਂ ਮੈਂ ਦੇਖੀ ਚੀਜ਼ ਵੀ ਬਹੁਤਾ ਜ਼ਿਆਦਾ ਵੀ ਜਿਵੇਂ ਬੱਚੇ ਨੂੰ ਸਾਂਭ ਕੇ ਰੱਖਦੇ ਆ ਮਾਪੇ, ਹੈ ਨਾ, ਸਰਫੇ ਦੇ ਬੱਚਿਆਂ ਨੂੰ। ਮੈਂ ਲੇਟ ਹੋਇਆ ਸੀਗਾ, ਇਕੱਲਾ ਸੀਗਾ ਜਾਂ ਜੋ ਵੀ, ਤਾਂ ਉਹ ਕਈ ਚੀਜ਼ਾਂ ਨਾ ਤੁਹਾਡਾ ਮਾਈਂਡ ਸੈੱਟ ਬਣ ਜਾਂਦਾ ਵੀ ਜਿਵੇਂ ਮੈਂ ਕਿਤੇ ਰਹਿੰਦਾ ਨਹੀਂ ਰਿਹਾ ਕਦੇ ਜ਼ਿੰਦਗੀ 'ਚ, ਹੈ ਨਾ। ਮੈਨੂੰ ਯਾਦ ਆ ਵੀ ਮੈਂ ਆਪਣੇ ਨਾਨਕੇ ਸ਼ਾਇਦ ਇੱਕ ਅੱਧੀ ਵਾਰ ਰਿਹਾ ਹੋਊਗਾ ਅੱਜ ਤੱਕ, ਹੋਰ ਸਾਰੀਆਂ ਰਿਸ਼ਤੇਦਾਰੀਆਂ 'ਚ ਵੀ ਐਵੇਂ। ਤਾਂ ਹੁਣ ਵੀ ਮਤਲਬ ਵੱਡਾ ਹੋ ਕੇ ਇੰਨੀ ਉਮਰ ਦੇ ਵਿੱਚ ਵੀ ਸਾਰੇ ਕੁਛ ਤੋਂ ਬਾਅਦ ਵੀ ਮੈਂ ਕਿਤੇ ਜਾ ਹੀ ਨਹੀਂ ਪਾਉਂਦਾ। ਮਤਲਬ ਇੱਕ ਰਾਤ ਕਿਤੇ ਰਹਿ ਲੈਣਾ ਜਦੋਂ ਮੈਂ, ਉਦੋਂ ਬਾਅਦ ਮੈਨੂੰ ਕਾਹਲੀ ਪੈਣੀ ਸ਼ੁਰੂ ਹੋ ਜਾਂਦੀ ਵੀ ਹੁਣ ਘਰ ਜਾਣਾ ਚਾਹੀਦਾ। ਇੱਕ ਦੋ ਵਾਰ ਐਸੇ ਸਬੱਬ ਬਣੇ ਜਦੋਂ ਮੈਨੂੰ ਮੰਨ ਲਓ ਸਟੇਟ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਜਾਣਾ ਪਿਆ, ਤਾਂ ਉਦੋਂ ਮੇਰੇ ਲਈ ਬਹੁਤ ਔਖੀ ਘੜੀ ਹੁੰਦੀ, ਖਾਸ ਤੌਰ 'ਤੇ ਇੰਡੀਆ ਤੋਂ ਬਾਹਰ ਜਾ ਕੇ। ਵੀ ਇੰਡੀਆ ਤੋਂ ਬਾਹਰ ਗਏ ਇੱਕ ਫਿਕਸ ਆ ਸਾਰਾ ਕੁਛ, ਵੀ ਤੁਹਾਡੀ ਫਲਾਈਟ ਵੀ ਆ, ਤੁਸੀਂ ਵਾਪਸ ਜਾਣਾ ਜਾਂ ਉੱਥੇ ਰੁਕਣ ਦਾ ਸਾਰਾ ਬਣਿਆ ਹੋਇਆ ਸ਼ਡਿਊਲ ਜੋ। ਤਾਂ ਉਹਦੇ ਦਰਮਿਆਨ ਮੈਨੂੰ ਫਿਰ ਐਂ ਲੱਗਦਾ ਵੀ ਇਹ ਸਾਰੀਆਂ ਗੱਲਾਂ ਮੁੱਕ ਜਾਣ ਅਤੇ ਮੈਂ ਚਲਿਆ ਜਾਵਾਂ। ਇਹ ਚੀਜ਼ਾਂ ਨਾ ਕਿਤੇ ਮੈਨੂੰ ਲੱਗਦਾ ਅਸਰ ਕਰਦੀਆਂ ਵੀ ਜਿਵੇਂ ਮਾਪਿਆਂ ਨੇ ਘੱਟ ਜਾਣ ਦਿੱਤਾ ਇਕੱਲਾ ਹੋਣ ਕਰਕੇ, ਜਾਂ ਡਰ ਕੇ ਰਹੇ, ਜਾਂ ਸਾਂਭ ਕੇ ਰੱਖਦੇ ਰਹੇ, ਤਾਂ ਕਿਤੇ ਨਾ ਕਿਤੇ ਜ਼ਿਹਨ 'ਚ ਤੁਹਾਡੇ ਨਾ ਇੱਕ ਬਣਨ ਲੱਗ ਜਾਂਦੀਆਂ ਚੀਜ਼ਾਂ। ਤਾਂ ਉਹਦੇ ਸਿੱਟੇ ਵਜੋਂ ਨੁਕਸਾਨ ਵੀ ਮੈਨੂੰ ਲੱਗਦਾ ਹੁੰਦੇ ਆ ਵੀ ਜਿਵੇਂ ਮੈਂ ਨੌਕਰੀ ਵਾਲੀ ਕਿਤੇ ਆਸੇ ਪਾਸੇ ਨਹੀਂ ਜਾ ਸਕਿਆ। ਮੈਨੂੰ ਯਾਦ ਆ ਮੈਂ DAV ਕਾਲਜ ਜਲੰਧਰ ਗਿਆ ਐਜ ਅਸਿਸਟੈਂਟ ਪ੍ਰੋਫੈਸਰ ਜੁਆਇਨ ਕਰਨ, ਡਾਕਟਰ ਜੀਨੀਸ਼ ਬਹਾਦਰ ਉਦੋਂ ਹੈੱਡ ਸੀਗੇ ਉੱਥੋਂ ਦੇ। ਤਾਂ ਬੜਾ ਚਾਅ ਸੀ ਮੈਨੂੰ, ਮੈਂ ਜੁਆਇਨ ਕਰਨ ਚਲਾ ਗਿਆ। ਤੁਸੀਂ ਮੰਨ ਸਕਦੇ ਆ ਜੁਆਇਨਿੰਗ ਵਾਲੇ ਦਿਨ ਹੀ ਮੈਂ ਮਾफ़ੀ ਮੰਗ ਕੇ ਆ ਗਿਆ ਵੀ ਮੈਂ ਨਹੀਂ ਰਹਿ ਸਕਦਾ ਇੱਥੇ। ਵਜ੍ਹਾ ਇਹੀ ਸੀ ਵੀ ਆਦਤ ਇੰਨੀ ਪੈ ਗਈ ਹੋਈ ਆ ਘਰ ਦੀ, ਜਾਂ ਜੀ ਨਾ ਲੱਗਣ ਵਾਲੀ ਸਮੱਸਿਆ ਹੀ ਇੰਨੀ ਵੱਡੀ ਆ। ਸਗੋਂ ਡਾਕਟਰ RB ਸਿੰਘ ਹੁਣੀ ਖਫਾ ਵੀ ਹੋਏ ਵੀ ਮੈਂ ਇੰਨੇ ਚਾਅ ਨਾਲ ਤੈਨੂੰ ਇੱਥੇ ਲਿਆਂਦਾ ਰੱਖਿਆ ਅਤੇ ਤੂੰ ਸਾਰਾ ਕੁਝ ਹੋ ਗਿਆ ਜਦੋਂ ਤੂੰ ਘਰ ਨੂੰ ਤੁਰ ਪਿਆ ਚੁੱਕ ਕੇ ਝੋਲਾ। ਤਾਂ ਉਹ ਇਹ ਚੀਜ਼ਾਂ ਸਮੱਸਿਆ ਵੀ ਕਰਦੀਆਂ ਨੇ, ਪਰ ਮੈਨੂੰ ਐਂ ਲੱਗਦਾ ਤੁਸੀਂ ਛੱਡ ਨਹੀਂ ਸਕਦੇ। ਮੈਂ ਬੱਸਾਂ 'ਚ ਉਤਰ ਕੇ ਮੁੜ ਆਉਂਦਾ ਬਹੁਤੀ ਵਾਰ, ਐਵੇਂ ਵੀ ਮੈਂ ਕੀਤਾ ਜ਼ਿੰਦਗੀ 'ਚ। ਜਿਹੜੇ ਨੇੜੇ ਦੇ ਦੋਸਤ ਨੇ ਉਹ ਜਾਣਦੇ ਨੇ, ਟਿਕਟਾਂ ਲੈ ਕੇ ਬੱਸ ਤੁਰਨ ਲੱਗੀ ਔਰ ਲੱਗਿਆ ਵੀ ਛੱਡ ਚੱਲੀਏ ਘਰ ਨੂੰ, ਕੀ ਕਰਾਂਗੇ, ਮੈਂ ਮੁੜ ਆਉਣਾ। ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ, ਜਤਿੰਦਰ ਹਾਂਸ ਇਸ ਗੱਲ ਦਾ ਗਵਾਹ। ਇੱਕ ਵਾਰ ਅੰਮ੍ਰਿਤਸਰ ਆਰਟ ਗੈਲਰੀ ਸਾਡੇ ਅੰਮ੍ਰਿਤਸਰ, ਉੱਥੇ ਇੱਕ ਫੰਕਸ਼ਨ ਸੀਗਾ, ਕਹਾਣੀ ਕਾਨਫਰੰਸ ਸੀਗੀ ਕੋਈ। ਮੈਂ ਜਤਿੰਦਰ ਹਾਂਸ ਦੇ ਨਾਲ ਬੈਠਿਆ ਅਤੇ ਮੈਂ ਕੱਪੜੇ ਲੈ ਕੇ ਗਿਆ ਸੀਗਾ ਘਰੋਂ। ਕਾਫੀ ਪੁਰਾਣੀ ਗੱਲ ਆ, ਸ਼ਾਇਦ 2012 ਦੀ ਜਾਂ 13 ਦੀ। ਮੈਂ ਕੱਪੜੇ ਘਰੋਂ ਲੈ ਕੇ ਗਿਆ ਵੀ ਰਾਤ ਰੁਕਣਾ, 2 ਦਿਨ ਦਾ ਫੰਕਸ਼ਨ ਸੀਗਾ। ਸੋਚਿਆ ਜਤਿੰਦਰ ਹੁਣੀ, ਰਾਣੇ ਹੁਣੀ ਸਾਰੇ ਮਿੱਤਰ ਨੇ ਔਰ ਅਸੀਂ ਰੁਕਾਂਗੇ। ਮੈਂ ਪ੍ਰੋਗਰਾਮ ਚੱਲ ਰਿਹਾ, ਮੈਨੂੰ ਪਤਾ ਨਹੀਂ ਕੀ ਹੋਇਆ, ਮੈਂ ਹਾਂਸ ਨੂੰ ਕਿਹਾ ਮੈਂ 1 ਮਿੰਟ ਬਾਹਰੋਂ ਆਇਆ। ਉਹਨੂੰ ਲੱਗਿਆ ਵੀ ਵਾਸ਼ਰੂਮ ਗਿਆ, ਪਾਣੀ ਪੀਣ ਗਿਆ, ਕਿਤੇ ਗਿਆ। ਮੈਂ ਬਾਹਰ ਆਇਆ, ਆਰਟ ਗੈਲਰੀ 'ਚੋਂ ਬਾਹਰ ਨਿਕਲਿਆ, ਆਟੋ ਲਿਆ, ਬੱਸ ਸਟੈਂਡ ਆਇਆ, ਅੰਮ੍ਰਿਤਸਰ ਤੋਂ ਪੱਟੀ ਆ ਗਿਆ। ਹਾਂਸ 10 ਮਿੰਟ ਡੀਕ, 15 ਮਿੰਟ ਡੀਕ, ਫੋਨ ਕਰੀ ਜਾਵੇ ਵੀ ਮੁੰਡਾ ਮੁੜਿਆ ਨਹੀਂ। ਮੈਂ ਫੋਨ ਨਾ ਚੱਕਿਆ ਉਹਦਾ। ਮੈਂ ਕਿਹਾ ਹੁਣ ਇਹਨੂੰ ਕੀ ਜਵਾਬ ਦਊਂਗਾ, ਮਨਾ ਰਹਿਣ ਦੇ। ਉਹ 5-7 ਦਿਨ ਲੰਘ ਗਏ, ਪ੍ਰੋਗਰਾਮ ਮੁੱਕ ਗਿਆ, ਖਤਮ ਹੋ ਗਿਆ, ਹਾਂਸ ਆਪਣੇ ਘਰੇ ਮੁੜ ਗਿਆ ਹੋਊਗਾ। ਫਿਰ ਬੈਠੇ ਨੂੰ ਫਿਰ ਖਿਆਲ ਆਇਆ, ਫਿਰ ਫੋਨ ਲਾਇਆ, ਉਹ ਯਾਰ ਤੂੰ ਕਿੱਥੇ ਚਲਾ ਗਿਆ ਸੀਗਾ। ਮੈਂ ਕਿਹਾ ਯਾਰ ਗੱਲ ਇਹ ਸੀ ਵੀ ਮੇਰਾ ਮਨ ਬਦਲ ਗਿਆ, ਮੈਂ ਫਿਰ ਬੱਸੇ ਚੜ੍ਹ ਕੇ ਘਰ ਨੂੰ ਆ ਗਿਆ ਸੀਗਾ। ਸੋ ਐਵੇਂ ਤਾਂ ਮੇਰਾ ਥੋੜ੍ਹਾ ਜਿਹਾ ਬਣ ਗਿਆ। ਔਰ ਜਿਹੜਾ ਬੋਲਣ ਵਾਲੀ ਗੱਲ ਉਹ ਵੀ ਫਿਰ ਤੁਹਾਡੀ ਤਬੀਅਤ 'ਤੇ ਹੁੰਦੀ ਹੈ ਵੀ ਤੁਸੀਂ ਕਿੰਨੇ ਕੁ ਬੋਲਦੇ, ਕਿਵੇਂ ਦੀ ਤੁਹਾਡੀ ਸੰਗਤ ਆ, ਕਿੱਦਾਂ ਦਾ ਤੁਹਾਡਾ ਢੰਗ ਤਰੀਕਾ ਵਾ। ਤਾਂ ਫਿਰ ਉਸ ਤੋਂ ਅਗਲੀ ਗੱਲ ਵੀ ਬੋਲਣਾ ਕਿੱਥੇ ਹੈ, ਇਹ 'ਤੇ ਵੀ ਮੈਨੂੰ ਲੱਗਦਾ ਨਿਰਭਰ ਕਰਦਾ ਹੁੰਦਾ। ਵੀ ਜਿਵੇਂ ਮੇਰੀ ਕਲਾਸ 'ਚ ਮੈਨੂੰ ਐਂ ਲੱਗਦਾ ਵੀ ਜੇ ਮੈਂ ਸ਼ੁਰੂ ਹੋ ਗਿਆ, ਐਂ ਹੋ ਸਕਦਾ ਵੀ ਮੈਂ ਕੋਈ ਟੌਪਿਕ ਪੜ੍ਹਾ ਰਿਹਾ ਤਾਂ ਉਹ ਪੜ੍ਹਾ ਕੇ ਉਨੀ ਕੁ ਗੱਲ ਕਰਕੇ ਆਪਣੇ 40 ਮਿੰਟ ਪੂਰੇ ਕਰਕੇ ਆ ਜਾ। ਜੇ ਗੱਲ ਛਿੜ ਗਈ ਤਾਂ ਕਈ ਵਾਰ ਹੋ ਸਕਦਾ ਮੇਰਾ ਜੀਅ ਕਰੇ ਵੀ ਮੈਂ ਹੋਰ 40 ਮਿੰਟ ਲਾ ਲਾਂ, ਹੈ ਨਾ। ਸੋ ਐਵੇਂ ਵੀ ਆ ਚੀਜ਼ਾਂ ਵੀ ਪਤਾ ਨਹੀਂ, ਮੇਰੇ ਨਾਲ ਬਹੁਤ ਵਾਰ ਐਂ ਹੁੰਦਾ ਵੀ ਜੇ ਮੈਂ ਗੱਲ ਕਰਨ ਲੱਗ ਗਿਆ ਫਿਰ ਤਾਂ ਕਰ ਲੈਂਦਾ, ਜੇ ਕਿਤੇ ਉਹ ਕਿੱਕ ਜੀ ਨਹੀਂ ਮਿਲੀ
ਤਾਂ ਫਿਰ ਹੋ ਸਕਦਾ ਵੀ ਮੇਰੇ ਲਈ ਟਾਈਮ ਟਪਾਉਣਾ ਔਖਾ ਹੋ ਜਾਏ। ਇਹ ਮੇਰੀ ਜੇ ਸਮੱਸਿਆ। ਜ਼ਿਆਦਾ ਪੜ੍ਹੇ ਲਿਖੇ ਬੰਦਿਆਂ ਨੂੰ ਇਹ ਗੱਲਾਂ ਆਪਾਂ ਸੁਣਾਈਏ ਤਾਂ ਉਹ ਕਹਿਣਗੇ ਵੀ ਜ਼ਰੂਰ ਸਿਮਰਨ ਨੂੰ ਕੋਈ ਸਾਈਕੈਟ੍ਰਿਕ ਪ੍ਰੋਬਲਮ ਹਾਂ ਕਹਿਣਗੇ ਡਾਕਟਰ ਨੂੰ ਦਿਖਾਉਣਾ ਹੋ ਚਾਹੀਦਾ ਸਕਦਾ ਹੈ ਨਾ। ਐਵੇਂ। ਪਰ ਇਹ ਸੱਚੀ ਗੱਲ ਹੈ ਕਿ ਹਰ ਬੰਦੇ ਦੀ ਇੱਕ ਅਲੱਗ ਸ਼ਖਸੀਅਤ ਹੁੰਦੀ ਆ, ਅੰਦਰਲੀ ਤੇ ਬਾਹਰਲੀ, ਹੈ ਨਾ। ਬਿਲਕੁਲ ਬਿਲਕੁਲ। ਕਈ ਬੰਦੇ ਬਹੁਤ ਸੈਂਸਿਟਿਵ ਹੁੰਦੇ ਆ। ਤੁਹਾਡੀ ਗੱਲ ਤੋਂ ਮੈਨੂੰ ਵੈਸੇ ਇੱਕ ਸਿੱਖਿਆ ਮਿਲੀ ਪਹਿਲੇ ਸਵਾਲ ਦੇ ਜਵਾਬ 'ਚ ਹੀ, ਕਿ ਮੈਂ ਖੁਦ ਆਪਣੇ ਬੇਟੇ ਨੂੰ ਬਿਲਕੁਲ ਇੱਦਾਂ ਹੀ ਪਾਲਦੀ ਹਾਂ, ਬਹੁਤ ਘੱਟ ਕਿਤੇ ਲੈ ਕੇ ਜਾਂਦੀ ਹਾਂ ਜਾਂ ਇੱਦਾਂ ਦਾ ਬਹੁਤ ਸਿਕਿਉਰ ਮਾਹੌਲ ਮੈਨੂੰ ਵੀ ਹੋਇਆ ਕਿ ਨਹੀਂ ਬਾਹਰ ਜਾਣਾ ਬਹੁਤ ਨਹੀਂ, ਮੇਰਾ ਤਾਂ ਨਿੱਜੀ ਤਜਰਬਾ ਵੀ ਇਹ ਚੀਜ਼ ਤੁਹਾਨੂੰ ਕਰਦੀ ਆ ਤੰਗ। ਮਤਲਬ ਮੈਂ ਜੇ ਮੈਨੂੰ ਹਾਲਾਂਕਿ ਇੰਝ ਨਹੀਂ ਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਕੁਝ ਕੁਦਰਤ ਨੇ ਤੁਹਾਡੇ ਲਈ ਤੈਅ ਕੀਤਾ ਜਿਹੜਾ ਉਹੀ ਮਿਲਣਾ, ਪਰ ਯਕੀਨਨ ਜੇ ਮੈਂ ਜਲੰਧਰ ਰੁਕਦਾ ਤਾਂ ਉਹਦੇ ਪੈਰਲਰ ਮੈਂ ਦੂਰਦਰਸ਼ਨ ਤੇ ਜਾ ਰਿਹਾ ਸੀ, ਪਹਿਲਾਂ ਰੇਡੀਓ ਤੇ ਜਾ ਰਿਹਾ ਸੀਗਾ, ਕੁਝ ਇਸ ਕਿਸਮ ਦੇ ਆਰਟਿਸਟ ਲੋਕ ਮੇਰੇ ਦੋਸਤ ਸੀਗੇ ਉਹਨਾਂ, ਔਰ ਜਲੰਧਰ ਜਾਣ ਦੀ ਵਜ੍ਹਾ ਵੀ ਉਹੀ ਲੋਕ ਸੀਗੇ, ਰੇਡੀਓ ਟੀਵੀ ਜਾਂ ਜਲੰਧਰ ਬਾਰੇ ਆਰਟਿਸਟ ਲੋਕ ਵੀ ਜਿਨ੍ਹਾਂ ਖਾਤਰ ਮੈਨੂੰ ਲੱਗਦਾ ਸੀਗਾ ਵੀ ਇੱਥੇ ਜਾਵਾਂਗੇ ਕੰਮ ਕਰਾਂਗੇ ਸਾਰੇ ਜਾਣੇ ਕੁਛ ਉਸ ਢੰਗ ਨਾਲ। ਤਾਂ ਮੇਬੀ ਮੈਂ ਉੱਥੇ ਰਹਿੰਦਾ ਤਾਂ ਸ਼ਾਇਦ ਉਹ ਚੀਜ਼ਾਂ ਕੈਰੀ ਔਨ ਰੱਖ ਪਾਉਂਦਾ। ਮੈਂ ਛੱਡ ਕੇ ਆ ਗਿਆ ਤਾਂ ਫਿਰ ਹੁਣ ਜਿਵੇਂ ਬਹੁਤ ਵਾਰ ਐ ਹੁੰਦਾ ਵੀ ਜਾਨਾ ਮੈਂ ਕਦੇ ਕਦੇ ਜਲੰਧਰ, ਪਰ ਜੇ ਕੈਜੂਅਲੀ ਐਜ਼ ਐਨ ਐਂਕਰ ਕੰਮ ਕਰਨਾ ਹੋਵੇ ਤਾਂ ਤੁਸੀਂ ਇੱਥੋਂ ਰੋਜ਼ ਜਾ ਕੇ ਜਾਂ ਹਫ਼ਤੇ ਬਾਅਦ ਵੀ ਜਾ ਕੇ ਕਰਨਾ ਔਖਾ, ਵੀ ਕਿਵੇਂ ਭੱਜੋਗੇ। ਕਈ ਵਾਰ ਐਵੇਂ ਦੀਆਂ ਸਿਚੁਏਸ਼ਨਸ ਵੀ ਆਉਂਦੀਆਂ ਵੀ ਰੇਡੀਓ ਵਾਲਿਆਂ ਨੂੰ ਤਾਂ ਬੰਦਾ 10 ਮਿੰਟ ਬਾਅਦ ਚਾਹੀਦਾ, ਤਾਂ ਮੈਂ ਉਹ ਚੀਜ਼ਾਂ ਨਹੀਂ ਕਰ ਪਾਇਆ। ਕਿਤੇ ਨਾ ਕਿਤੇ ਲੰਮੇ ਸਮੇਂ ਬਾਅਦ ਤਾਂ ਉਹ ਚੀਜ਼ਾਂ ਕਰਦੀਆਂ ਹੀ ਆ ਸਰ, ਫਿਰ ਤੁਹਾਡਾ ਸੁਭਾਅ ਬਣ ਜਾਂਦਾ। ਜਿਵੇਂ ਮੈਂ ਤੁਹਾਨੂੰ ਕਿਹਾ ਵੀ ਹਾਲਾਂਕਿ ਚਲੋ ਜਲੰਧਰ ਨਹੀਂ ਰਹਿ ਸਕਿਆ ਨਾ ਸਹੀ, ਕੈਨੇਡਾ ਨਹੀਂ ਰਹਿ ਸਕਦਾ ਨਾ ਸਹੀ, ਵੀ ਤੁਸੀਂ ਰਿਸ਼ਤੇਦਾਰੀ 'ਚ ਵੀ ਜਾ ਕੇ ਤੁਹਾਨੂੰ ਔਖ ਆਉਣ ਲੱਗ ਜਾਂਦੀ ਆ, ਤਾਂ ਇਹ ਕਿਤੇ ਨਾ ਕਿਤੇ ਤਾਂ ਮਤਲਬ ਤੁਸੀਂ ਥੋੜ੍ਹੇ ਜਿਹੇ ਤਾਂ ਮਿਸਫਿਟ ਆ, ਮੰਨਣਾ ਪਊਗਾ। ਤਾਂ ਉਹ ਚੀਜ਼ਾਂ ਅਸਰ ਤਾਂ ਕਰਦੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਇਸ ਕਿਸਮ ਦਾ ਤਾਂ ਵੈਦਰ ਦੇਣਾ ਚਾਹੀਦਾ ਸਾਨੂੰ, ਵੀ ਉਹ ਕਿਸੇ ਵੀ ਹਾਲਾਤ 'ਚ ਕਦੇ ਵੀ ਰਹਿ ਸਕਦੇ ਹੋਣ। ਪਤਾ ਨਹੀਂ, ਕਿਉਂਕਿ ਹੁਣ ਤਾਂ ਜਿਹੜੇ ਸਮੇਂ 'ਚ ਅਸੀਂ ਜੀ ਰਹੇ ਹਾਂ ਪਤਾ ਹੀ ਨਹੀਂ ਗਾ ਕਿਹੜੇ ਵੇਲੇ ਕਿਵੇਂ ਕੀ ਵਾਪਰਨਾ ਔਰ ਕਿੱਦਾਂ ਵਾਪਰਨਾ, ਕੀ ਕਰਨਾ ਪੈ ਜਾਣਾ ਤੁਹਾਨੂੰ। ਕਈ ਚੀਜ਼ਾਂ ਮੇਰੇ ਕੋਈ ਨੋਨ ਬਾਹਰੋਂ ਆਏ ਤਾਂ ਇੱਕਦਮ ਗੜਬੜ ਇਸ ਕਿਸਮ ਦੀ ਹੋ ਗਈ ਵੀ ਹੁਣ ਜਾ ਨਹੀਂ ਪਾ ਰਹੇ, ਫਲਾਈਟਸ ਵੀ ਬੰਦ ਇਸ ਡੈਟ। ਤਾਂ ਜੇ ਪਿੱਛੇ ਉਹਨਾਂ ਦੀ ਫੈਮਿਲੀ ਜਾਂ ਬੱਚੇ ਥੋੜ੍ਹੇ ਇਸ ਢੰਗ ਦੇ ਪ੍ਰਪੇਅਰ ਹੋਣਗੇ ਤਾਂ ਯਕੀਨਨ ਉਹ ਸਰਵਾਈਵ ਵਧੀਆ ਕਰ ਲੈਣਗੇ, ਨਹੀਂ ਤਾਂ ਦਿੱਕਤ ਆਊਗੀ, ਹੈ ਨਾ। ਸੋ ਤਿਆਰ ਰਹਿਣਾ ਚਾਹੀਦਾ, ਮੈਨੂੰ ਲੱਗਦਾ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ। ਜਿਹੜੀਆਂ ਗੱਲਾਂ ਅਸੀਂ ਹੰਢਾਈਆਂ ਉਹ ਸਾਡੀ ਔਲਾਦ ਨਾ ਹੰਢਾਵੇ। ਬਿਲਕੁਲ। ਤੁਸੀਂ 35 ਸਾਲ ਦੇ ਹੋ ਗਏ ਹੋ ਨਾ ਇਸ ਟਾਈਮ, ਤੇ ਬਹੁਤ ਛੋਟੀ ਉਮਰ 'ਚ ਤੁਸੀਂ ਲਿਖਣਾ ਸ਼ੁਰੂ ਕੀਤਾ, ਕਿਉਂਕਿ 2012 'ਚ ਤੁਹਾਡੀ ਪਹਿਲੀ ਕਿਤਾਬ ਆਈ। ਉਸ ਤੋਂ ਪਹਿਲਾਂ ਕਿਤਾਬ ਤੋਂ ਪਹਿਲਾਂ ਵੀ ਕਿਤੇ ਛਪਦੇ ਰਹੇ, ਜਾਂ ਫਿਰ ਇਹੀ ਸੀਗਾ ਕਿ ਇੰਨੀਆਂ ਕਹਾਣੀਆਂ ਲਿਖ ਲਈਆਂ ਫਿਰ ਇਕੱਠੀ ਕੀਤੀ ਉਹਨੂੰ ਕਿਤਾਬ ਬਣਾ ਲਿਆ, ਜਾਂ ਉਸ ਤੋਂ ਪਹਿਲਾਂ ਤੋਂ ਹੀ ਤੁਹਾਡਾ ਰੁਝਾਨ ਸੀ? ਨਹੀਂ, ਮੈਂ ਹੁਣ ਵੀ ਇਵੇਂ ਆ ਕਿ ਜਿਹੜੀ ਲਾਸਟ ਕਿਤਾਬ ਵੀ ਆਈ ਹੋਊਗੀ ਉਹ ਵੀ ਕਹਾਣੀਆਂ ਪਹਿਲਾਂ ਸਾਰੇ ਕਿਤੇ ਛਪੀਆਂ ਪੰਜਾਬੀ ਦੇ ਚੰਗੇ ਰਸਾਲਿਆਂ 'ਚ, ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਲੈਕਟ ਕੀਤਾ। ਤਾਂ ਪਹਿਲੀ ਕਿਤਾਬ ਤੋਂ ਪਹਿਲਾਂ ਮੈਂ ਕਿਤਾਬ 2012 'ਚ ਛਪੀ, ਪਰ ਮੈਂ 2004 'ਚ ਛਪਣਾ ਸ਼ੁਰੂ ਹੋਇਆ ਸੀ। ਅੱਛਾ ਜੀ। 2004 ਦੇ ਵਿੱਚ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਅਖਬਾਰਾਂ ਦੇ ਵਿੱਚ ਮੇਰੀਆਂ ਬਾਲ ਕਹਾਣੀਆਂ ਛਪਦੀਆਂ ਸੀਗੀਆਂ। 2006 ਦੇ ਵਿੱਚ ਮੈਂ ਕਹਾਣੀ ਵਾਲੇ ਪਾਸੇ ਆਇਆ। ਕਹਾਣੀ ਜਿਹੜੀ ਜਿਹਨੂੰ ਨਿੱਕੀ ਕਹਾਣੀ ਆਪਾਂ ਕਹਿ ਦਿੰਦੇ ਹਾਂ ਜਾਂ ਸ਼ਾਰਟ ਸਟੋਰੀ, ਇਹ ਕਹਾਣੀਆਂ ਵੀ 2006 ਤੋਂ ਲੈ ਕੇ 2012 ਤੱਕ ਲਗਾਤਾਰ ਛਪਦੀਆਂ ਰਹੀਆਂ ਪੰਜਾਬੀ ਦੇ ਸਾਰੇ ਛੋਟੇ ਵੱਡੇ ਰਸਾਲਿਆਂ ਦੇ ਵਿੱਚ। ਜਿਵੇਂ ਮੇਰੀ ਪਹਿਲੀ ਕਹਾਣੀ ਉਦੋਂ ਪ੍ਰੇਮ ਪ੍ਰਕਾਸ਼ ਹੁਣੀ ਲਕੀਰ ਆਪ ਕੱਢਦੇ ਸੀਗੇ, ਤਾਂ ਉਹਨਾਂ ਨੇ ਛਾਪੀ ਸੀਗੀ, ਔਰ ਉਦੋਂ ਪ੍ਰੇਮ ਪ੍ਰਕਾਸ਼ ਦੇ ਪਸੰਦ ਆ ਜਾਣਾ ਜਾਂ ਲਕੀਰ 'ਚ ਛਪ ਜਾਣਾ ਬੜੀ ਮੇਰੇ ਲਈ ਵੀ ਵੱਡੀ ਗੱਲ ਸੀ, ਸ਼ਾਇਦ ਸਾਰਿਆਂ ਲਈ ਵੱਡੀ ਹੁੰਦੀ ਹੋਵੇ ਵੀ ਤੁਸੀਂ ਨਵੇਂ ਆ ਔਰ ਤੁਹਾਨੂੰ ਬਹੁਤ ਸੀਨੀਅਰ ਬੰਦਾ, ਸੀਨੀਅਰ ਸੰਪਾਦਕ ਤੁਹਾਨੂੰ ਛਾਪ ਰਿਹਾ। ਤਾਂ ਉਹ ਵੀ ਇੱਕ ਆਪਣੀ ਤਰ੍ਹਾਂ ਦਾ ਸਟਰਗਲ ਸੀਗਾ। ਮੈਨੂੰ ਲੱਗਦਾ ਕਿ ਮੈਂ ਜਦੋਂ ਕਿਉਂਕਿ ਬਾਲ ਕਹਾਣੀ ਤਾਂ ਲਿਖਦਾ ਸੀਗਾ, ਕਹਾਣੀ ਦੀ ਤਸਵੀਰ ਤੋਂ ਵਾਕਿਫ ਸੀਗਾ, ਕਹਾਣੀ ਪੜ੍ਹ ਰਿਹਾ ਸੀ। ਪੈਰਲਰ ਮੇਰੇ ਜਿਹੜੇ ਹੁਣ ਸਮਕਾਲੀ ਕਹਿ ਲਓ ਜਾਂ ਦੋਸਤ ਕਹਿ ਲਓ, ਰਾਣੇ ਹੁਣੀ, ਹਾਂ ਸੁਣੀ, ਜਾਂ ਹੋਰ ਇੱਕ ਪੂਰ ਜਿੰਨਾ ਵੀ ਸੀਗਾ, ਉਹਨਾਂ ਦੀ ਕਹਾਣੀ ਪੜ੍ਹ ਹੀ ਰਿਹਾ ਸੀਗਾ। ਈਵਨ ਪ੍ਰੇਮ ਪ੍ਰਕਾਸ਼ ਹੋਣਾ ਦੀ ਆਪਣੀ ਕਹਾਣੀ ਵੀ। ਤਾਂ ਉਦੋਂ ਮੈਂ ਅਭਿਆਸ ਕਰਦਾ ਸੀਗਾ ਕਹਾਣੀ ਲਿਖਣ ਦਾ, ਹੈ ਨਾ। ਤਾਂ ਮੈਨੂੰ ਯਾਦ ਆ ਮੈਂ ਪ੍ਰੇਮ ਪ੍ਰਕਾਸ਼ ਹੋਣਾ ਨੂੰ ਕਹਾਣੀ ਭੇਜਦਾ ਸੀਗਾ, ਅਤੇ ਬਹੁਤ ਵਾਰ ਉਹਨਾਂ ਦਾ ਪੋਸਟ ਕਾਰਡ ਆਉਂਦਾ ਹੁੰਦਾ ਸੀਗਾ ਵੀ ਇਹ ਸਾਡੇ ਕੰਮ ਨਹੀਂ ਆ ਸਕਦੀ, ਜਾਂ ਕੰਮ ਨਹੀਂ ਆਈ ਤਾਂ ਅਭਿਆਸ ਕਰਦੇ ਰਹੋ, ਇਸ ਕਿਸਮ ਦੇ ਉਹਨਾਂ ਦੇ ਜਵਾਬ ਆਉਂਦੇ ਸੀਗੇ। ਤਾਂ ਪਰ ਮੈਂ ਇਹ ਚੰਗਾ ਹੋਇਆ ਕਿ ਮੈਂ ਅਭਿਆਸ ਕਰਦਾ ਰਿਹਾ। ਫਿਰ ਅਖੀਰੀ ਇੱਕ ਦਿਨ ਉਹਨਾਂ ਨੇ ਇੱਕ ਕਹਾਣੀ ਰੱਖੀ, ਛਾਪੀ। ਫਿਰ ਐਂ ਹੁੰਦਾ ਕਿ ਜਦੋਂ ਤੁਸੀਂ ਕਿਤੇ ਚੰਗੀ ਥਾਂ ਛਪਦੇ ਆ, ਜਾਂ ਜਿੱਥੇ ਤੁਹਾਨੂੰ ਛਪਣਾ ਚਾਹੁੰਦੇ ਆ, ਜਾਂ ਜਿੱਥੇ ਤੁਹਾਨੂੰ ਲੱਗਦਾ ਕਿ ਮੈਨੂੰ ਮਾਨਤਾ ਮਿਲੀ, ਉਹ ਚੀਜ਼ ਵੀ ਤੁਹਾਡੇ 'ਤੇ ਅਸਰ ਕਰਦੀ ਹੈ, ਤੁਹਾਡੀ ਅਕਲ 'ਤੇ, ਤੁਹਾਡੀ ਊਰਜਾ 'ਤੇ, ਤੁਹਾਨੂੰ ਨਵਾਂ ਹੌਸਲਾ ਵੀ ਦਿੰਦੀ। ਤਾਂ ਮੈਂ ਹੋਰ ਯਤਨ ਕਰਦਾ ਰਿਹਾ। ਫਿਰ 6 ਸਾਲ ਲਗਾਤਾਰ ਸਾਰੇ ਰਸਾਲਿਆਂ 'ਚ ਕਹਾਣੀਆਂ ਛਪੀਆਂ, ਸਾਰੇ ਪੰਜਾਬੀ ਦੇ ਜਿੰਨੇ ਵੱਡੇ। ਨਹੀਂ ਸੀ ਕਹਾਣੀ ਛਪੀ ਤਾਂ ਸਿਰਜਣਾ 'ਚ ਨਹੀਂ ਸੀਗੀ ਕਦੇ ਛਪੀ। ਉਹਦੀ ਵਜ੍ਹਾ ਇਹ ਸੀਗੀ ਕਿ ਮੇਰੇ ਜਿਹੜੇ ਸਮਕਾਲੀ ਸੀਗੇ ਉਹਨਾਂ ਨੇ ਮੈਨੂੰ ਡਰਾ ਹੀ ਇੰਨਾ ਜ਼ਿਆਦਾ ਦਿੱਤਾ ਕਿ ਡਾਕਟਰ ਰਘਬੀਰ ਸਿੰਘ ਹੋਣਾ ਦੀ ਸਿਲੈਕਸ਼ਨ ਬਹੁਤ ਹਾਰਡ ਆ, ਵੀ ਉਹ ਤਾਂ ਕਹਾਣੀ ਨਹੀਂ ਐ ਛਾਪਦੇ, ਥੋੜ੍ਹੇ ਕੀਤਿਆਂ ਕਿਸੇ ਦੀ, ਵੀ ਉਹਨਾਂ ਨੂੰ ਤਾਂ ਤੂੰ ਰਹਿਣ ਦੇ।
ਤਾਂ ਮੈਂ ਕਿਤਾਬ ਛਪਣ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ 6 'ਚ ਕਹਾਣੀ ਲਿਖੀ, 12 'ਚ ਕਿਤਾਬ ਛਪੀ ਤੇ ਸਾਰੇ ਰਸਾਲਿਆਂ ਨੂੰ ਕਿਤਾਬ ਰਿਵਿਊ ਲਈ ਭੇਜੀ। ਸਿਰਜਣਾ ਨੂੰ ਰਿਵਿਊ ਲਈ 20 ਕਿਤਾਬ ਨਾ ਭੇਜੀ ਮੈਂ। ਮੈਨੂੰ ਲੱਗਿਆ ਵੀ ਪਤਾ ਨਹੀਂ ਵੀ ਜਿੱਦਾਂ ਦਾ ਸੁਣੀ ਦਾ ਪਤਾ ਨਹੀਂ ਕੀ ਮਾਮਲਾ, ਰਹਿਣ ਦੇ। ਫਿਰ ਜਦੋਂ ਸਾਰੇ ਕਿਤੇ ਰਿਵਿਊ ਵਗੈਰਾ ਛਪ ਗਏ ਤਾਂ ਮੈਂ ਵਿਹਲਾ ਹੋ ਗਿਆ ਕਹਿ ਲਓ ਉਸ ਪਾਸਿਓਂ। ਵੀ ਇੱਕ ਤਾਕ ਹੁੰਦੀ ਨਾ ਤੁਹਾਨੂੰ ਵੀ ਕਹਾਣੀ ਕਿਤਾਬ ਭੇਜੀ ਆ, ਹੁਣ ਰਿਵਿਊ ਛਪਣਾ ਵਾ, ਉਦੋਂ ਬਾਅਦ ਤੁਸੀਂ ਉਹਨੂੰ ਦੇਖਦੇ ਆ। ਦੇਖਣਾ ਤਾਂ ਆਪ ਹੀ ਹੁੰਦਾ ਸੱਚ। ਰਿਵਿਊ ਦਾ ਵੀ ਇਹ ਇੱਕ ਵੱਡਾ ਸੱਚ ਆ ਵੀ ਇਹ ਤੁਸੀਂ ਉਹ ਹੀ ਦੇਖਣਾ ਹੁੰਦਾ। ਜਾਂ ਜਿਹੜਾ ਲਿਖਦਾ ਉਹ ਦੇਖ ਲੈਂਦਾ ਮੈਂ ਲਿਖਿਆ, ਜਾਂ ਜਿਹਦੇ ਬਾਰੇ ਲਿਖਿਆ ਉਹ ਦੇਖ ਲੈਂਦਾ ਮੇਰੇ ਬਾਰੇ, ਤੀਜਾ ਬੰਦਾ ਨਹੀਂ ਕੋਈ ਪੜ੍ਹਦਾ। ਤੁਸੀਂ ਮਤਲਬ ਖੁਦ ਦੱਸੋ ਕਿੰਨੀਆਂ ਕਿਤਾਬਾਂ ਰਿਵਿਊ ਪੜ੍ਹ ਕੇ ਖਰੀਦੀਆਂ? ਉਹ ਇੱਕ ਭਰਮ ਜਾਲ ਜਿਹਾ ਹੀ ਹੁੰਦਾ। ਚਲੋ, ਤਾਂ ਮੈਂ ਜਦੋਂ ਸਾਰੇ ਪਾਸੇ ਵਿਹਲਾ ਹੋ ਗਿਆ ਤਾਂ ਐਵੇਂ ਹੀ ਸੋਚਿਆ ਵੀ ਹੁਣ ਸਿਰਜਣਾ ਨੂੰ ਵੀ ਚੱਲ ਭੇਜ ਦਿੰਦੇ ਆ, ਨਾ ਛਾਪਣਗੇ ਤਾਂ ਫਿਰ ਕਿਹੜੀ ਗੱਲ ਆ, ਵੀ ਕਿਤਾਬਾਂ ਵੀ ਪਈਆਂ, ਵਿਹਲੇ ਵੀ ਹੋ ਗਏ ਆ, ਸਾਰੇ ਕਿਤੇ ਛਪ ਵੀ ਗਏ ਆ। ਮੈਂ ਫੋਨ ਕਰ ਲਿਆ ਚੰਡੀਗੜ੍ਹ ਵਾਲੇ ਐਡਰੈਸ 'ਤੇ। ਹਾਲਾਂਕਿ ਉਦੋਂ ਮੈਂ ਡਾਕਟਰ ਸਿਰਜਣਾ ਉਹਨਾਂ ਨੂੰ ਜਾਣਦਾ ਨਹੀਂ ਸੀ। ਮੈਂ ਪੁੱਛਿਆ, ਮੈਂ ਕਿਹਾ ਜੀ ਜੇ ਤੁਸੀਂ ਇੰਡੀਆ ਹੋਵੋ, ਇੰਨਾ ਪਤਾ ਸੀਗਾ ਵੀ ਉਹ ਬਹੁਤਾ ਕਰਕੇ ਬਾਹਰ ਰਹਿੰਦੇ ਆ। ਮੈਂ ਕਿਹਾ ਜੀ ਜੇ ਤੁਸੀਂ ਇੰਡੀਆ ਵਾ ਤਾਂ ਮੈਂ ਕਿਤਾਬ ਭੇਜਣੀ ਚਾਹੁੰਦਾ ਰਿਵਿਊ ਲਈ। ਤਾਂ ਉਹਨਾਂ ਨੇ ਕਿਹਾ ਤਾਂ ਭੇਜ ਦੇ, ਕਿਉਂਕਿ ਹਜ਼ਾਰਾਂ ਹੀ ਆਉਂਦੀਆਂ ਸੀਗੀਆਂ। ਉਹਨਾਂ ਨੂੰ ਸ਼ਾਇਦ ਹਾਸਾ ਵੀ ਆਇਆ ਹੋਵੇ ਵੀ ਮੇਰੇ ਇੰਡੀਆ ਹੋਣ ਨਾ ਹੋਣ ਨਾਲ ਤਾਂ ਇਸ ਗੱਲ ਦਾ ਸੰਬੰਧ ਹੀ ਨਹੀਂ, ਕਿਤਾਬਾਂ ਆਉਂਦੀਆਂ ਰਹਿਣਗੀਆਂ, ਰਿਵਿਊ ਛਪਦੇ ਰਹਿਣੇ, ਪਤਾ ਨਹੀਂ ਬੰਦਾ ਕੌਣ ਆ ਜਿਹੜਾ ਮੈਨੂੰ ਇਉਂ ਪੁੱਛਦਾ। ਮੈਂ ਕਿਤਾਬ ਭੇਜਤੀ, ਉਹਨਾਂ ਨੇ ਪੜ੍ਹ ਲਈ, ਕੁਦਰਤੀ ਕਿਤੇ ਵਿਹਲੇ ਹੋਣਗੇ, ਉਹਨਾਂ ਨੂੰ ਪਸੰਦ ਆਈ, ਉਹਨਾਂ ਨੇ ਮੈਨੂੰ ਬੜਾ ਅਪਰੀਸ਼ੀਏਟ ਕੀਤਾ ਔਰ ਕਹਿੰਦੇ ਕਿ ਵੀ ਮੈਂ ਖੁਦ ਲਿਖੂੰਗਾ ਇਹਦੇ ਬਾਰੇ ਤੇ ਮੈਂ ਤੇਰੀ ਕਿਤਾਬ ਦੀ ਗੱਲ ਵੀ ਕਰੂੰਗਾ ਕਿਤੇ ਜਿੱਥੇ ਮੈਥੋਂ ਸੰਭਵ ਹੋਇਆ। ਔਰ ਥੋੜ੍ਹੇ ਹੀ ਦਿਨਾਂ ਬਾਅਦ ਪਟਿਆਲਾ ਯੂਨੀਵਰਸਿਟੀ ਨੇ ਇੱਕ ਬੜਾ ਵੱਡਾ ਕਹਾਣੀ 'ਤੇ ਫੰਕਸ਼ਨ ਕਰਾਇਆ ਸੀ, ਉਹਦੇ 'ਚੋਂ ਕੀ ਨੋਟ ਸਪੀਕਰ ਸੀਗੇ। ਫਿਰ ਉੱਥੇ ਬੜਾ ਦਿਲ ਖੋਲ੍ਹ ਕੇ ਉਹ ਤਾਰੀਫ ਕਰਕੇ ਆਏ ਉਸ ਕਿਤਾਬ ਦੀ। ਫਿਰ ਸਿਰਜਣਾ 'ਚ ਉਹਨਾਂ ਨੇ ਇੱਕ ਛੋਟਾ ਜਿਹਾ 3-4 ਪੇਜ ਦਾ ਆਰਟੀਕਲ ਉਸ ਕਿਤਾਬ 'ਤੇ ਲਿਖਿਆ। ਔਰ ਯਕੀਨਨ ਫਿਰ ਉਸ ਗੱਲ ਨੇ ਵੀ ਪੇ ਕੀਤਾ ਵੀ ਜਦੋਂ ਇੱਕ ਇੰਨਾ ਸੀਨੀਅਰ ਬੰਦਾ ਤੁਹਾਡੀ ਗੱਲ ਕਰ ਰਿਹਾ ਤਾਂ ਫਿਰ ਲੋਕਾਂ ਦਾ ਧਿਆਨ ਵੀ ਖਿੱਚਿਆ ਜਾਂਦਾ ਹੈ ਨਾ। ਤਾਂ ਫਿਰ ਇਉਂ ਇਹ ਕਿਤਾਬ ਗਵਾਲੀ ਗਈ। ਤਾਂ ਯਾਨੀ ਕਿ ਮੈਂ ਕਿਤਾਬ ਛਪਣ ਤੋਂ ਪਹਿਲਾਂ 20 ਕਹਾਣੀਆਂ ਸਾਰੇ ਕਿਤੇ ਛਪਦੀਆਂ ਸੀਗੀਆਂ, ਰਾਏ ਲੈਂਦਾ ਸੀਗਾ, ਸੋਚਦਾ ਸੀਗਾ, ਸੋਧਦਾ ਸੀਗਾ, ਸਾਰਾ ਕੁਛ ਕਰਦਾ ਸੀਗਾ। ਹੁਣ ਵੀ ਸੇਮ ਪੈਟਰਨ ਆ ਇਹ। ਮੈਂ ਹੁਣ ਵਾਲੀ ਜਿਹੜੀ ਮੇਰੀ ਆਪ ਆ ਘਰ ਬਣਾਈ ਹੈ, ਬਿਲਕੁਲ ਨਵੀਂ ਕਿਤਾਬ ਹੈ। ਇਹਦੇ ਥੱਲੇ ਤੁਸੀਂ ਜੇ ਪੜ੍ਹੀ ਹੋਵੇ ਦੇਖਿਆ ਵੀ ਹੋਊਗਾ, ਥੱਲੇ ਰਸਾਲਿਆਂ ਦੇ ਨਾਂ ਲਿਖੇ ਹੋਏ ਆ। ਜਿਹੜੇ ਵੀ ਥਾਂ ਛਪੀ ਆ ਕਿਤੇ ਉਹਦਾ ਨਾਂ ਲਿਖਿਆ ਹੋਇਆ ਕਿ ਫਲਾਨੀ ਥਾਂ 'ਤੇ ਛਪੀ ਆ। ਸੋ ਇਹੀ ਸਟਾਈਲ ਆ ਔਰ ਇਹੀ ਸਹੀ ਸਟਾਈਲ ਆ ਵੀ ਤੁਹਾਡੀ ਕਹਾਣੀ, ਤੁਹਾਡੀ ਰਚਨਾ ਪਹਿਲਾਂ ਛਪੀ ਹੋਵੇ, ਉਹਨੂੰ ਚੰਗਾ ਮਾੜਾ ਹਰ ਤਰ੍ਹਾਂ ਦਾ ਰਿਸਪੌਂਸ ਮਿਲਿਆ ਹੋਵੇ ਅਤੇ ਉਹਨੂੰ ਸੋਧਣ ਦੀ ਤੁਹਾਡੇ ਅੰਦਰ ਵੀ ਗੁੰਜਾਇਸ਼ ਹੋਵੇ। ਇਹ ਨਾ ਮੰਨ ਲਓ ਕਿ ਮੈਂ ਜੋ ਲਿਖ ਲਿਆ ਬਿਲਕੁਲ ਸਹੀ ਆ। ਈਵਨ ਕੱਢ ਸਕਦੇ ਹੋਵੋ ਕਹਾਣੀ, ਕੱਟ ਸਕਦੇ ਹੋਵੋ ਕਹਾਣੀ ਆਪਣੀ, ਤੁਸੀਂ ਰੱਦ ਕਰ ਸਕਦੇ ਹੋਵੋ ਕਹਾਣੀ ਤੁਸੀਂ ਆਪਣੀ, ਜਾਂ ਕੋਈ ਵੀ ਰਚਨਾ ਈਵਨ। ਤਾਂ ਐਵੇਂ ਦਾ ਤੁਹਾਡਾ ਜੇਰਾ ਹੋਣਾ ਚਾਹੀਦਾ ਅਤੇ ਫਿਰ ਚੱਲਦੇ ਰਹੋ ਆਪਣੀ ਚਾਲ। ਬਿਲਕੁਲ। ਜਿੱਦਾਂ ਤੁਸੀਂ ਇੱਕ ਇੰਟਰਵਿਊ 'ਚ ਮੈਂ ਸੁਣਿਆ, ਜਦੋਂ ਤੁਸੀਂ ਕਿਹਾ ਕਿ ਮੈਨੂੰ ਜਿਹੜੇ ਪੇਂਡੂ ਪਾਤਰ ਨੇ ਉਹ ਟੁੰਬਦੇ ਨੇ, ਹੈ ਨਾ। ਜਿਹੜਾ ਵੀ ਬੰਦਾ ਮੈਨੂੰ ਲੱਗਦਾ ਹੁੰਦਾ ਵੀ ਪਿੰਡ 'ਚ ਪਲਿਆ, ਜਿਵੇਂ ਮੈਨੂੰ ਲੱਗਦਾ ਹੁੰਦਾ ਮੇਰੇ ਪਿੰਡ ਦੇ ਲੋਕਾਂ ਤੋਂ ਸੋਹਣੇ ਲੋਕ ਜਾਂ ਮਿਹਨਤੀ ਲੋਕ ਕਿਤੇ ਨਹੀਂ ਹੋਰ ਮੈਨੂੰ ਮਿਲ ਸਕਦੇ, ਹੈ ਨਾ। ਅਤੇ ਜਦੋਂ ਆਪਾਂ ਮਾਈਗ੍ਰੇਟ ਕਰਕੇ ਸ਼ਹਿਰਾਂ 'ਚ ਆਉਂਦੇ ਹਾਂ, ਜਿਵੇਂ ਮੈਂ ਹੁਣ ਆਈ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸ਼ਹਿਰਾਂ 'ਚ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡੇ ਨਾਲ ਵਾਲੀ ਕੰਧ ਜਿਹੜੀ ਹੈਗੀ ਉਹ ਕਿੰਨੇ ਜੀਅ ਨੇ ਕੀ ਕਰਦੇ ਨੇ, ਹੈ ਨਾ। ਅਤੇ ਤੁਹਾਨੂੰ ਨਹੀਂ ਲੱਗਦਾ ਵੀ ਸਿਰਫ ਪੇਂਡੂ ਪਾਤਰਾਂ ਦਾ ਘੇਰਾ ਆਪਣੀਆਂ ਕਹਾਣੀਆਂ 'ਚ ਸ਼ਾਮਿਲ ਕਰਨ ਨਾਲ ਤੁਸੀਂ ਸਿਰਫ ਇੱਕ ਤਬਕੇ ਦੇ ਲੇਖਕ ਰਹਿ ਜਾਓਗੇ, ਜਾਂ ਸ਼ਹਿਰਾਂ 'ਚ ਜਿਹੜੇ ਪੜ੍ਹਨ ਵਾਲੇ ਪਾਠਕ ਨੇ ਉਹਨਾਂ ਤੱਕ ਤੁਹਾਡੀ ਪਹੁੰਚ ਨਹੀਂ ਬਣੂਗੀ? ਇਹ ਗੱਲ ਵੈਸੇ ਇਸ ਲਿਹਾਜ਼ ਨਾਲ ਤਾਂ ਠੀਕ ਹੋ ਸਕਦੀ ਆ ਤੁਹਾਡੀ, ਵੀ ਜੇ ਤੁਸੀਂ ਬਿਲਕੁਲ ਐਂ ਦਾ ਤਾਂ ਇੱਕ ਟੈਗ ਜਿਵੇਂ ਲੱਗ ਜਾਂਦਾ ਹੈ ਨਾ, ਉਸ ਤਰ੍ਹਾਂ ਦੀ ਗੱਲ। ਪਰ ਇੰਝ ਬਿਲਕੁਲ ਨਹੀਂ ਹੈ। ਮੈਂ ਉਸ ਇੰਟਰਵਿਊ 'ਚ ਵੀ ਇਹ ਗੱਲ ਕਰਦਾ ਸੀਗਾ, ਹੁਣ ਵੀ ਆਪਾਂ ਕਰਨ ਲੱਗੇ ਹਾਂ ਇਹ ਗੱਲ ਵੀ ਪਿੰਡ ਮੇਰੀ ਸਮਝ 'ਚ ਅਜੇ ਵੱਧ ਤਾਂ ਆਉਂਦਾ ਕਿਉਂਕਿ ਮੈਂ ਆਪਣੀ ਉਮਰ ਦਾ ਬਹੁਤਾ ਹਿੱਸਾ ਪਿੰਡ ਹੀ ਜੀਆ। ਪੱਟੀ ਵੈਸੇ ਤਾਂ ਪਿੰਡ ਵਰਗਾ ਸ਼ਹਿਰ ਆ, ਬਹੁਤ ਛੋਟਾ ਸ਼ਹਿਰ ਆ, ਔਰ ਇੱਥੇ ਸਾਰੀ ਵਸੋਂ ਪਿੰਡਾਂ ਦੀ ਆ। ਵੀ ਜਿਵੇਂ ਨੇੜੇ ਨੇੜੇ ਦੇ 10-20-50 ਪਿੰਡ ਆ ਕੇ ਇੱਥੇ ਵਸੇ। ਸਾਡੀ ਆਪਣੀ ਗਲੀ 'ਚ ਅਸੀਂ ਪਿੰਡ ਦੇ ਆ ਕਈ ਜਾਣੇ। ਇੱਕ ਕਿਉਂਕਿ ਜ਼ਿਆਦਾ ਹਿੱਸਾ ਕਿ ਤੁਸੀਂ ਪਿੰਡ ਜੀਆ ਹੋਵੇ ਤਾਂ ਕਰਕੇ ਪਿੰਡ ਮਨ 'ਚ ਵਸਿਆ ਵਾ, ਤੁਹਾਡੇ ਖਿਆਲਾਂ 'ਚ ਵਸਿਆ, ਤੁਹਾਡੇ ਅਚੇਤ 'ਚ ਵਸਿਆ, ਤਾਂ ਕਰਕੇ ਮੈਂ ਵੱਧ ਸਮਝ ਪਾ ਰਿਹਾ। ਦੂਸਰਾ, ਮੈਂ ਬਹੁਤੀਆਂ ਕਹਾਣੀਆਂ ਲਿਖੀਆਂ ਹੀ ਉਦੋਂ ਸੀਗੀਆਂ ਪਿੰਡ ਰਹਿੰਦਾ। ਜਾਣੀ ਕਿ ਜੇ ਤੁਸੀਂ ਐਂ ਸਮਝ ਲਓ ਵੀ 3 ਕਿਤਾਬਾਂ ਤਾਂ ਮੇਰੀਆਂ ਕਹਾਣੀਆਂ ਦੀਆਂ ਉਹ ਨੇ ਜਿਹੜੀਆਂ ਮੈਂ ਲਿਖੀਆਂ ਹੀ ਟੋਟਲੀ ਪਿੰਡ ਰਹਿੰਦਿਆਂ। ਚੌਥੀ ਕਿਤਾਬ ਦੀਆਂ ਕਹਾਣੀਆਂ ਇੱਥੇ ਆ ਕੇ ਲਿਖੀਆਂ, ਪਰ ਉਹ ਅਜੇ ਵੀ ਪਿੰਡ ਹੈਗਾ ਹਾਵੀ। ਪਰ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਕਿ ਮੈਂ ਉਸ ਪਾਸੇ ਵਾਲੀ ਖਿੜਕੀ ਬੰਦ ਕਰਕੇ ਬੈਠਾ ਹੋਇਆ। ਮੈਨੂੰ ਇਹ ਲੱਗਦਾ ਕਿ ਜਿਸ ਦਿਨ ਸ਼ਹਿਰ ਸਮਝ 'ਚ ਆਇਆ, ਸ਼ਹਿਰ ਬਾਰੇ ਵੀ ਲਿਖਣਾ, ਲਾਜ਼ਮੀ ਲਿਖਣਾ, ਸ਼ਹਿਰ ਦੇ ਲੋਕਾਂ ਬਾਰੇ, ਉਹਨਾਂ ਦੀ ਮਾਨਸਿਕਤਾ ਬਾਰੇ, ਉਹਨਾਂ ਦੇ ਵਿਹਾਰ ਬਾਰੇ ਵੀ ਲਿਖਣਾ। ਈਵਨ ਮੈਂ ਇੱਕ ਕਹਾਣੀ ਸੰਦੂਖ ਦਾ ਜ਼ਿਕਰ ਤੁਹਾਡੇ ਨਾਲ ਪਹਿਲਾਂ ਆਪਾਂ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕਰ ਰਿਹਾ ਸੀ, ਜਿਵੇਂ ਉਹ ਕਹਾਣੀ ਪਿੰਡ ਛੱਡ ਕੇ, ਸ਼ਹਿਰ ਛੱਡ ਕੇ, ਉਹ ਤਾਂ ਟੋਟਲੀ ਬੰਦਾ ਕੈਨੇਡਾ ਮੂਵ ਹੋਇਆ, ਇੰਡੀਆ ਛੱਡ ਕੇ, ਉੱਥੋਂ ਦੀ ਕਹਾਣੀ ਆ।
ਵੀ ਉਹ ਉੱਥੇ ਬੈਠਾ ਕਿਵੇਂ ਸੋਚ ਰਿਹਾ, ਕਿਵੇਂ ਜੀਣਾ ਚਾਹੁੰਦਾ, ਕਿਵੇਂ ਜੀ ਰਿਹਾ, ਉਹ ਕਿਸ ਕਿਸਮ ਦੀਆਂ ਉਹਦੀਆਂ ਮਾਨਸਿਕ ਗੁੰਝਲਾਂ ਨੇ। ਤਾਂ ਇਵੇਂ ਚੀਜ਼ਾਂ ਜਿਹੜੀਆਂ ਤੁਹਾਡੀ ਪਕੜ 'ਚ ਆਉਂਦੀਆਂ ਜਾਂਦੀਆਂ। ਬੇਸਿਕਲੀ ਲੇਖਕ ਦਾ ਤਾਂ ਫਰਜ਼ ਆ ਵੀ ਉਹਨੇ ਬੰਦੇ ਦੀ ਤਕਲੀਫ ਦੀ ਗੱਲ ਕਰਨੀ, ਉਹਦੇ ਦੁੱਖਾਂ ਸੁੱਖਾਂ ਦੀ ਗੱਲ ਕਰਨੀ, ਉਹਦੇ ਮਸਲਿਆਂ ਦੀ ਗੱਲ ਕਰਨੀ। ਪਿੰਡ ਜਾਂ ਸ਼ਹਿਰ ਤੱਕ ਸ਼ਾਇਦ ਸੈਕਿੰਡ ਗੱਲ ਆ। ਬੰਦਾ ਵਾ, ਉਹ ਜਿੱਥੇ ਮਰਜੀ ਜਿਹੜੇ ਮਰਜੀ ਹਾਲਾਤ 'ਚ ਵਸ ਰਿਹਾ ਹੋਵੇ, ਜਿਹੜੀ ਮਰਜੀ ਧਰਤੀ ਤੇ ਵਸ ਰਿਹਾ ਹੋਵੇ। ਸੋ ਵੈਸੇ ਮੇਰਾ ਕੇਂਦਰ ਇਸ ਗੱਲ ਤੇ ਆ ਕਿ ਮੈਂ ਮਨੁੱਖ ਦੀ ਗੱਲ ਕਰਨੀ ਆ, ਉਹਦੀਆਂ ਸਮੱਸਿਆਵਾਂ ਦੀ, ਦੁੱਖਾਂ ਸੁੱਖਾਂ ਦੀ ਗੱਲ ਕਰਨੀ। ਸੋ ਇਸ ਕਰਕੇ ਸ਼ਹਿਰ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਲਿਖਾਂਗੇ, ਸਮਝਾਂਗੇ, ਫੜਾਂਗੇ। ਪਰ ਕਿਉਂਕਿ ਬਹੁਤਾ ਹਿੱਸਾ ਪਿੰਡ ਜੀ ਆ ਹੋਣ ਕਰਕੇ ਥੋੜ੍ਹੀ ਜਿਹੀ ਕਹਿ ਲਓ ਕਿ ਅਜੇ ਪਿੰਡ ਮਨ 'ਤੇ ਹਾਵੀ ਆ। ਪਿੰਡ ਦਾ ਹੀਰੋ ਆ, ਮੈਨੂੰ ਵੀ ਹੈਗਾ, ਸਟਿਲ ਹੈਗਾ ਮੈਨੂੰ ਮੇਰੇ ਪਿੰਡ ਛੱਡਣ ਦਾ ਵੀ। ਤਾਂ ਉਹ ਇਹ ਚੀਜ਼ਾਂ ਇਸ ਕਰਕੇ ਕਈ ਵਾਰ ਲੱਗਦੀਆਂ ਹੁੰਦੀਆਂ, ਕਰਦੀਆਂ ਹੁੰਦੀਆਂ। ਅਦਰਵਾਈਜ਼ ਲੇਖਕ ਸਾਰਿਆਂ ਲਈ ਆ। ਤਾਂ ਜੇ ਕੋਈ ਸ਼ਹਿਰ ਦਾ ਪਾਤਰ ਪਾਠਕ ਪੜ੍ਹ ਰਿਹਾ ਤਾਂ ਆਪਾਂ ਉਹਦੇ ਲਈ ਵੀ ਲਿਖਣਾ। ਪਾਤਰਾਂ ਦੀਆਂ ਦੇਖੋ, ਪਾਠਕਾਂ ਦੀਆਂ ਤਾਂ ਹਰ ਇੱਕ ਦਾ ਆਪਣਾ ਫਲੇਵਰ ਆ। ਮੈਨੂੰ ਯਾਦ ਆ ਵੀ ਇੱਕ ਦੋ ਲੋਕ ਜਿਹੜੇ ਨਿਰੰਤਰ ਪੜ੍ਹਦੇ ਆ, ਉਹ ਹੁੰਦਾ ਕਈ ਵਾਰ ਨਾ ਵੀ ਉਹਨਾਂ ਨੇ ਪਹਿਲੀ ਕਿਤਾਬ ਵੀ ਪੜ੍ਹੀ ਔਰ ਲਾਸਟ ਵਾਲੀ ਕਿਤਾਬ ਵੀ ਤੁਹਾਡੀ ਪੜ੍ਹ ਰਹੇ, ਤੁਹਾਡੇ ਸੰਪਰਕ 'ਚ ਵੀ ਨੇ। ਉਹਨਾਂ ਦੀ ਇਹ ਬਹੁਤ ਸ਼ਿਕਾਇਤ ਹੁੰਦੀ ਕਿ ਉਦਾਸ ਪਾਤਰ ਔਰ ਟ੍ਰੈਜਡਿਕ ਐਂਡ ਇਹ ਨਹੀਂ ਹੋਣਾ ਚਾਹੀਦਾ। ਇਹੀ ਸਵਾਲ ਅਗਲਾ ਤਾਂ ਹਾਂ, ਤੇ ਵੀ ਤੁਸੀਂ ਕੁਝ ਹੱਸਦੇ ਲੋਕਾਂ ਦੀ ਕਹਾਣੀ ਲਿਖੋ। ਤਾਂ ਮੈਨੂੰ ਹਮੇਸ਼ਾ ਮੈਂ ਉਹਨਾਂ ਨੂੰ ਵੀ ਜਵਾਬ ਦੇਣਾ ਹੁੰਦਾ ਵੀ ਮੈਨੂੰ ਇਉਂ ਨਹੀਂ ਪਤਾ ਵੀ ਮੈਂ ਉਹ ਹੱਸਦੇ ਲੋਕਾਂ ਦੀ ਕਹਾਣੀ ਕਿਵੇਂ ਲਿਖਾਂ ਜਾਂ ਕਦੋਂ ਲਿਖੂੰਗਾ। ਕਿਉਂਕਿ ਵੀ ਮੇਰੀ ਆਪਣੀ ਸਮਝ ਮੁਤਾਬਕ ਮੈਨੂੰ ਐਂ ਲੱਗਦਾ ਵੀ ਜਿੱਥੇ ਕਿਤੇ ਕੁਝ ਘੱਟ ਆ ਲੇਖਕ ਤਾਂ ਉਹਦੀ ਗੱਲ ਕਰਨੀ ਹੁੰਦੀ ਆ ਸਭ ਤੋਂ ਪਹਿਲਾਂ। ਤਾਂ ਵੀ ਕੋਈ ਬੰਦਾ ਦੁੱਖ 'ਚ ਉਹਦੇ ਦੁੱਖ ਦੀ ਗੱਲ ਕਰਨੀ ਆ, ਕੋਈ ਬੰਦਾ ਤਕਲੀਫ 'ਚ ਉਹਦੀ ਤਕਲੀਫ ਦੀ ਗੱਲ ਕਰਨੀ ਆ। ਤਾਂ ਵੀ ਜਿਹੜਾ ਖੁਸ਼ ਆ ਉਹਦੀ ਗੱਲ ਕਰਨ ਦੀ ਮੈਨੂੰ ਇੰਨੀ ਲੋੜ ਨਹੀਂ। ਇੱਕ ਤਾਂ ਮੇਰਾ ਇਹ ਜਵਾਬ ਹੁੰਦਾ। ਪਰ ਦੂਸਰਾ ਨਾਲ ਇਹ ਵੀ ਹੁੰਦਾ ਵੀ ਬਿਲਕੁਲ ਆਪਾਂ ਉਹਨਾਂ ਲੋਕਾਂ ਦੀ ਗੱਲ ਵੀ ਕਰਾਂਗੇ, ਖੁਸ਼ੀ ਵਾਲੇ ਐਂਡ ਦੀਆਂ ਕਹਾਣੀਆਂ ਵੀ ਲਿਖਾਂਗੇ। ਤਾਂ ਫਿਰ ਮੈਂ ਐਸੇ ਦੋਸਤਾਂ ਲਈ ਇੱਕ ਅੱਧ ਹਲਕੀਆਂ ਫੁਲਕੀਆਂ ਕਹਾਣੀਆਂ ਵੀ ਲਿਖੀਆਂ। ਇੱਕ ਰਾਮਚੰਦ ਡਾਕੀਆ ਕਹਾਣੀ ਲਿਖੀ ਸੀ। ਉਹ ਡਾਕੀਏ ਦੀ ਕਹਾਣੀ ਆ ਵੀ ਜਿਹੜਾ ਕਿਸੇ ਦੀ ਚਿੱਠੀ ਨਹੀਂ, ਜਿਹੜਾ ਕਿਸੇ ਦਾ ਕੋਈ ਮਨੀ ਆਰਡਰ ਨਹੀਂ ਪਹੁੰਚਾ ਪਾਉਂਦਾ ਕਿਸੇ ਕਾਰਨ ਕਰਕੇ। ਉਹ ਬੜਾ ਸੈਡ ਆ ਵੀ ਯਾਰ ਉਹ ਬੰਦਾ ਉਡੀਕਦਾ ਸੀਗਾ, ਜਿੱਦਣ ਪਹੁੰਚਾਉਣ ਜਾਂਦਾ ਦੇਖਦਾ ਗਲੇ 'ਚ ਮਤਲਬ ਅਰਥੀ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਕਿਸੇ ਦੀ। ਉਹ ਡਰ ਜਾਂਦਾ ਵੀ ਇਹ ਤਾਂ ਉਹੀ ਮਰ ਗਿਆ, ਬੰਦਾ ਢਿੱਲਾ ਮੱਠਾ ਸੀਗਾ, ਵੀ ਮੈਂ ਤਾਂ ਬੜੀ ਮਾੜੀ ਗੱਲ ਕੀਤੀ, ਵੀ ਮੈਂ 30 ਸਾਲ ਬੜੀ ਤਨਦੇਹੀ ਨਾਲ ਡਿਊਟੀ ਕੀਤੀ, ਬੜੀ ਟਾਈਮਿੰਗ ਨਾਲ। ਤਾਂ ਕੱਲ੍ਹ ਮੈਂ ਚਿੱਠੀ ਨਾ ਦੇਣ ਆਇਆ ਇਹਦੀ, ਜਾਂ ਇਹਦਾ ਮਨੀ ਆਰਡਰ ਨਾ ਦੇਣ ਆਇਆ ਵੀ ਇਹ ਤਾਂ ਵਿਚਾਰਾ ਮਰ ਗਿਆ ਅਤੇ ਇਹ ਤਾਂ ਮੈਨੂੰ ਸਾਰੀ ਉਮਰ ਗਿਲਡ ਰਹੂਗਾ। ਮੈਨੂੰ ਤਾਂ ਮੇਰਾ ਬਾਪ ਵੀ ਸੁਪਨੇ 'ਚ ਆ ਕੇ ਕਹੂਗਾ ਵੀ ਤੂੰ ਕੁਤਾਹੀ ਕੀਤੀ ਆਪਣੇ ਕੰਮ ਤੋਂ। ਇਸ ਤਰ੍ਹਾਂ ਦੀਆਂ ਉਹ ਬੁਣਤਾਂ ਬੁਣਦਾ ਮਨ 'ਚ। ਪਰ ਬਾਅਦ 'ਚ ਕੁਝ ਛਿਣਾ ਬਾਅਦ ਉਹਨੂੰ ਪਤਾ ਲੱਗਦਾ ਉਹ ਨਹੀਂ, ਉਹਦਾ ਗਵਾਂਢੀ ਮਰਿਆ। ਉਹ ਬੜਾ ਖੁਸ਼ ਹੁੰਦਾ। ਉਹਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਆ ਵੀ ਮੈਂ ਮਨੀ ਆਰਡਰ ਵੀ ਪਹੁੰਚਾ ਲਿਆ ਔਰ ਪਲੱਸ ਉਹ ਬੰਦਾ ਜਿੰਦਾ ਜਾਗਦਾ, ਸ਼ੁਕਰ ਆ ਵੀ ਉਹਦੇ ਜਿੰਦਿਆਂ ਮੈਂ ਉਹਨੂੰ ਉਹਦਾ ਮਨੀ ਆਰਡਰ ਦੇ ਲਿਆ। ਸੋ ਫਿਰ ਇਸ ਤਰ੍ਹਾਂ ਦੀਆਂ ਖੁਸ਼ੀ ਵਾਲੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਵੇਂ ਦੀਆਂ ਚੀਜ਼ਾਂ ਹੈਗੀਆਂ ਨੇ। ਅਤੇ ਪਾਠਕਾਂ ਦਾ ਪਿਆਰ, ਉਹਨਾਂ ਲਈ ਲਿਖਣਾ, ਉਹਨਾਂ ਦੀਆਂ ਗੱਲਾਂ ਸੁਣ ਕੇ, ਉਹਨਾਂ ਦੀਆਂ ਗੱਲਾਂ ਸਮਝ ਕੇ, ਉਹਨਾਂ ਦੀਆਂ ਜ਼ਰੂਰਤਾਂ ਸਮਝ ਕੇ, ਉਹ ਵੀ ਲੇਖਕ ਦਾ ਮੈਨੂੰ ਲੱਗਦਾ ਫਰਜ਼ ਆ ਵੀ ਉਹ ਆਪਣੇ ਪੜ੍ਹਨ ਵਾਲਿਆਂ ਨੂੰ ਨਿਰਾਸ਼ ਨਾ ਕਰੇ। ਤਾਂ ਸਾਰੇ ਨਾਲ ਲੈ ਕੇ ਚੱਲਣੇ ਮੈਨੂੰ ਲੱਗਦਾ ਥੋੜ੍ਹੇ ਜ਼ਰੂਰੀ ਵੀ ਆ। ਤੁਹਾਡੇ ਇੱਕ ਦੋਸਤ ਕਵੀ ਨੇ, ਉਹਨਾਂ ਨੇ ਲਿਖਿਆ ਹੋਇਆ ਸੀ ਤੁਹਾਡੇ ਬਾਰੇ। ਉਹ ਕਹਿੰਦੇ ਵੀ ਮੈਨੂੰ ਕਹਾਣੀ ਦੀ ਇੰਨੀ ਸਮਝ ਨਹੀਂ, ਮੈਂ ਆਪਣੀ ਪਹਿਲੀ ਕਿਤਾਬ ਲੈ ਕੇ ਆ ਰਿਹਾ। ਪਰ ਤੁਹਾਡੇ ਬਾਰੇ ਲਿਖਿਆ ਹੋਇਆ ਸੀ ਕਿ ਤੁਸੀਂ ਅੰਦਰੋਂ ਬਹੁਤ ਉਦਾਸ ਤਬੀਅਤ ਦੇ ਹੋ, ਹੈ ਨਾ। ਬਹੁਤ ਗੁੱਝੇ ਜੇ ਇੱਕ ਢੰਗ ਦਾ ਤੁਹਾਡਾ ਲਹਿਜ਼ਾ ਹੈ ਆਪਣੇ ਆਪ ਨੂੰ ਲੈ ਕੇ। ਅਤੇ ਉਹੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਪਾਤਰਾਂ 'ਚ ਦਿਸਦੀਆਂ ਨੇ ਵੀ ਉਹ ਛਟਪਟਾਉਂਦੇ ਨੇ, ਉਹ ਬੇਚੈਨ ਨੇ ਸਾਰੇ ਪਾਤਰ। ਜਦੋਂ ਮੈਂ ਪਹਿਲੀ ਕਹਾਣੀ ਪੜ੍ਹੀ ਤੁਹਾਡੀ, ਹੈ ਨਾ, ਆਪਾਂ ਇੱਕ ਘਰ ਬਣਾਈਏ, ਉਹਦੇ 'ਚ ਵੀ ਮੈਨੂੰ ਉਹ ਚੀਜ਼ ਮਹਿਸੂਸ ਹੋਈ। ਫਿਰ ਮੈਂ ਇਸੇ ਕਿਤਾਬ 'ਚ ਦੂਜੀ ਕਹਾਣੀ ਪੜ੍ਹੀ, ਸਾਂਵਲੀ ਕੁੜੀ, ਉਹ 'ਚ ਵੀ ਮਤਲਬ ਮੈਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਮੈਂ ਉਸ ਕਹਾਣੀ ਦਾ ਐਂਡ ਕੁਛ ਹੋਰ ਦੇਖਣਾ ਚਾਹੁੰਦੀ ਸੀ, ਹੈ ਨਾ। ਅਤੇ ਇਹ ਚੀਜ਼ ਵੀ ਨਹੀਂ ਮੈਂ ਕਦੇ ਭੁੱਲਦੀ ਵੀ ਬਹੁਤ ਸਾਰੀਆਂ ਕਹਾਣੀਆਂ ਲੇਖਕ ਦਾ ਨਿੱਜ ਹੁੰਦੀਆਂ ਨੇ ਕਈ ਵਾਰੀ, ਅਤੇ ਉਹਨਾਂ ਨੂੰ ਪਾਤਰਾਂ ਦੇ ਮੂੰਹੋਂ ਅਖਵਾ ਦਿੰਦਾ। ਤੁਹਾਨੂੰ ਵੀ ਲੱਗਦਾ ਵੀ ਹਰ ਕਹਾਣੀ 'ਚ ਕਦੀ ਕਦੀ ਦਿਲ ਤੁਹਾਡਾ ਕਰਦਾ ਵੀ ਸਿਮਰਨ ਨੂੰ ਹੀ ਤੁਸੀਂ ਚਿੱਤਰਦੇ ਰਹਿੰਦੇ ਹੋ? ਮੈਂ ਇਹਦੇ ਬਾਰੇ ਇੱਕ ਹਰ ਇੱਕ ਥਾਂ ਇਹ ਗੱਲ ਕਹਿਣਾ ਹੁੰਦਾ ਵੀ ਲੇਖਕ ਹਰ ਕਹਾਣੀ 'ਚ ਹੁੰਦਾ। ਹਰ ਕਹਾਣੀ ਲੇਖਕ ਦੀ ਵੈਸੇ ਨਹੀਂ ਹੁੰਦੀ। ਇੱਕ ਤਾਂ ਗੱਲ ਇਹ ਹੈਗੀ ਆ। ਪਰ ਇਸ ਗੱਲ ਤੋਂ ਵੀ ਕਿਤੇ ਤੁਸੀਂ ਇਨਕਾਰ ਨਹੀਂ ਕਰ ਸਕਦੇ ਵੀ ਲਿਖਦਿਆਂ ਤੁਹਾਡਾ ਅਨੁਭਵ, ਤੁਹਾਡਾ ਆਪਣਾ ਮਨ, ਤੁਹਾਡੀ ਸੋਚ, ਸਾਰਾ ਕੁਝ ਵੀ ਕਿਤੇ ਪਾਸੇ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਵੀ ਮੰਨ ਲਓ ਮੇਰਾ ਪਾਤਰ ਰੰਗ ਦੀ ਗੱਲ ਕਰਨ ਲੱਗਾ ਤਾਂ ਪਾਤਰ ਤਾਂ ਮੈਂ ਬਣਾਇਆ, ਹੋ ਸਕਦਾ ਵੀ ਮੈਂ ਉਹਦੇ ਮੂੰਹ ਆਪਣੀ ਪਸੰਦ ਦਾ ਰੰਗ ਖਵਾ ਦਾਂ,
ਮੈਂ ਮੇਰੀ ਪਸੰਦ ਦਾ ਫਲ ਉਹਨੂੰ ਖਵਾ ਦਾਂ। ਸੋ ਐਵੇਂ ਦੀਆਂ ਚੀਜ਼ਾਂ ਵੀ ਲੇਖਕ ਕਰਦਾ। ਲੇਖਕ ਕਿਤੇ ਨਾ ਕਿਤੇ ਥੋੜੇ ਬਹੁਤੇ ਰੂਪ 'ਚ ਤਾਂ ਸ਼ਾਮਲ ਹੀ ਹੁੰਦਾ, ਬਿਨਾਂ ਸ਼ੱਕ ਸ਼ਾਮਲ ਹੁੰਦਾ, ਉਹ ਕਰਦਾ ਹੀ ਆ। ਪਰ ਇਹ ਹੈਗਾ ਕਿ ਜਿਹੜੀ ਕਹਾਣੀਆਂ ਦੇ ਐਂਡ ਦੀ ਗੱਲ ਆ, ਜਿਵੇਂ ਤੁਸੀਂ ਕਹਿ ਰਹੇ ਆ ਵੀ ਮੈਨੂੰ ਲੱਗਿਆ ਕਿ ਐਵੇਂ ਹੋਣਾ ਚਾਹੀਦਾ, ਐਵੇਂ ਵੀ ਹੈ ਆ, ਸਭ ਨੂੰ ਲੱਗਦਾ ਕਿ ਇੰਝ ਹੋਣਾ ਚਾਹੀਦਾ। ਪਰ ਕਈ ਵਾਰ ਇਹ ਹੁੰਦਾ ਕਿ ਲੇਖਕ ਪਤਾ ਨਹੀਂ ਕਿਹੜੇ ਵਹਾਅ 'ਚ ਕੀ ਸੋਚ ਕੇ ਉਹਨੇ ਲਿਖਿਆ ਹੁੰਦਾ, ਕਿਉਂ ਲਿਖਿਆ ਹੁੰਦਾ, ਔਰ ਲਿਖਦਿਆਂ ਉਹਦੇ ਜ਼ਿਹਨ 'ਚ ਕੀ ਹੁੰਦਾ। ਬਹੁਤ ਵਾਰ ਮੇਰੇ ਨਾਲ ਇੰਝ ਵੀ ਹੋਇਆ ਵੀ ਆਪਾਂ ਆਪਣੀ ਗੱਲ ਵੱਲ ਵੀ ਮੁੜ ਕੇ ਆਵਾਂਗੇ ਉੱਥੇ ਵੀ ਮੈਂ ਕੋਈ ਕਹਾਣੀ ਸ਼ੁਰੂ ਕੀਤੀ, ਉਹ ਕਿਸੇ ਕਾਰਨ ਕਰਕੇ ਰਹਿ ਗਈ, ਹੈ ਨਾ, ਲਿਖੀ ਨਹੀਂ। ਤਾਂ ਬਹੁਤ ਵਾਰ ਇਹ ਹੁੰਦਾ ਵੀ ਮੇਰੇ ਕੋਲ 2-2 4-4 ਸਾਲ ਪੁਰਾਣੀਆਂ, 5 ਸਾਲ ਪੁਰਾਣੀਆਂ 2-2 ਸਫ਼ੇ ਲਿਖੇ ਪਏ, ਮੈਂ ਸੋਚ ਰਿਹਾ ਵੀ ਦੁਬਾਰਾ ਇਹਨਾਂ ਨੂੰ ਦੇਖਦਾ। ਫਿਰ ਮੈਨੂੰ ਉਸ ਤਰ੍ਹਾਂ ਨਹੀਂ ਸਮਝ ਆਉਂਦੀ ਵੀ ਮੈਂ ਉਦੋਂ ਕਿਉਂ ਲਿਖ ਰਿਹਾ ਸੀ ਇਹਦਾ, ਜਾਂ ਜਿਹੜੇ ਪਾਤਰ ਦੀ ਇਹ ਗੱਲ ਬਣਾਈ ਆ ਇਹ ਮੈਂ ਉਦੋਂ ਕਿਉਂ ਬਣਾਈ ਸੀ, ਕੀ ਸੋਚ ਕੇ ਬਣਾਈ ਸੀ, ਜਾਂ ਜਦੋਂ ਮੈਂ ਬਣਾ ਰਿਹਾ ਸੀ ਕਿਹੜੀ ਇੱਕ ਸਟੋਰੀ ਲਾਈਨ ਮੇਰੇ ਮਨ 'ਚ ਚੱਲ ਰਹੀ ਸੀ। ਉਹ ਵਿਹਾਅ ਹੁੰਦੇ ਆ ਮੈਨੂੰ ਲੱਗਦਾ, ਹੈ ਨਾ। ਦੂਸਰੀ ਗੱਲ ਜਿਹੜੀ ਉਦਾਸੀ ਵਾਲੀ, ਅੰਦਰੋਂ ਉਦਾਸੀ ਵਾਲੀ, ਮੈਨੂੰ ਲੱਗਦਾ ਕਿ ਉਹ ਹਰੇਕ ਸੈਂਸਿਟਿਵ ਬੰਦੇ ਦਾ ਆਪਣੀ ਤਰ੍ਹਾਂ ਦਾ ਇੱਕ ਹੁੰਦਾ ਵੀ ਤੁਸੀਂ ਥੋੜ੍ਹਾ ਜਿਹਾ ਗਹਿਰ ਗੰਭੀਰ ਰਹਿੰਦੇ ਆ, ਉਸ ਤਰ੍ਹਾਂ ਦਾ ਤੁਹਾਡਾ ਨੇਚਰ ਨਹੀਂ ਹੁੰਦਾ। ਜਾਂ ਜਿਵੇਂ ਮੈਂ ਕਿਹਾ ਵੀ ਮੈਂ ਸ਼ੁਰੂ ਤੋਂ ਸੰਗਤ ਇੱਦਾਂ ਦੀ ਰਹੀ, ਮਾਹੌਲ ਇੱਦਾਂ ਰਿਹਾ, ਜਾਂ ਤੁਹਾਡੀ ਪੈਦਾਇਸ਼ ਇੱਦਾਂ ਦੀ, ਤੁਹਾਡੀ ਪਰਵਰਿਸ਼ ਇੱਦਾਂ ਦੀ ਵੀ ਸਾਊ ਜੇ ਬਣ ਕੇ, ਅਤੇ ਬਸ ਉਹ ਇੱਕ ਤਾਂ ਉਹਦਾ ਕਰਕੇ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹੋ ਸਕਦਾ ਕਿ ਮੈਂ ਥੋੜ੍ਹਾ ਸੈਂਸਿਟਿਵ ਔਰ ਜ਼ਿਆਦਾ ਰਫ ਟਫ ਕਿਸਮ ਦਾ, ਆਵਾਰਗੀ ਕਿਸਮ ਦਾ। ਇੰਜ ਨਹੀਂ ਵੀ ਜਿਵੇਂ ਮਤਲਬ ਮੈਨੂੰ ਯਾਦ ਆ ਵੀ ਪੜ੍ਹਦਿਆਂ ਕਰਦਿਆਂ ਇੰਜ ਨਹੀਂ ਕਿ ਜਿਵੇਂ ਮੈਂ ਹੁਣ ਕਈ ਲੋਕਾਂ ਦਾ ਪੜ੍ਹਦਾ ਵੀ ਉਹ ਘਰੋਂ ਕਾਲਜ ਗਏ ਤਾਂ 10ਵੇਂ ਦਿਨ ਘਰੇ ਮੁੜੇ, ਦੋਸਤਾਂ ਨਾਲ ਹੀ ਘੁੰਮਦੇ ਰਹੇ, ਹੈ ਨਾ। ਮੇਰੇ ਨਾਲ ਦੋਸਤ ਇੱਦਾਂ ਦੇ ਸੀਗੇ, ਨਾ ਮੈਂ ਇੱਦਾਂ ਦਾ ਕੀਤਾ। ਸੋ ਉਹ ਚੀਜ਼ਾਂ ਹੁੰਦੀਆਂ। ਤਾਂ ਪਰ ਉਸ ਕਿਸਮ ਦੀ ਕੋਈ ਦੁੱਖ ਵਾਲੀ ਉਦਾਸੀ ਵੀ ਮੈਨੂੰ ਨਹੀਂ ਹੈ ਕਿ ਕੋਈ ਕਿਸੇ ਕਿਸਮ ਦੀ ਕੋਈ ਮੈਨੂੰ ਵੈਸੇ ਤਕਲੀਫ ਆ। ਪਰ ਇਹ ਉਸ ਕਿਸਮ ਦੀ ਉਦਾਸੀ ਜ਼ਰੂਰ ਹੈਗੀ ਕਿ ਤੁਸੀਂ ਸ਼ਾਂਤ ਸੁਭਾਅ ਦੇ ਹੁੰਦੇ ਹੋ, ਜਦੋਂ ਸੈਂਸਿਟਿਵ ਹੁੰਦੇ ਹੋ, ਤੁਹਾਨੂੰ ਰੌਲਾ ਰੱਪਾ ਨਹੀਂ ਚੰਗਾ ਲੱਗਦਾ, ਹੈ ਨਾ, ਖਲਾਰਾ ਨਹੀਂ ਚੰਗਾ ਲੱਗਦਾ। ਉਹ ਚੀਜ਼ਾਂ ਮੇਰੇ ਨੇਚਰ 'ਚ ਨਹੀਂ। ਵੀ ਜਿਵੇਂ ਮੈਂ ਤੁਹਾਨੂੰ ਬੜੀ ਇੱਕ ਨਿੱਜੀ ਜੀ ਆਪਣੇ ਬਾਰੇ ਗੱਲ ਦੱਸਦਾ ਵੀ ਸਾਊਂਡ ਦੀ ਮੈਨੂੰ ਇੰਨੀ ਸਮੱਸਿਆ ਵੀ ਮੈਂ ਬਾਥਰੂਮ 'ਚ ਨਹਾਉਣ ਜਾਊਂਗਾ ਤਾਂ ਜੇ ਟੂਟੀ ਛੱਡਦਾ ਤਾਂ, ਕਿਉਂਕਿ ਜਦੋਂ ਪਾਣੀ ਡਿੱਗਦਾ ਟੱਬ ਖਾਲੀ 'ਚ ਤਾਂ ਬੜੀ ਆਵਾਜ਼ ਕਰਦਾ, ਮੈਨੂੰ ਬਹੁਤ ਦੁੱਖ ਦਿੰਦੀ ਗੱਲ। ਤਾਂ ਮੈਂ ਬਹੁਤ ਥੋੜ੍ਹੀ ਜਿਹੀ ਟੂਟੀ ਛੱਡੂੰਗਾ ਵੀ ਜੇ ਮੈਂ ਮਤਲਬ 15 ਮਿੰਟ ਪਹਿਲਾਂ ਬੇਸ਼ੱਕ ਛੱਡ ਆਵਾਂ, ਵੀ ਥੋੜ੍ਹਾ ਥੋੜ੍ਹਾ ਪਾਣੀ ਡੁੱਲਦਾ ਰਵੇ, ਮਤਲਬ ਮੇਰੇ ਨਹਾਉਣ ਜੋਗਾ ਭਰ ਜੇ, ਪਰ ਸਾਊਂਡ ਨਾ ਹੋਵੇ। ਪੱਖਾ ਘੱਟ ਸਪੀਡ 'ਤੇ ਚਲਾਊਂਗਾ ਕਿਉਂਕਿ ਇਹਦੀ ਆਵਾਜ਼ ਮੈਨੂੰ ਬੜਾ ਤੰਗ ਕਰਦੀ ਹੈ। ਕੋਈ ਅਲਮੀਰਾ ਖੋਲ੍ਹਣੀ ਆ, ਮੈਨੂੰ ਬੜਾ ਰਹਿੰਦਾ ਕਿ ਬਹੁਤ ਹੌਲੀ ਖੋਲ੍ਹਾਂ, ਇਹ ਸਾਊਂਡ ਨਾ ਕਰੇ। ਰਾਤ ਨੂੰ ਉੱਠ ਕੇ ਜੇ ਮੈਨੂੰ ਪਾਣੀ ਪੀਣਾ ਪੈ ਜੇ ਤਾਂ ਮੈਂ ਮਤਲਬ ਚੋਰਾਂ ਵਾਂਗੂ ਜਾਊਂਗਾ ਰਸੋਈ 'ਚ ਪਾਣੀ ਪੀਣ, ਵੀ ਖੜਾਕ ਨਾ ਹੋਵੇ। ਸੋ ਤੁਹਾਡੀ ਤਬੀਅਤ ਹੁੰਦੀ ਮੈਨੂੰ ਲੱਗਦਾ ਕਈ ਚੀਜ਼ਾਂ ਪ੍ਰਤੀ ਨਾ, ਵੀ ਤੁਸੀਂ ਬਣ ਜਾਂਦੇ ਇੱਦਾਂ ਦੇ। ਮਤਲਬ ਇਹ ਮੈਂ ਮਾਸਾ ਜਿੰਨਾ ਵੀ ਇਹਦੇ 'ਚ ਕੁਝ ਕਰਕੇ ਨਹੀਂ ਕਰ ਰਿਹਾ ਵੀ ਮਤਲਬ ਮੈਨੂੰ ਕਿਸੇ ਨੇ ਕਿਹਾ ਥੋੜ੍ਹੀ ਵੀ ਤੂੰ ਟੂਟੀ ਹੌਲੀ ਛੱਡ, ਜਾਂ ਕੋਈ ਇੰਨਾ ਜ਼ਿਆਦਾ ਬਘਿਆੜ ਪੈਂਦਾ ਵੀ ਆਲੇ ਦੁਆਲੇ ਸੁਣ ਜਾਂਦਾ ਵੀ ਟੂਟੀ ਛੱਡਤੀ ਇਹਨੇ, ਜਾਂ ਕਿਸੇ ਨੂੰ ਸਮੱਸਿਆ, ਬਾਕੀ ਸਾਰੇ ਲੋਕ ਘਰ ਦੀ ਉਵੇਂ ਟੂਟੀ ਛੱਡ ਰਹੇ ਵੀ ਫੁੱਲ ਟੂਟੀ ਛੱਡੀ, ਟੱਬ ਭਰਿਆ, ਨਹਾ ਲਿਆ। ਉਹਨੇ ਮੇਰੀ ਸਮੱਸਿਆ ਨਿੱਜੀ ਵੀ ਮੈਨੂੰ ਨਹੀਂ ਗਵਾਰਾ ਵੀ ਇਹ ਇੰਨੀ ਜ਼ਿਆਦਾ ਆਵਾਜ਼ ਕਰੇ, ਮੈਨੂੰ ਗਰਮੀ ਲੱਗੀ ਜਾਵੇ, ਬੇਸ਼ੱਕ ਮੈਂ ਫੁੱਲ ਪੱਖਾ ਨਹੀਂ ਚਲਾ ਕੇ ਰਾਜੀ। ਇਹ ਹੁਣ ਮੇਰੀ ਆਪਣੀ ਦਿੱਕਤ ਆ, ਹੈ ਨਾ। ਸੋ ਤੁਹਾਡੀ ਤਬੀਅਤ ਬਣ ਜਾਂਦੀ ਹੈ ਇਸ ਕਿਸਮ ਦੀ। ਸੋ ਉਹ ਚੀਜ਼ਾਂ ਫਿਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਲੇਖਕ ਤਾਂ ਹਰੇਕ ਰਚਨਾ 'ਚ ਬੈਠਾ, ਲੇਖਕ ਤਾਂ ਹਰੇਕ ਉਹਦੇ ਨਾਲ ਬੈਠਾ, ਪਾਤਰ ਦੇ ਨਾਲ ਬੈਠਾ, ਪਾਤਰ ਦੇ ਮਨ ਨੂੰ ਸਮਝ ਰਿਹਾ, ਸਮਝਾ ਰਿਹਾ। ਤਾਂ ਫਿਰ ਯਕੀਨਨ ਕਿਤੇ ਨਾ ਕਿਤੇ ਥੋੜ੍ਹੇ ਪਾਤਰ ਤਾਂ ਉਸ ਰੰਗ 'ਚ ਫਿਰ ਮੇਰੇ ਕੋਲੋਂ ਰੰਗੇ ਹੀ ਗਏ ਹੋਣਗੇ। ਮਤਲਬ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਐਂ ਲੱਗ ਰਿਹਾ ਵੀ ਘਰ ਦੇ ਨਹੀਂ ਤੰਗ ਹੋ ਜਾਂਦੇ ਵੀ ਇਹ ਕਿੱਦਾਂ ਦਾ ਮਾਹੌਲ ਹੈ? ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਘਰ ਦੇ ਤਾਂ ਸਮਝਦੇ ਹੁੰਦੇ ਆ ਵੀ ਲੇਖਕਾਂ ਨਾਲ ਰਹਿਣਾ ਬਹੁਤ ਵੱਡਾ ਔਖੀ ਗੱਲ ਆ, ਜਦ ਕਿ ਮੇਰਾ ਤਾਂ ਹਲੇ ਕੱਦ ਆ ਜਿਹੜਾ ਹੈ ਨਾ ਤੁਹਾਡੇ ਜਿੰਨਾ ਹੋਇਆ ਵੀ ਨਹੀਂ। ਮੈਂ ਕਦੀ ਕੋਈ ਕਹਾਣੀ ਲਿਖਾਂ ਉਦਾਸ ਤਾਂ ਕੁਛ ਕੁ ਪਲਾਂ ਲਈ ਮੂਡ ਉਵੇਂ ਦਾ ਹੀ ਹੋ ਜਾਂਦਾ ਹੈ ਨਾ। ਤਾਂ ਫਿਰ ਮੈਨੂੰ ਘਰ ਦੇ ਟੌਂਟ ਕਰਦੇ ਆ ਵੀ ਹਰ ਵੇਲੇ ਸ਼ਿਵ ਕੁਮਾਰ ਦੀ ਭੈਣ ਤੂੰ ਬਣੀ ਰਹਿੰਦੀ ਹੈ ਨਾ, ਵੀ ਘਰ 'ਚ ਮਾਹੌਲ ਨਾ ਬਣਾ। ਤੇ ਤੁਹਾਨੂੰ ਨਹੀਂ ਕਹਿੰਦੇ ਵੀ ਬੜੇ ਤੰਗ ਹੋਏ ਪਏ ਅਸੀਂ ਤਾਂ ਇਹੋ ਜਿਹੇ ਮਾਹੌਲ ਤੋਂ? ਹਾਂ ਨਹੀਂ, ਪਰ ਮੇਰੇ 'ਚ ਇਹ ਵੀ ਇੱਕ ਕਹਿ ਲਓ ਖਾਸੀਅਤ, ਗੁਣ ਕਹਿ ਲਓ, ਜੋ ਮਰਜ਼ੀ ਕਹਿ ਲਓ, ਵੀ ਇੱਕ ਤਾਂ ਇੰਜ ਨਹੀਂ ਹੈ ਮੈਂ ਬਾਹਰ ਆ ਜਾਂਦਾ, ਮਤਲਬ ਐ ਨਹੀਂ ਕਿ ਕਹਾਣੀ ਲਿਖ ਰਿਹਾ ਤਾਂ ਮੈਂ ਬੜਾ ਖੁੱਭ ਗਿਆ ਉਹਦੇ 'ਚ ਰੋ ਰਿਹਾ ਜਾਂ ਦਿਸ ਡੈਟ, ਮੈਂ ਬਾਹਰ ਆ ਜਾਂਦਾ, ਕੋਈ ਉਦਾਸੀ ਦਾ ਉਸ ਕਿਸਮ ਦਾ ਨਹੀਂ। ਅਤੇ ਦੂਸਰਾ ਮੈਂ ਇਹ ਬਹੁਤ ਜ਼ਿਆਦਾ ਕਲੀਅਰ ਹਾਂ ਵੀ ਮੇਰਾ ਪੈਟਰਨ ਦੂਜੇ 'ਤੇ ਕਦੇ ਨਹੀਂ ਥੋਪਦਾ। ਵੀ ਮੈਨੂੰ ਜੋ ਚੰਗਾ ਲੱਗਦਾ ਵੀ ਮੈਂ ਸੋਚਾਂ ਦੂਜਾ ਵੀ ਉਵੇਂ ਕਰੇ ਜਾਂ ਉਵੇਂ ਜੀਵੇ। ਜਿਵੇਂ ਆ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਟੂਟੀ ਵਾਲੀਆਂ, ਅਲਮਾਰੀ ਖੋਲ੍ਹਣ ਵਾਲੀਆਂ ਜਾਂ ਹੋਰ ਵੀ, ਇਹ ਮੇਰੇ ਘਰ 'ਚ ਕਿਸੇ ਨੂੰ ਨਹੀਂ ਪਤਾ ਅੱਜ ਤੋਂ ਪਹਿਲਾਂ, ਤੁਹਾਨੂੰ ਦੱਸਣ ਤੋਂ ਪਹਿਲਾਂ ਘਰਦਿਆਂ ਨੂੰ ਵੀ ਨਹੀਂ ਪਤਾ ਵੀ ਐਕਚੁਅਲ ਚੇਂਜ। ਉਹਨਾਂ ਲਈ ਤਾਂ ਕੈਜੂਅਲ ਆ ਵੀ ਇਹ ਨਹਾਉਣ ਗਿਆ ਜਾਂ ਮਾੜਾ ਜਿਹਾ ਪਾਣੀ ਛੱਡ ਆਇਆ ਅਤੇ ਅਸਲੇ ਮਸਲੇ ਕਰ ਰਿਹਾ, ਕਦੇ ਟਾਵਲ ਚੁੱਕ, ਕਦੇ। ਉਹਨਾਂ ਨੂੰ ਨਹੀਂ ਪਤਾ ਵੀ ਇਹ ਸੋਚੀ ਸਮਝੀ ਸਕੀਮ ਤਹਿਤ ਐਂ ਕਰ ਰਿਹਾ, ਕਿਸੇ ਨੂੰ ਨਹੀਂ ਪਤਾ।
ਇਹ ਤਾਂ ਮੈਂ ਅੱਜ ਇਕਬਾਲ ਕੀਤਾ ਇਸ ਗੱਲ ਦਾ ਵੀ ਮੈਂ ਤਾਂ ਕਰਦਾ ਵੀ ਮੈਨੂੰ ਰੌਲਾ ਨਹੀਂ ਪਸੰਦ। ਹਾਂ, ਪੱਖੇ ਤੋਂ ਕਦੇ ਕਦੇ ਜ਼ਰੂਰ ਐ ਹੋਇਆ ਵੀ ਕਹਿਣਗੇ ਵੀ ਤੈਨੂੰ ਨਹੀਂ ਗਰਮੀ ਲੱਗਦੀ, ਸਾਨੂੰ ਤਾਂ ਲੱਗਦੀ ਹੈ ਨਾ, ਮੈਨੂੰ ਤਾਂ ਫੁੱਲ ਕਰਦੇ ਕਾਹਤੋਂ ਘੱਟ ਕਰਿਆ। ਸੋ ਉਹ ਮਾੜਾ ਮੋਟਾ, ਪਰ ਸਾਹਿਤ ਨੂੰ ਜਾਂ ਕਹਿ ਲਓ ਲੇਖਕ ਤੇ ਇੱਕ ਆਮ ਬੰਦੇ ਨੂੰ ਮੈਂ ਮਿਕਸ ਨਹੀਂ ਹੋਣ ਦਿੱਤਾ। ਨਾ ਹੀ 24 ਘੰਟੇ ਮੈਂ ਲੇਖਕ ਹਾਂ, ਹੈ ਨਾ। ਤਾਂ ਜਦੋਂ ਮੈਂ ਲੇਖਕ ਹਾਂ ਉਦੋਂ ਮੈਂ ਲੇਖਕ ਹਾਂ, ਜਦੋਂ ਮੈਂ ਮਤਲਬ ਇੱਕ ਨੋਰਮਲ ਬੰਦਾ ਆਮ ਇਨਸਾਨ ਆ ਕਾਲਜ ਜਾਂਦਾ ਮੈਂ ਸਪੋਜ਼, ਤਾਂ ਘਰ ਮੈਂ ਪਿੱਛੇ ਛੱਡ ਕੇ ਜਾਂਦਾ। ਕਦੇ ਮੇਰੇ ਜ਼ਿਹਨ 'ਚ ਨਹੀਂ ਆਇਆ ਵੀ ਪਿੱਛੇ ਕੀ ਹੋ ਗਿਆ, ਕਿਉਂਕਿ ਮੈਂ ਬਹੁਤ ਕਲੀਅਰ ਇਸ ਗੱਲ ਲਈ ਵੀ ਜੇ ਕੁਛ ਕੋਈ ਲੋੜ ਪੈ ਜੂ ਮੇਰੀ ਤਾਂ ਆਪੇ ਫੋਨ ਕਰ ਲੈਣਗੇ। ਘਰੇ ਆ ਕੇ ਮੈਂ ਕਦੇ ਕਾਲਜ ਨੂੰ ਯਾਦ ਨਹੀਂ ਕੀਤਾ, ਕੋਈ ਕੰਮ ਨਹੀਂ ਲੈ ਕੇ ਆਉਣਾ, ਕੋਈ ਗੱਲ ਨਹੀਂ ਲੈ ਕੇ ਆਉਣੀ, ਕੋਈ ਗੌਸਪ ਨਹੀਂ ਲੈ ਕੇ ਆਉਣੀ, ਨੈਵਰ। ਮਤਲਬ ਵੀ ਮੇਰੇ ਸਟਾਈਲ 'ਚ ਸ਼ਾਮਲ ਆ ਵੀ ਇੱਕ ਚੀਜ਼ ਦੂਜੀ 'ਚ ਕਦੇ ਮਿਕਸ ਨਹੀਂ ਕਰਨੀ। ਮਤਲਬ ਮੇਰੀ ਵਾਈਫ ਨੂੰ ਬਹੁਤ ਵਾਰੀ ਸ਼ਿਕਾਇਤ ਹੁੰਦੀ ਵੀ ਤੂੰ ਮੈਨੂੰ ਕਦੇ ਕਾਲਜ ਦੀ ਗੱਲ ਨਹੀਂ ਕਦੇ ਦੱਸੀ। ਤਾਂ ਮੇਰਾ ਇਹੀ ਆ ਕਿ ਜੇ ਕੁਝ ਬਹੁਤ ਖਾਸ ਆ ਦੱਸਣ ਲਾਇਕ ਆ ਤਾਂ ਮੈਂ ਜ਼ਰੂਰ ਦੱਸ ਦੂੰਗਾ, ਅਦਰਵਾਈਜ਼ ਉੱਤੇ ਤਾਂ ਨਿੱਕਾ ਨਿੱਕਾ ਰੋਜ਼ ਬੜਾ ਕੁਝ ਹੁੰਦਾ ਵੀ ਕਿਸੇ ਦਾ ਕੁਛ ਸੀਗਾ, ਕੋਈ ਲੜ ਪਿਆ, ਕੋਈ ਭਿੜ ਪਿਆ, ਕਿਸੇ ਨੇ ਹੈੱਡ ਨਾਲ ਬਹਿਸ ਲਿਆ, ਹੈੱਡ ਨੇ ਕਿਸੇ ਨੂੰ ਡਾਂਟਤਾ, ਹੈ ਨਾ, ਬੜਾ ਕੁਝ ਇੱਦਾਂ ਦਾ। ਤਾਂ ਵੀ ਉਹ ਗੱਲਾਂ ਦੁਹਰਾਉਣ ਦਾ ਕਰਨ ਦਾ ਕੋਈ ਕੰਮ ਨਹੀਂ, ਜਾਂ ਨਿੱਕੀਆਂ ਨਿੱਕੀਆਂ ਰੋਜ਼ ਸੈਂਕੜੇ ਚੀਜ਼ਾਂ ਵਾਪਰਦੀਆਂ ਵੀ ਉਹ ਕਰਨ ਦਾ ਕੋਈ ਫਨ ਨਹੀਂਗਾ। ਸੋ ਮੈਂ ਮਿਕਸ ਨਹੀਂ ਹੋਣ ਦਿੰਦਾ ਕਦੇ। ਤਾਂ ਨਾ ਹੀ ਉਦਾਸੀ ਵਾਲੀ ਕਹਾਣੀ ਦਾ ਮੇਰੀ ਕਦੇ ਉਸ ਤਰ੍ਹਾਂ ਦੀ ਜ਼ਿੰਦਗੀ 'ਤੇ ਮੈਂ ਅਸਰ ਹੋਣ ਦਿੱਤਾ ਕਿ ਮੈਂ ਲਿਖ ਕੇ ਉਦਾਸ ਹੋ ਗਿਆ। ਮੈਂ ਦੂਸਰੀ ਸ਼ਾਇਦ ਮਤਲਬ ਹੁਣ ਇਹ ਗੱਲ ਵੀ ਹੈਗੀ ਆ ਵੀ ਮੇ ਵੀ ਇਹ ਜਿਵੇਂ ਤੁਸੀਂ ਕਿਹਾ ਘਰ ਦੇ ਕਹਿੰਦੇ ਸ਼ਿਵ ਦੀ ਭੈਣ, ਮੇ ਵੀ ਸ਼ਾਇਰਾਂ ਦੇ ਹਿੱਸੇ ਵੱਧ ਇਹ ਗੱਲ ਆਈ ਹੋਵੇ। ਅਸੀਂ ਕਹਾਣੀ ਵਾਲੇ ਤਾਂ ਥੋੜ੍ਹਾ ਦਿਮਾਗ ਨਾਲ ਸੋਚਣ, ਕਿਉਂਕਿ ਸ਼ਾਇਰੀ ਦਾ ਦਿਲ ਨਾਲ ਨਾਤਾ, ਵਾਰਤਕ ਦਾ ਜਾਂ ਹੈ ਨਾ ਇਸ ਕਿਸਮ ਦਾ, ਇਹ ਤਾਂ ਸਾਡਾ ਦਿਮਾਗ ਦੀ ਉਪਜ ਆ। ਤਾਂ ਦਿਮਾਗ ਸਿਆਣਾ ਹੁੰਦਾ ਉਹ ਮੰਨ ਜਾਂਦਾ ਵੀ ਇਹ ਕਹਾਣੀ ਆ, ਇਹ ਜ਼ਿੰਦਗੀ ਆ। ਦਿਲ ਦਾ ਮਾਮਲਾ ਹੁੰਦਾ ਫਿਰ ਸ਼ਾਇਦ ਥੋੜ੍ਹਾ ਜਿਹਾ ਔਖਿਆਂ ਕਰਦਾ। ਤਾਂ ਮੈਂ ਮੈਨੇਜ ਕਰ ਲੈਂਦਾ, ਯਾਨੀ ਕਿ ਦੋਵੇਂ ਚੀਜ਼ਾਂ। 2012 'ਚ ਤੁਹਾਡੀ ਕਿਤਾਬ ਆਈ ਬੱਚੇ, ਜਿਵੇਂ ਤੁਸੀਂ ਦੱਸਦੇ ਹੋ ਬਹੁਤ ਛੋਟੇ ਨੇ, ਹੈ ਨਾ। ਤਾਂ ਮੈਨੂੰ ਲੱਗਦਾ 2015-14 ਤੋਂ ਪਹਿਲਾਂ ਤਾਂ ਤੁਹਾਡਾ ਵਿਆਹ ਨਹੀਂ ਹੋਇਆ ਹੋਣਾ, ਹੈ ਨਾ। ਤਾਂ ਮੈਮ ਨੂੰ ਪਤਾ ਸੀ ਵੀ ਤੁਸੀਂ ਲਿਖਦੇ ਹੋ, ਅਤੇ ਇਹਨਾਂ ਦੀ ਤਬੀਅਤ ਕਿਵੇਂ ਆ, ਵੀ ਮਤਲਬ ਉਹ ਸਾਹਿਤ ਦੇ ਵਿੱਚ ਉਹਨਾਂ ਦੀ ਰੁਚੀ ਹੈਗੀ? ਪਤਾ ਹੀ ਹੋਣਾ ਸੀਗਾ, ਨੈਚੁਰਲ ਆ, ਪਤਾ ਲੱਗ ਹੀ ਜਾਂਦਾ, ਕਿਉਂਕਿ ਆਪਣੇ ਵਿਆਹ ਤਾਂ ਹੋਈ ਉਸ ਦੌਰ 'ਚ ਵੀ ਜਦੋਂ ਫੋਨ ਕਲਚਰ ਬਥੇਰਾ ਸੀਗਾ, ਸਾਰੀਆਂ ਗੱਲਾਂ ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਜਾਂ ਕੁਛ, ਜਾਂ ਫਿਰ ਇਹ ਵੀ ਹੁੰਦਾ ਵੀ ਜਿਵੇਂ ਬੰਦਾ ਦੱਸਦਾ ਹੀ ਆ, ਪਤਾ ਨਹੀਂ ਹੈ ਨਾ ਵੀ। ਉਹ ਮੈਨੂੰ ਹੁਣ ਗੱਲ ਯਾਦ ਆ ਗਈ, ਮੈਂ ਤੁਹਾਨੂੰ ਟੋਟਕਾ ਸੁਣਾ ਦਿੰਦਾ। ਸ਼ਾਇਦ ਵਰਿਆਮ ਸਿੰਘ ਸੰਧੂ ਹੁਣਾਂ ਨੇ ਸੁਣਾਇਆ ਸੀਗਾ ਵੀ ਕਿਤੇ ਲਿਖਿਆ ਸੀਗਾ ਵੀ ਵੇਖਣ ਵਾਲੇ ਆਏ ਅਤੇ ਮੈਂ 2-3 ਵਾਰ ਦੱਸਿਆ ਵੀ ਮੇਰੀ ਕਿਤਾਬ ਛਪੀ ਆ। ਉਹ ਕਹਿੰਦਾ ਵੀ ਤੂੰ ਕਰਦਾ ਕੀ ਆ ਇਹ ਦੱਸ। ਉਹ ਕਹਿੰਦਾ ਜੀ ਮੈਂ ਮਾਸਟਰ ਆ ਜੀ। ਉਹ ਵਾਹ ਦੱਸ ਨਾ ਵੀ ਕਿਤਾਬ ਨੂੰ, ਹੈ ਨਾ। ਤਾਂ ਉਹ ਸਾਡੇ ਵਰਗੇ ਦੱਸਣ ਤਾਂ ਪੈਂਦੇ ਹੀ ਆ ਫਿਰ, ਹੈ ਨਾ। ਜੇ ਅਗਲਾ ਕਹਿੰਦੇ ਵੀ ਤੂੰ ਕਰਦਾ ਕੀ, ਉਹ ਅੱਡ ਗੱਲ, ਤਾਂ ਪਤਾ ਸੀਗਾ। ਦੂਸਰਾ ਇਹ ਵੀ ਹੈਗਾ ਕਿ ਇਹਨਾਂ ਦਾ ਖੁਦ ਅੰਗਰੇਜ਼ੀ ਲਿਟਰੇਚਰ ਨਾਲ ਨਾਤਾ, ਹੈ ਨਾ। ਅੰਗਰੇਜ਼ੀ ਦੇ ਟੀਚਰ ਨੇ, ਤਾਂ ਲਿਟਰੇਚਰ ਨਾਲ ਨਾਤਾ ਉਸ ਤਰ੍ਹਾਂ ਦਾ ਤਾਂ ਹੈਗਾ ਹੀ ਆ ਵੀ ਮਤਲਬ ਕੋਈ ਬੜੀ ਓਪਰੀ ਗੱਲ ਨਹੀਂ ਸੀਗੀ। ਹਾਂ, ਜੇ ਕੋਈ ਆਮ ਕੁੜੀ ਹੋਵੇ ਵੀ ਜਿਹੜੀ ਜਿਹਨੇ ਸਿਰਫ ਸਕੂਲਿੰਗ ਕੀਤੀ ਆ ਜਾਂ ਉਸ ਤਰ੍ਹਾਂ ਦਾ, ਜਾਂ ਜਿਹਨੂੰ ਸਾਹਿਤ ਬਾਰੇ ਨਹੀਂ ਪਤਾ, ਤਾਂ ਉਹਦੇ ਲਈ ਮੇ ਵੀ ਓਪਰੀ ਗੱਲ ਹੋਵੇ। ਬਾਕੀ ਦੂਸਰੀ ਹੋਰ ਚੀਜ਼ ਵੀ ਆ ਵੀ ਜਿਵੇਂ ਹੁਣ ਮੇਰੇ ਬਾਕੀ ਰਿਸ਼ਤੇਦਾਰ ਵੀ ਆ, ਜੇ ਇੱਕ ਗੱਲ ਕਰਾਂ, ਮੇਰੀਆਂ ਭੂਆ, ਮਾਸੀਆਂ, ਦੂਜੇ ਤੀਜੇ ਸਾਰੇ, ਤਾਂ ਉਹਨਾਂ ਲਈ ਤਾਂ ਟੋਟਲੀ ਗੱਲਾਂ ਉੱਪਰੀਆਂ, ਪਰ ਉਹਨਾਂ ਨੂੰ ਇੰਨਾ ਜ਼ਰੂਰ ਪਤਾ ਵੀ ਇਸ ਕਿਸਮ ਦਾ ਕੁਛ ਕਰਦਾ ਜਿਹਾ ਰਹਿੰਦਾ। ਤਾਂ ਵੀ ਉਹਨਾਂ ਦੀ ਰਿਹਰਸਲ ਹੋ ਗਈ। ਹੁਣ ਐ ਕਹਿ ਲਓ ਵੀ ਜੇ ਤੁਸੀਂ ਆਏ ਆ, ਕੋਈ ਆ ਜੇ ਮੰਨ ਲਓ ਹੁਣੇ, ਤਾਂ ਉਹ ਦੇਖ ਕੇ ਆ ਸਾਰਾ ਕੁਝ ਵੀ ਇਹ ਕਰਦਾ ਹੁੰਦਾ, ਇਹੋ ਜਿਹੀਆਂ ਚੀਜ਼ਾਂ ਕਰੀ ਜਾਣ ਦੋ, ਪਰੇ ਹੀ ਚੱਲ ਜਾਣਗੇ ਵੀ ਇਹਨੂੰ ਲੱਗਾ ਰਹਿਣ ਦੋ। ਜਾਂ ਕਿਤਾਬਾਂ ਪਈਆਂ ਦੇਖ ਕੇ ਵੀ ਆ, ਉਹਨਾਂ ਨੇ ਕਦੇ ਸਵਾਲ ਨਹੀਂ ਕੀਤਾ ਵੀ ਇਹ ਆ ਕੀ ਰੱਖਿਆ ਤੂੰ, ਆ ਕੀ ਆ ਕਿਤਾਬਾਂ ਜਾਂ ਕਿਵੇਂ ਆ। ਉਹਨਾਂ ਨੂੰ ਪਤਾ ਵੀ ਇਹਦਾ ਕੁਛ ਇਸ ਢੰਗ ਦਾ ਚੱਲਦਾ ਚੁੱਲਦਾ ਵਾ, ਚੱਲੀ ਜਾਣ ਦੋ। ਸੋ ਉਹ ਪ੍ਰੈਕਟਿਸ ਹੋ ਗਈ ਸਾਰਿਆਂ ਦੀ ਮੇਰੇ ਨਾਲ ਰਹਿ ਕੇ। ਤਾਂ ਘਰਦਿਆਂ ਦੀ ਤਾਂ ਜਿਹੜੇ ਮੇਰੀ ਫੈਮਿਲੀ ਆ ਉਹਨਾਂ ਦਾ ਤਾਂ ਇਸ ਕਿਸਮ ਦਾ ਹੀ ਆ ਵੀ ਉਹਨਾਂ ਨੂੰ ਪਤਾ ਹੀ ਆ ਵੀ ਹੁਣ ਮੇਰੇ ਫਾਦਰ ਸਾਹਿਬ ਦਾ ਮੈਂ ਲਿਖਿਆ ਵੀ ਇੱਕ ਅੱਧ ਥਾਂ 'ਤੇ, ਸ਼ਾਇਦ ਤੁਸੀਂ ਪੜ੍ਹਿਆ ਵੀ ਹੋਵੇ ਵੀ ਉਹਨਾਂ ਦਾ ਬਹੁਤ ਸਾਇਲੈਂਟ ਨੇਚਰ ਸੀਗਾ। ਸ਼ਾਇਦ ਜੀਨਸ 'ਚ ਆਇਆ ਵੀ ਆ ਮੇਰੇ, ਜਿਵੇਂ ਪਹਿਲਾਂ ਗੱਲ ਕਰ ਰਹੇ ਸੀ। ਤਾਂ ਮੈਨੂੰ ਯਾਦ ਆ ਵੀ ਮੇਰੇ ਫਾਦਰ ਮੈਨੂੰ ਬੋਲ ਕੇ ਕਦੇ ਨਹੀਂ ਸੀ ਕੁਛ ਕਹਿੰਦੇ ਹੁੰਦੇ। ਉਹਨਾਂ ਦੀ ਡੈਥ ਹੋ ਗਈ 5-6 ਮਹੀਨੇ ਪਹਿਲਾਂ, ਅਕਤੂਬਰ ਦੇ ਵਿੱਚ। ਕਿਤਾਬ 'ਚ ਵੀ ਮੈਂ ਫੇਸਬੁੱਕ 'ਤੇ ਵੀ ਇੱਕ ਪੋਸਟ ਸੀਗੀ। ਤਾਂ ਮਤਲਬ ਉਹਨਾਂ ਨੇ ਬੋਲ ਕੇ ਕਦੇ ਨਹੀਂ ਸੀ ਕੁਛ ਕਿਹਾ। ਅਤੇ ਪਰ ਮੈਨੂੰ ਇਹ ਵੀ ਪਤਾ ਸੀਗਾ ਵੀ ਮੈਂ ਨਹੀਂ ਘਰ ਹੈਗਾ, ਤਾਂ ਜੇ ਤੁਸੀਂ ਆਏ ਆ ਤਾਂ ਤੁਹਾਨੂੰ ਦਿਖਾਉਣਗੇ ਵੀ ਰੁਪਿੰਦਰ ਆ ਦੇਖ ਇਹਦੀ ਕਿਤਾਬ। ਇਹ ਸਟਾਈਲ ਸੀ ਉਹਨਾਂ ਦਾ। ਅੱਛਾ ਜੀ। ਹਾਲ ਮੈਨੂੰ ਸ਼ਾਇਦ ਕਦੇ ਮੂੰਹ 'ਤੇ ਜਾਂ ਮੰਮੀ ਦੇ ਥਰੂ ਮੈਨੂੰ ਸੁਣਨ ਨੂੰ ਮਿਲ ਜਾਂਦਾ ਹੁੰਦਾ ਸੀਗਾ ਵੀ ਇਹ ਕੀ ਲੱਗਾ ਰਹਿੰਦਾ, ਐਵੇਂ ਕਰਦਾ ਰਹਿੰਦਾ, ਇਹ ਉਹ। ਪਰ ਅਦਰਵਾਈਜ਼ ਉਹ ਲੋਕਾਂ ਨੂੰ ਮੇਰੀਆਂ ਚੀਜ਼ਾਂ ਦਿਖਾਉਂਦੇ ਸੀਗੇ, ਹੈ ਨਾ। ਮੈਨੂੰ ਯਾਦ ਆ ਵੀ ਅਕੈਡਮੀ ਅਵਾਰਡ ਜਦੋਂ ਮਿਲਿਆ ਤਾਂ ਮੈਨੂੰ ਬੜਾ ਚਾਅ ਸੀਗਾ। ਤਾਂ ਜ਼ਿਆਦਾ ਚਾਅ ਡੈਡੀ ਨੂੰ ਦੱਸਣ ਦਾ ਸੀਗਾ ਵੀ ਮੈਂ ਬਾਹਰ ਸੀਗਾ ਕਿਤੇ। ਮੈਨੂੰ ਦਿੱਲੀ ਤੋਂ ਫੋਨ ਆਇਆ ਜਦੋਂ ਸਾਹਿਤ ਅਕੈਡਮੀ ਦੇ ਦਫ਼ਤਰ ਤੋਂ
ਵੀ ਤੁਹਾਨੂੰ ਸਾਹਿਤ ਅਕੈਡਮੀ ਦਾ ਜਿਹੜਾ ਇਹ ਅਵਾਰਡ ਦੇ ਰਹੇ ਹੈ ਨਾ। ਇਸ ਤਰ੍ਹਾਂ ਮੈਂ ਘਰੇ ਆਇਆ, ਡੈਡੀ ਨੂੰ ਦੱਸਿਆ, ਉਹਨਾਂ ਅਕੈਡਮੀ ਕੀ ਆ ਇੰਨਾ ਜ਼ਿਆਦਾ ਕੁਛ ਨਹੀਂ ਸੀ ਪਤਾ। ਮੈਂ ਉਹਦੇ ਲਈ ਥੋੜ੍ਹਾ ਜਿਹਾ ਨਾਲ ਇਜ਼ਾਫਾ ਵੀ ਕਰਕੇ ਦੱਸਿਆ ਵੀ ਇਹ ਭਾਰਤ ਸਰਕਾਰ ਦਾ ਅਦਾਰਾ ਵਾ, ਇਸ ਤਰ੍ਹਾਂ ਇਸ ਢੰਗ ਨਾਲ ਇੰਨੇ ਪੈਸੇ ਦੇਣਗੇ, ਕਿਉਂਕਿ ਮੈਨੂੰ ਲੱਗਿਆ ਵੀ ਪੈਸਾ ਤਾਂ ਸਮਝ ਆਉਂਦਾ ਸਾਰਿਆਂ ਨੂੰ, ਹੈ ਨਾ। ਤਾਂ ਵੀ ਮੈਂ ਇਹੋ ਦੱਸਦਾ। ਤਾਂ ਚਲੋ ਖੈਰ ਉਹ ਓਨਾ ਜ਼ਿਆਦਾ ਉਸ ਢੰਗ ਦਾ ਕੁਛ ਨਹੀਂ। ਪਰ ਜਦੋਂ ਪੰਜਾਬੀ ਦੀਆਂ ਅਖਬਾਰਾਂ 'ਚ ਅਵਾਰਡ ਲੈਣ ਦੀ ਖਬਰ ਛਪੀ ਤਾਂ ਉਹਨਾਂ ਨੇ ਮੈਨੂੰ ਲੱਗਦਾ 50 ਜਣਿਆਂ ਨੂੰ ਦਿਖਾਈ ਹੋਊਗੀ, ਹੈ ਨਾ। ਮੈਂ ਕੈਨੇਡਾ ਗਿਆ ਵਾਂ, ਟਾਹਾਂ ਲੈਣ ਗਿਆ ਵਾਂ, ਤਾਂ ਉਹਨਾਂ ਨੇ ਅੱਧੇ ਪਿੰਡ ਨੂੰ ਦੱਸਿਆ ਹੋਊਗਾ ਵੀ ਉਹ ਗਿਆ, ਉਹਨੂੰ ਉਹ ਲੈ ਕੇ ਗਏ ਆ, ਆਪੇ ਲੈ ਕੇ ਗਏ ਆ, ਜਾਂ ਇਸ ਢੰਗ ਦੇ ਨਾਲ, ਜਾਂ ਹੈ ਨਾ ਵੀ ਜਿਹੜੀਆਂ ਗੱਲਾਂ ਵੀ ਟਿਕਟ ਉਹਨਾਂ ਦਿੱਤੀ ਜਾਂ ਜੋ ਵੀ। ਤਾਂ ਉਹ ਆਮ ਮਾਪੇ ਵਿਚਾਰੇ ਹੈ ਨਾ ਇਸ ਢੰਗ ਦਾ ਸੋਚਦੇ ਆ। ਸੋ ਇਹ ਚੀਜ਼ਾਂ ਹੋ ਜਾਂਦੀਆਂ ਵੀ ਬੇਸ਼ੱਕ ਉਹ ਮਤਲਬ ਮੇਰੇ ਮਦਰ ਫਾਦਰ ਉਸ ਢੰਗ ਨਾਲ ਲਿਟਰੇਰੀ ਨਹੀਂ ਗਏ, ਤਾਂ ਇੰਨਾ ਕੁ ਉਹਨਾਂ ਨੂੰ ਪਤਾ ਵੀ ਕੁਛ ਜਿਵੇਂ ਅੱਜ ਤੁਸੀਂ ਆਏ ਆ ਤਾਂ ਉਹਨਾਂ ਨੂੰ ਪਤਾ ਵੀ ਇਹਦਾ ਕੁਛ ਇਸ ਢੰਗ ਦਾ ਚੱਲਦਾ ਰਹਿੰਦਾ, ਇਹ ਚੀਜ਼ਾਂ ਕਰਦਾ ਹੁੰਦਾ ਐਵੇਂ ਦੀਆਂ, ਤਾਂ ਉਸੇ ਸਿਲਸਿਲੇ 'ਚ ਕੁਝ ਉਸ ਢੰਗ ਦਾ ਇਹਨੇ ਕਰਨਾ। ਸੋ ਇਹ ਪ੍ਰੈਕਟਿਸ ਆ ਉਹਨਾਂ ਦੀ ਹੋ ਗਈ, ਹੁਣ ਮੈਂ ਕਰਵਾਤੀ ਸਮਝ ਲਓ ਇੰਨੇ ਸਾਲਾਂ 'ਚ। ਇੱਕ ਲੇਖਕ ਦੇ ਪਿੱਛੇ ਬਹੁਤ ਜਾਣੇ ਖੜੇ ਹੁੰਦੇ ਆ, ਮੈਨੂੰ ਲੱਗਦਾ ਹੁੰਦਾ ਵੀ ਤੁਹਾਡੀ ਆਪਣੀ ਸ਼ਖਸੀਅਤ ਤੋਂ ਇਲਾਵਾ ਪਿੱਛੇ ਵੀ ਬਹੁਤ ਜਾਣੇ, ਜਿਵੇਂ ਤੁਸੀਂ ਬਹੁਤ ਸਾਰੇ ਪਾਤਰਾਂ ਦਾ ਜ਼ਿਕਰ ਕਰਦੇ ਹੋ ਵੀ ਤੁਹਾਡੇ ਪਿੰਡ ਇੱਕ ਫੁੱਫੜ ਜਿਹੜੇ ਪਿੰਡ ਦੇ ਜਵਾਈ ਸੀ, ਹੈ ਨਾ। ਤਾਂ ਗੱਲ ਇਸ ਅਵਾਰਡ ਦੀ ਕਰਦੇ ਹਾਂ ਕਿਉਂਕਿ ਹਮੇਸ਼ਾ ਢਾਹਾਂ ਦਾ ਜਿਹੜਾ ਜ਼ਿਕਰ ਆ ਮੈਨੂੰ ਲੱਗਦਾ ਬਹੁਤ ਪਹਿਲਾਂ ਆਉਂਦਾ, ਕਿਉਂਕਿ ਪੈਸੇ ਬਹੁਤ ਜ਼ਿਆਦਾ ਨੇ, ਹੈ ਨਾ। ਅਤੇ ਤੁਹਾਨੂੰ ਸਾਹਿਤ ਅਕਾਦਮੀ ਤੋਂ ਯੁਵਾ ਸਾਹਿਤ ਪੁਰਸਕਾਰ ਮਿਲਿਆ ਅਤੇ ਉਸ ਤੋਂ ਬਾਅਦ ਢਾਹਾਂ ਮਿਲਿਆ, ਹੈ ਨਾ। ਤਾਂ ਇਹਦੇ ਨਾਲ ਲੱਗਦਾ ਵੀ ਜਦੋਂ ਅਵਾਰਡ ਮਿਲ ਜਾਂਦੇ ਆ ਉਹ ਤੁਹਾਡੀ ਜ਼ਿੰਮੇਵਾਰੀ ਨੂੰ ਹੋਰ ਜ਼ਿਆਦਾ ਵਧਾ ਦਿੰਦੇ ਆ, ਜਾਂ ਫਿਰ ਬਹੁਤ ਵਾਰੀ ਐਵੇਂ ਵੀ ਹੁੰਦਾ ਕਿ ਅਸੀਂ ਆਪਣੀਆਂ ਚੰਗੀਆਂ ਲਿਖਤਾਂ ਨੂੰ ਵੀ ਨਕਾਰਨ ਲੱਗ ਜਾਂਦੇ ਹਾਂ ਕਿ ਨਹੀਂ ਮੈਨੂੰ ਇਹ ਅਵਾਰਡ ਮਿਲਿਆ ਤਾਂ ਹੁਣ ਮੇਰੀਆਂ ਲਿਖਤਾਂ ਨੇ ਜਿਹੜੀਆਂ ਇਸ ਤੋਂ ਉੱਪਰਲੇ ਕੱਦ ਦੀਆਂ ਹੋਣੀਆਂ ਚਾਹੀਦੀਆਂ। ਦੇਖੋ ਦੋਨੋਂ ਗੱਲਾਂ ਨੇ। ਪਹਿਲੀ ਤਾਂ ਗੱਲ ਮੈਂ ਇਹ ਮੰਨਦਾ ਵੀ ਹਾਂ ਔਰ ਇਸ ਗੱਲ ਨੂੰ ਬਿਲਕੁਲ ਮਨ 'ਚ ਵਸਾ ਕੇ ਰੱਖਿਆ ਹੋਇਆ ਕਿ ਲੇਖਕ ਨੂੰ ਵੱਡਾ ਉਹਦੀ ਮਿਹਨਤ ਬਣਾਉਂਦੀ ਆ, ਅਵਾਰਡ ਨਹੀਂ ਬਣਾਉਂਦੀ। ਹਾਂਜੀ। ਔਰ ਬਹੁਤ ਮੈਂ ਕਲੀਅਰ ਹਾਂ ਕਿ ਜੇ ਸਾਹਿਤ ਅਕੈਡਮੀ ਅਵਾਰਡ ਮਿਲਿਆ ਜਾਂ ਢਾਹਾਂ ਮਿਲਿਆ ਤਾਂ ਉਹ ਇੱਕ ਤਰ੍ਹਾਂ ਨਾਲ ਨੰਬਰਾਂ ਦੀ ਖੇਡ ਸੀਗੀ ਵੀ 10 ਕਿਤਾਬਾਂ ਜੇ ਸਿਲੈਕਸ਼ਨ ਲਈ ਗਈਆਂ, ਉਹ ਪੜ੍ਹੀਆਂ ਗਈਆਂ ਤਾਂ ਉਹਨਾਂ 10 ਦੇ ਵਿੱਚੋਂ ਮੇਰੀ ਆ ਗਈ ਪੋਜੀਸ਼ਨ 'ਤੇ, ਜਾਂ ਉਹਨਾਂ 10 ਦੇ ਵਿੱਚੋਂ ਮੇਰੀ ਚੰਗੀ ਸੀ ਸਪੋਜ਼। ਇਹ ਕਿਤੇ ਨਹੀਂ ਸੀਗਾ ਕਿ ਉਹ ਬੈਸਟ ਸੀਗੀ ਜਾਂ ਕੋਈ ਉਹਨਾਂ 10 ਤੋਂ ਬਿਨਾਂ 11ਵੀਂ ਚੰਗੀ ਕਿਤਾਬ ਨਹੀਂ ਸੀ ਹੈ। ਇੱਕ ਤਾਂ ਮੇਰਾ ਇਹ ਬਹੁਤ ਕਲੀਅਰ ਆ ਵੀ ਅਵਾਰਡ ਮਿਲ ਜਾਣਾ ਤੁਹਾਨੂੰ ਕੋਈ ਐ ਨਹੀਂ ਕਰ ਦਿੰਦਾ ਕਿ ਤੁਸੀਂ ਮਾਸਟਰ ਆ ਇਸ ਚੀਜ਼ ਦੇ। ਇੱਕ ਤਾਂ ਇਹ ਚੀਜ਼। ਦੂਸਰੀ ਯਕੀਨਨ ਵੀ ਜੇ ਤੁਹਾਨੂੰ ਕੋਈ ਇੰਨਾ ਵੱਡਾ ਅਵਾਰਡ ਮਿਲਿਆ ਜਾਂ ਸਤਿਕਾਰ ਵੀ ਮਿਲਿਆ, ਈਵਨ ਰਿਵਾਰਡ ਵੀ ਮਿਲਿਆ, ਈਵਨ ਜਾਂ ਮੈਨੂੰ ਤਾਂ ਪਾਠਕ ਵੀ ਜੇ ਕਹਿ ਦਿੰਦਾ ਵੀ ਮੈਂ ਤੇਰੀਆਂ ਸਾਰੀਆਂ ਕਹਾਣੀਆਂ ਪੜ੍ਹਦਾ, ਤਾਂ ਮੈਨੂੰ ਲੱਗਦਾ ਕਿ ਉਹ ਵੀ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਉਹਦੀ ਭਾਵਨਾ ਦੀ ਕਦਰ ਕਰਕੇ ਉਹਦੀ ਸਮਝ ਦੇ ਹਿਸਾਬ ਦੇ ਨਾਲ ਜਾਂ ਉਹ ਜਿੰਨਾ ਪਿਆਰ ਦੇ ਰਿਹਾ ਵੀ ਉਵੇਂ ਲਗਾਤਾਰ ਚੰਗਾ ਲਿਖ ਕੇ ਉਹਨੂੰ ਆਨੰਦ ਆਵੇ। ਇਹ ਨਹੀਂ ਕਿ ਉਹਨੂੰ ਲੱਗੇ ਵੀ ਉਦੋਂ ਠੀਕ ਸੀਗਾ ਹੁਣ ਨਹੀਂ ਇਹ ਤੋਂ ਲਿਖਿਆ ਜਾ। ਬਹੁਤ ਵਾਰ ਐਵੇਂ ਦੀਆਂ ਸ਼ਿਕਾਇਤਾਂ। ਔਰ ਦੇਖੋ ਅਗਲੀ ਗੱਲ ਫਿਰ ਇਹਦੇ ਨਾਲ ਐਵੇਂ ਦੀ ਮੈਂ ਜੋ ਕਲੀਅਰ ਜਿਹਦੇ ਲਈ ਵੀ ਮੈਂ ਇਹ ਵੀ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਜੇ ਢਾਹਾਂ ਵਾਲੀ ਕਿਤਾਬ ਮਤਲਬ ਉਸ ਪਲ ਤੋਂ ਬਾਅਦ ਜਾਂ ਸਜੇ ਬਾਕੀ ਜਿਹਨੂੰ ਅਕੈਡਮੀ ਅਵਾਰਡ ਮਿਲਿਆ ਵੀ ਮੈਂ ਸੋਹਣਾ ਲਿਖਿਆ ਹੋਊਗਾ ਜਾਂ ਬਹੁਤ ਸੋਹਣਾ ਲਿਖਿਆ ਹੋਊਗਾ ਜਾਂ ਮੈਂ ਬਸ ਵੀ ਮੈਂ ਹੁਣ ਲਿਖਣਾ ਹੀ ਸੋਹਣਾ। ਇਹ ਤਾਂ ਅਭਿਆਸ ਆ ਇੱਕ ਢੰਗ ਦੇ ਨਾਲ। ਇਹ ਲਫ਼ਜ਼ਾਂ ਦੀ ਤੁਹਾਡੇ 'ਤੇ ਰਹਿਮਤ ਆ। ਚੰਗਾ ਵੀ ਲਿਖੋਗੇ ਮਾੜਾ ਵੀ ਲਿਖੋਗੇ। ਹਾਂ ਬਸ ਇਹ ਜ਼ਰੂਰ ਆ ਕਿ ਤੁਸੀਂ ਐਫਰਟ ਕਰਦੇ ਰਹੋ, ਤੁਸੀਂ ਸਿੱਖਦੇ ਰਹੋ, ਤੁਸੀਂ ਪੜ੍ਹਦੇ ਰਹੋ, ਤੁਸੀਂ ਯਤਨ ਕਰਦੇ ਰਹੋ, ਅਭਿਆਸ ਨਾ ਕਦੇ ਛੱਡੋ। ਅਤੇ ਬੈਸਟ ਤਾਂ ਤੁਸੀਂ ਕਦੇ ਨਹੀਂ ਹੋ ਸਕਦੇ। ਹੋ ਸਕਦਾ ਮੇਰੀਆਂ ਕਹਾਣੀਆਂ ਮਾੜੀਆਂ ਹੋਣ ਔਰ ਹੋ ਸਕਦਾ ਕਿਸੇ ਨੂੰ ਇਹ ਵੀ ਸ਼ਿਕਾਇਤ ਹੋਵੇ ਕਿ ਉਸ ਤੋਂ ਬਾਅਦ ਇਹਨੇ ਨਹੀਂ ਚੰਗਾ ਲਿਖਿਆ। ਜੇ ਕਿਸੇ ਨੂੰ ਇਹ ਸ਼ਿਕਾਇਤ ਆ ਤਾਂ ਉਹਦੀ ਸ਼ਿਕਾਇਤ ਵੀ ਸਿਰ ਮੱਥੇ। ਮੈਨੂੰ ਲੱਗਦਾ ਹੋ ਸਕਦਾ ਇਵੇਂ ਹੋਇਆ ਹੋਵੇ। ਮੈਨੂੰ ਘੱਟ ਪਤਾ ਲੱਗੂਗਾ, ਮੇਰੇ ਪੜ੍ਹਨ ਵਾਲਿਆਂ ਨੂੰ ਵੱਧ ਪਤਾ ਲੱਗੂਗਾ, ਕਿਉਂਕਿ ਕਈ ਵਾਰ ਤੁਸੀਂ ਆਪਣੀ ਰਚਨਾ ਦੇ ਨਾਲ ਵਿੱਥ ਸਥਾਪਿਤ ਨਹੀਂ ਕਰ ਪਾਉਂਦੇ। ਤਾਂ ਉਹਦੇ ਕਰਕੇ ਹੋ ਸਕਦਾ ਤੁਹਾਨੂੰ ਐਂ ਲੱਗਦਾ ਰਹੇ ਵੀ ਮੈਂ ਜੋ ਲਿਖ ਰਿਹਾ ਮੈਂ ਸੋਹਣਾ ਹੀ ਲਿਖ ਰਿਹਾ, ਜੋ ਮੈਂ ਲਿਖਿਆ ਜਾਂ ਸੋਹਣਾ ਹੀ ਲਿਖਿਆ। ਇਹ ਪੜ੍ਹਨ ਵਾਲਾ ਵੱਧ ਵਧੀਆ ਦੱਸ ਸਕਦਾ। ਅਤੇ ਜੇ ਪੜ੍ਹਨ ਵਾਲਾ ਕਹਿ ਰਿਹਾ ਵੀ ਨਹੀਂ ਤੂੰ ਠੀਕ ਲਿਖਿਆ ਤਾਂ ਵੀ ਸ਼ੁਕਰਾਨਾ। ਜੇ ਉਹ ਕਹਿ ਰਿਹਾ ਕਿ ਤੂੰ ਹੁਣ ਮਾੜਾ ਲਿਖਣ ਲੱਗ ਗਿਆ, ਪਹਿਲਾਂ ਨਾਲੋਂ ਤੇਰੀ ਕਹਾਣੀ ਤੋਂ ਆਨੰਦ ਘੱਟ ਆਉਣ ਲੱਗ ਗਿਆ, ਤਾਂ ਯਕੀਨਨ ਫਿਰ ਮੈਨੂੰ ਸੋਚਣਾ ਚਾਹੀਦਾ। ਮੈਂ ਇਹ ਗੱਲਾਂ ਕਲੀਅਰ ਲੈ ਕੇ ਚੱਲਦਾ ਕਿ ਕਦੇ ਵੀ ਇੱਥੇ ਨਾ ਕਿਸੇ ਗੱਲ ਨੂੰ ਪਹੁੰਚਣ ਦਿਓ ਵੀ ਹੁਣ ਮੇਰੀ ਗੱਲ ਇਸ ਤਰ੍ਹਾਂ ਦੀ ਹੋ ਗਈ ਤਾਂ ਵੀ ਇਹ ਤੋਂ ਬਾਅਦ ਨਹੀਂ ਮੈਂ ਬਸ ਮੈਂ ਹੀ ਹਾਂ, ਹੈ ਨਾ। ਵੀ ਇਹ ਤਾਂ ਸਾਰਾ ਤੁਹਾਡੀ ਮਿਹਨਤ ਆ। ਜਿੰਨਾ ਤਰਾਸ਼ੋਗੇ ਆਪਣੀ ਰਚਨਾ ਨੂੰ, ਜਿੰਨਾ ਤੁਸੀਂ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਅਭਿਆਸ ਕਰੋਗੇ, ਉਨਾ ਰਚਨਾ ਸੋਹਣੀ ਖੀਦ ਕੇ ਆਊਗੀ। ਅਭਿਆਸ ਛੱਡ ਦੋਗੇ, ਪੜ੍ਹਨਾ ਛੱਡ ਦੋਗੇ, ਲਫ਼ਜ਼ ਨਾਰਾਜ਼ ਹੋ ਜਾਣਗੇ, ਕਹਾਣੀਆਂ ਰੁੱਸ ਜਾਣਗੀਆਂ ਤੁਹਾਡੇ ਕੋਲੋਂ, ਅਤੇ ਉਸ ਤਰ੍ਹਾਂ ਨਹੀਂ ਲਿਖਿਆ ਜਾਊਗਾ। ਇਹ ਵੀ ਲਾਜ਼ਮੀ ਆ। ਮੈਨੂੰ ਜਿਵੇਂ ਬਹੁਤ ਸਾਰੇ ਲੋਕਾਂ ਨਾਲ ਜਦੋਂ ਆਪਾਂ ਅਵਾਰਡਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਅਵਾਰਡ ਬਾਰੇ ਚਲੋ ਹਰ ਇਨਸਾਨ ਨੂੰ ਨਹੀਂ ਵੀ ਪਤਾ ਹੁੰਦਾ ਜੋ ਉਸ
ਖੇਤਰ 'ਚ ਵਿਚਰਦਾ ਉਹਨੂੰ ਪਤਾ ਹੁੰਦਾ। ਪਰ ਢਾਹਾਂ ਅਵਾਰਡ ਆ ਜਿਹੜਾ ਹਰ ਛੋਟੇ ਬੰਦੇ ਨੂੰ ਵੀ ਪਤਾ, ਪਰ ਮੈਨੂੰ ਇਸ ਅਵਾਰਡ ਬਾਰੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਇੰਟਰਵਿਊ ਸੁਣਨ ਤੋਂ ਬਾਅਦ ਪਤਾ ਚੱਲੀਆਂ। ਬਹੁਤ ਸਾਰੇ ਲੋਕ ਨਾਰਾਜ਼ ਹੋ ਜਾਂਦੇ ਨੇ ਇਸ ਗੱਲੋਂ ਕਿ ਜਿਵੇਂ ਤੁਸੀਂ ਉਹੀ ਕਿਹਾ ਵੀ ਨਹੀਂ ਇਹ ਕਿਤਾਬ ਨਹੀਂ ਸੀ, ਇਹ ਵਧੀਆ ਸੀ, ਇਹ ਡਿਜ਼ਰਵ ਕਰਦੀ ਸੀ, ਹੈ ਨਾ। ਪਰ ਤੁਹਾਡੀ ਇੰਟਰਵਿਊ 'ਚ ਮੈਨੂੰ ਪਤਾ ਚੱਲਿਆ ਕਿ ਨਹੀਂ, ਉਸ ਵਰੇ ਛਪੀਆਂ ਹੋਈਆਂ ਕਿਤਾਬਾਂ 'ਚੋਂ ਸਿਰਫ ਦਿੱਤਾ ਜਾਂਦਾ, ਜਾਂ ਫਿਰ ਜਿਹੜੇ ਲੋਕ ਕਿਤਾਬ ਉੱਥੇ ਭੇਜਦੇ ਆ ਜਿਊਰੀ ਕੋਲ, ਉਹਦੇ ਪੈਟਰਨ ਆ ਵੀ ਤੁਸੀਂ ਭੇਜੋ, ਤੁਹਾਡਾ ਪਬਲਿਸ਼ਰ ਭੇਜੇ ਜਾਂ ਤੁਹਾਡੇ ਬਿਹਾਫ ਤੇ ਮੈਂ ਭੇਜਦਾ, ਇਹ ਪੈਟਰਨ ਆ ਉਹਦਾ। ਹਾਂਜੀ। ਤੇ ਤੁਸੀਂ ਆਪਣੀ ਕਹਾਣੀ ਜਾਂ ਕਿਸੇ ਵੀ ਕਿਤਾਬ ਤੇ ਗੋਸ਼ਟੀ ਕਰਾਉਣਾ ਪਸੰਦ ਨਹੀਂ ਕਰਦੇ, ਹੈ ਨਾ। ਇੱਕ ਛੋਟਾ ਜਿਹਾ ਹਾਸੇ ਵਾਲਾ ਰੀਜ਼ਨ ਤੁਸੀਂ ਦਿੱਤਾ ਵੀ ਸਿਮਰਨ ਕੋਲ ਇੰਨੇ ਪੈਸੇ ਨਹੀਂ, ਪਰ ਇਹ ਅਵਾਰਡ ਮੈਂ ਕਹਿੰਦੀ ਹਾਂ ਜਿਨ੍ਹਾਂ ਦੇ ਮੇਜ਼ ਤੇ ਪਿਆ ਹੋਵੇ ਨਹੀਂ ਖੈਰ ਉਹ ਤਾਂ ਪੈਸੇ ਖਰਚ ਤੇ ਮੈਂ ਹਨਾ ਇੱਕ ਹੁਣ ਮੁੱਕ ਗਏ, ਤੇ ਇਹ ਤਾਂ ਖੈਰ ਹਾਸੇ ਵਾਲੀਆਂ ਗੱਲਾਂ। ਚਲੋ ਹਾਂਜੀ, ਉਹ ਰੁਪਿੰਦਰ ਜੀ ਉਹ ਮੈਨੂੰ ਲੱਗਦਾ ਤੁਹਾਡੀ ਤਬੀਅਤ ਹੁੰਦੀ ਆ ਵੀ ਮੇਰੀ ਸੱਚੀ ਮਤਲਬ ਹੁਣ ਜਿਵੇਂ ਮੈਂ ਤੁਹਾਨੂੰ ਕਹੂੰਗਾ ਨਾ, ਦੱਸੂਗਾ, ਜਾਂ ਮੈਂ ਤੁਸੀਂ ਉਸ ਇੰਟਰਵਿਊ ਦਾ ਵੀ ਹਵਾਲਾ ਦੇ ਰਹੇ ਆ, ਇਹ ਤਾਂ ਹੈਗਾ ਕਿ ਜਾਂ ਤਾਂ ਤੁਸੀਂ ਮੇਰਾ ਮਨ ਬੁੱਝ ਸਕਦੇ ਹੋ, ਫਿਰ ਤਾਂ ਤੁਹਾਨੂੰ 100% ਹੀ ਪਤਾ ਲੱਗ ਜਾਣਾ ਵੀ ਸੱਚ ਬੋਲ ਰਿਹਾ। ਅਦਰਵਾਈਜ਼ ਇਹ ਆ ਕਿ ਤੁਸੀਂ ਭਰੋਸਾ ਹੀ ਕਰ ਸਕਦੇ ਆ। ਤਾਂ ਬਹੁਤੀ ਵਾਰ ਐ ਹੁੰਦਾ ਵੀ ਲੋਕਾਂ ਨੂੰ ਇਹ ਲੱਗਦਾ ਡਰਾਮਾ, ਪਰ ਇਹ ਆ ਵੀ ਮੈਥੋਂ ਹੁੰਦਾ ਨਹੀਂ ਕੁਛ ਵੀ। ਮਤਲਬ ਗੋਸ਼ਟੀਆਂ ਗਾਸ਼ਟੀਆਂ ਤਾਂ ਥੋੜੀ ਹੋਰ ਤਰ੍ਹਾਂ ਦੀ ਗੱਲ ਆ, ਮੈਥੋਂ ਹੋਰ ਵੀ ਕੁਛ ਨਹੀਂ ਹੁੰਦਾ ਵੀ ਮਤਲਬ ਜਿਹਦੇ 'ਚ ਦੱਸਣਾ ਪਵੇ ਵੀ ਮੈਂ ਮਤਲਬ ਮੈਂ ਆ ਵਾਂ ਜਾਂ ਮੈਂ ਇੰਜ ਆ। ਜਿੱਦਾਂ ਤੁਸੀਂ ਦੱਸ ਰਹੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਫੈਸਰ, ਮੈਥੋਂ ਤੇ ਇਹ ਵੀ ਨਹੀਂ ਹੁੰਦੀ ਗੱਲ। ਮਤਲਬ ਮੈਨੂੰ ਪਤਾ ਨਹੀਂ ਕਿਉਂ, ਮਤਲਬ ਇਹ ਨਹੀਂ ਵੀ ਮੈਂ ਕੋਈ ਮਤਲਬ ਕੁਛ ਸ਼ੋਅ ਕਰਨ ਲਈ ਤੁਹਾਨੂੰ ਕਹਿ ਰਿਹਾ, ਸੁਭਾਅ 'ਚ ਰਲ ਗਈਆਂ ਚੀਜ਼ਾਂ। ਮਤਲਬ ਜਾਂ ਤੁਹਾਡੀ ਪਰਵਰਿਸ਼ ਦਾ ਅਸਰ ਕਹਿ ਲਓ, ਸੰਸਕਾਰਾਂ ਦਾ ਅਸਰ ਕਹਿ ਲਓ, ਜਾਂ ਕਿਸੇ ਵੀ ਚੀਜ਼ ਦਾ। ਮੈਂ ਦੇਖਦਾ ਹੁੰਦਾ ਸੀਗਾ ਵੀ ਮੇਰੇ ਫਾਦਰ ਸਾਹਿਬ ਨਾ ਕਿਸੇ ਦੀ ਨਿੰਦਿਆ ਨਾਲ ਕੋਈ ਮਸਲਾ, ਨਾ ਕਿਸੇ ਦੀ ਉਸਤਤ। ਮੈਂ ਬਿਲਕੁਲ ਮੈਂ ਆਰਟੀਕਲ ਇੱਕ ਲਿਖਿਆ, ਜਲਦੀ ਛਪੂਗਾ ਵੀ ਕਿਤੇ, ਵੀ ਮੈਂ ਆਪਣੇ ਫਾਦਰ ਨੂੰ ਦੇਖਿਆ ਵੀ ਸਾਰੀ ਉਮਰ ਉਹਨਾਂ ਨੇ, ਮੈਂ ਕਦੇ ਨਹੀਂ ਸੀ ਸੁਣਿਆ ਵੀ ਕਿਸੇ ਦਾ ਉਹਨਾਂ ਨੇ ਬੜਾ ਗੁਣਗਾਨ ਗਾਉਣ ਵੀ ਉਹ ਬੜਾ ਨਾ ਬੜਾ ਚੰਗਾ, ਜਾਂ ਕਹਿਣ ਫਲਾਨਾ ਬੜਾ ਮਾੜਾ। ਨੈਵਰ, ਕਦੇ ਮੈਂ ਆਪਣੀ ਸੰਭਾਲ 'ਚ ਨਹੀਂ ਉਹਨਾਂ ਦੇ ਮੂੰਹ ਸੁਣਿਆ ਕਦੇ। ਸੋ ਮਤਲਬ ਵੀ ਚੁੱਪ ਕਰਕੇ ਆਪਣੀ ਚਾਲ ਚੱਲਦੇ ਜਾਣ ਵਾਲਾ, ਹੈ ਨਾ। ਤਾਂ ਉਹ ਸ਼ਾਇਦ ਮੇਰੇ 'ਚ ਵੀ ਕਿਤੇ ਆਇਆ। ਸੋ ਇਸੇ ਕਰਕੇ ਨਾ ਮੈਥੋਂ ਹੁੰਦਾ ਨਹੀਂ ਇਹ, ਮੈਨੂੰ ਬੜਾ ਔਖਾ ਲੱਗਦਾ। ਮਤਲਬ ਜੇ ਤੁਸੀਂ ਹੁਣ ਮੈਨੂੰ ਸਵਾਲ ਨਾ ਕਰਦੇ ਹੋਵੋ ਤਾਂ ਤੁਸੀਂ ਕਹੋ ਵੀ ਤੂੰ ਆਪਣੇ ਬਾਰੇ ਬੋਲ, ਤੇ ਮੈਂ 5 ਮਿੰਟ ਤੋਂ ਵੱਧ ਨਾ ਬੋਲ ਸਕਾਂ, ਕਿਉਂਕਿ ਮੇਰੀ ਇਹ ਸਮੱਸਿਆ ਰਹੀ ਆ। ਮੈਨੂੰ ਯਾਦ ਆ ਵੀ ਮੈਂ ਇੱਕ ਰੂਬਰੂ ਕੀਤਾ ਜ਼ਿੰਦਗੀ 'ਚ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਵਾਲਿਆਂ ਨੇ ਪੰਜਾਬੀ ਭਵਨ 'ਚ ਅਰੇਂਜ ਕੀਤਾ ਸੀਗਾ। ਪਹਿਲਾਂ ਦੀ ਗੱਲ ਆ 3-4 ਸਾਲ ਪੁਰਾਣੀ, ਜਦੋਂ ਕਿ ਮੈਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ। ਤਾਂ ਮੈਨੂੰ ਲੱਗਦਾ ਹਾਰਡਲੀ 15 ਮਿੰਟ ਉੱਥੇ ਬੋਲਿਆ, ਕਿਉਂਕਿ ਰੂਬਰੂ ਦਾ ਸਾਡੇ ਪੈਟਰਨ ਕੀ ਆ ਵੀ ਪਹਿਲਾਂ ਸਟੇਜ ਸੈਕਟਰੀ ਜਾਂ ਜਿਹੜਾ ਡਾਇਸ ਤੇ ਬੰਦਾ ਥੋੜੀ ਜਿਹੀ ਤੁਹਾਡੀ ਜਾਣ ਪਛਾਣ ਕਰਾ ਕੇ ਕਹਿੰਦਾ ਜੀ ਹੁਣ ਆਉਣਗੇ ਔਰ ਆਪਣੀਆਂ ਗੱਲਾਂ ਕਰਨਗੇ, ਤਾਂ ਮੇਰੀਆਂ ਗੱਲਾਂ ਫਿਰ ਇੰਝ ਹੀ ਮੁੱਕ ਜਾਂਦੀਆਂ ਵੀ ਮੈਥੋਂ ਫਿਰ ਉਹ ਨਹੀਂ ਕੀਤਾ ਜਾਂਦਾ। ਸੋ ਇਸ ਕਰਕੇ ਗੋਸ਼ਟੀਆਂ ਵੀ ਨਹੀਂ ਮੈਂ ਕਰਵਾ ਪਾਇਆ ਕਦੇ। ਤਾਂ ਜਾਂ ਮੇਰਾ ਇਹ ਵੀ ਮੰਨਣਾ ਵੀ ਕਿਤਾਬ ਛਪ ਜਾਣ ਤੋਂ ਬਾਅਦ ਗੋਸ਼ਟੀ ਦਾ ਮਤਲਬ ਵੀ ਨਹੀਂ ਬਚਦਾ। ਮਤਲਬ ਉਹਨਾਂ ਚਿਰ ਆ ਜਿੰਨਾ ਚਿਰ ਮੇਰੇ ਕੋਲ ਇਹ ਖਰੜਾ ਪਿਆ। ਮੈਂ ਤੁਹਾਨੂੰ 10 ਜਾਣਿਆਂ ਨੂੰ ਸੱਦਾਂ, ਆਪਾਂ ਪੜ੍ਹੀਏ, ਤੁਸੀਂ ਮੈਨੂੰ ਰਾਏ ਦਿਓ, ਤੁਸੀਂ ਕਾਂਟੇ ਮਾਰੋ, ਰੱਦ ਕਰੋ, ਉਹਦੀਆਂ ਛਿਲਤਰਾਂ ਲਾਓ, ਮੈਂ ਉਹਨੂੰ ਸ਼ਿੰਗਾਰਾਂ, ਸੋਹਣੀ ਬਣਾਵਾਂ, ਤੁਹਾਡੇ ਸੁਝਾਅ ਨੋਟ ਕਰਕੇ ਵਿਚਾਰਾਂ ਉਹਨਾਂ ਨੂੰ। ਅਦਰਵਾਈਜ਼ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਤਾਂ ਕੋਈ ਮਤਲਬ ਵੀ ਨਹੀਂ ਬਣਦਾ। ਮੇਰੀ ਕਿਤਾਬ ਛਪ ਗਈ ਜਦੋਂ, ਤੁਸੀਂ ਬੇਸ਼ੱਕ ਇਹ ਵੀ ਨਹੀਂ ਕਿ ਮੈਂ ਇਹਨੂੰ ਸੋਧ ਨਹੀਂ ਸਕਦਾ, ਸੈਕੰਡ ਐਡੀਸ਼ਨਾਂ 'ਚ ਸੋਧ ਲੂੰਗਾ, ਪਰ ਉਹ ਵੀ ਕੀ ਫਿਰ ਮਤਲਬ ਬਣ ਗਿਆ ਕਿ ਇੱਕ ਵਾਰ ਜਦੋਂ ਕਿਤਾਬ ਚਲੇਗੀ, ਤੁਸੀਂ ਲਿਖਤੀ, ਛਪ ਗਈ, ਲੋਕਾਂ ਕੋਲੇ ਚਲ ਗਈ। ਮੰਨ ਲਓ ਕੋਈ 500, 700, 1000 ਕਿਤਾਬ ਜੇ ਪਹਿਲਾਂ ਲੋਕਾਂ ਕੋਲੇ ਚਲੀ ਗਈ, ਜਾਂ 10 ਲੋਕਾਂ ਵੀ ਜੇ ਪਹਿਲਾਂ ਪੜ੍ਹ ਲਈ, ਤੇ ਉਹ 10 ਤੋਂ ਬਾਅਦ 11ਵੇਂ ਬੰਦੇ ਨੂੰ ਤੁਸੀਂ ਸੋਧ ਕੇ ਵੀ ਦੇ ਦੋਗੇ ਤਾਂ ਉਹਦਾ ਕੀ ਮਤਲਬ? ਹਾਂ, ਹੋ ਸਕਦਾ ਉਹਦਾ ਨਜ਼ਰੀਆ ਹੋਰ ਅਲੱਗ ਹੋਵੇ। ਹਾਂ, ਇਸ ਕਰਕੇ ਮੈਨੂੰ ਇਹ ਲੱਗਦਾ ਵੀ ਮੈਂ ਜੇ ਕਦੇ ਕੀਤਾ ਤਾਂ ਮੈਂ ਇਉਂ ਕਰੂੰਗਾ ਵੀ ਪਹਿਲਾਂ ਰੱਖ ਲੂੰਗਾ ਗੋਸ਼ਟੀ। ਅਦਰਵਾਈਜ਼ ਬਾਅਦ 'ਚ ਤਾਂ ਫਿਰ ਉਹ ਸੱਚੀ ਗੱਲ ਆ ਵੀ ਫਿਰ ਤਾਂ ਮਤਲਬ ਤੁਸੀਂ ਫੰਕਸ਼ਨ ਹੀ ਕਰਦੇ ਆ ਵਿਆਹ ਵਰਗਾ, ਸਮੋਸੇ ਖਾਂਦੇ ਆ, ਗੁਲਾਬ ਜਾਮਨੂੰ ਖਾਂਦੇ ਆ, ਜਿੱਦਾਂ ਦਾ ਵੀ ਖਾਣਾ ਪੀਣਾ ਖਾ ਕੇ ਤੇ ਘਰ ਨੂੰ ਆ ਜਾਂਦੇ ਆ। ਦੋਸਤਾਂ ਮਿੱਤਰਾਂ ਨੂੰ ਮਿਲ ਲਈਦਾ ਇਸ ਬਸ, ਹੋਰ ਨਹੀਂ ਕੁਛ। ਤਾਂ ਇਸ ਕਰਕੇ ਮੈਂ ਨਹੀਂ ਕਰ ਪਾਉਂਦਾ, ਮੈਥੋਂ ਹੁੰਦਾ ਨਹੀਂ। ਇੱਕ ਵੱਡੇ ਲੇਖਕ ਨੇ, ਉਹਨਾਂ ਦਾ ਮੈਂ ਨਾਂ ਤਾਂ ਨਹੀਂ ਲਊਂਗੀ ਇੱਥੇ, ਉਹ ਕਹਿੰਦੇ ਵੀ ਮੈਂ ਤਾਂ ਆਪਣੀ ਕਿਤਾਬ ਤੇ ਕਦੀ ਮੁੱਖਬੰਦ ਵੀ ਨਹੀਂ ਲਿਖਵਾਇਆ, ਕਿਉਂਕਿ ਜੇ ਮੈਨੂੰ ਖੁਦ ਤੇ ਲਿਖੇ ਤੇ ਭਰੋਸਾ ਨਹੀਂ ਤਾਂ ਮੈਂ ਪਾਠਕ ਨੂੰ ਕਿਹੜੇ ਭਰੋਸੇ ਨਾਲ ਉਹ ਕਿਤਾਬ ਪਹੁੰਚਾਊਂਗਾ, ਹੈ ਨਾ। ਤੇ ਇਹ ਵੀ ਚੰਗੀ ਗੱਲ ਹੈ ਕਿ ਤੁਹਾਨੂੰ ਆਪਣੇ ਤੇ ਵੀ ਭਰੋਸਾ ਹੋਣਾ ਚਾਹੀਦਾ ਕਿ ਮੇਰੇ ਜਿਹੜੇ ਸ਼ਬਦ ਨੇ ਜਾਂ ਜੋ ਮੇਰੀ ਰਚਨਾ ਹੈ ਉਹ ਲੋਕਾਂ ਤੱਕ ਪਹੁੰਚਣ ਦੇ ਕਾਬਿਲ ਹੈਗੀ ਆ ਨਾ। ਹਾਂ, ਇਹ ਵੀ ਚੀਜ਼ ਤੁਸੀਂ ਸਿੱਖ ਜਾਂਦੇ ਆ ਸਮੇਂ ਦੇ ਨਾਲ। ਮੈਂ ਜਦੋਂ 2012 'ਚ ਆਸ ਅਜੇ ਬਾਕੀ ਦਾ ਪਹਿਲਾ ਐਡੀਸ਼ਨ ਛਪਿਆ, ਤਾਂ ਮੈਂ ਕਈਆਂ ਜਾਣਿਆਂ ਕੋਲੋਂ, ਮੁੱਖਬੰਦ ਤਾਂ ਨਹੀਂ ਸੀ ਲਿਖਵਾਇਆ ਉਦੋਂ ਵੀ, ਕਈਆਂ ਜਾਣਿਆਂ ਕੋਲੋਂ ਟਿੱਪਣੀ ਲਿਖਵਾ ਲਈ
ਵੀ ਜਿਵੇਂ ਪ੍ਰੇਮ ਪ੍ਰਕਾਸ਼ ਹੁਣੀ ਵੱਡਾ ਨਾਮ ਸੀਗੇ, ਦਲਵਿੰਦਰ ਸਿੰਘ ਸਾਡੇ ਅੰਮ੍ਰਿਤਸਰ ਤੋਂ ਕਹਾਣੀਕਾਰ, ਉਹ ਜਿਉਂਦੇ ਸੀਗੇ ਉਹਨਾਂ ਸਮਿਆਂ 'ਚ, ਬਾਅਦ 'ਚ ਤਾਂ ਉਹਨਾਂ ਦੀ ਮੌਤ ਹੋ ਗਈ 2 ਸਾਲ ਬਾਅਦ ਉਸ ਗੱਲ ਤੋਂ। ਇਉਂ ਹੋਰ ਮੇਰੇ ਦੋਸਤ ਮਿੱਤਰ ਰਾਣੇ ਹੁਣੀ, ਹਾਂ, ਸਾਰਿਆਂ ਕੋਲੋਂ ਨਾ ਟਿੱਪਣੀ ਨੂੰ ਮੈਂ ਥੋੜ੍ਹਾ 5-5 4-4 ਲਾਈਨਾਂ ਲਿਖਵਾ ਕੇ ਮੈਂ ਕਹਾਣੀ ਕਿਤਾਬ ਦੇ ਪਹਿਲੇ ਸਫ਼ਿਆਂ 'ਤੇ ਲਾਈਆਂ ਸੀਗੀਆਂ ਉਹ ਲਾਈਨਾਂ। ਅਤੇ ਉਦੋਂ ਬਾਅਦ ਜਦੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਡਾਕਟਰ ਸਿਰਜਣਾ ਹੁਣਾਂ ਨੇ ਲਿਖਿਆ ਆਰਟੀਕਲ ਆਪਣੀ ਆਪ ਲਿਖਿਆ ਪਰਚੇ ਦੇ ਵਿੱਚ ਸਿਰਜਣਾ 'ਚ, ਤਾਂ ਉਹਨਾਂ ਨੇ ਗੱਲ ਵੀ ਇੱਥੋਂ ਸ਼ੁਰੂ ਕੀਤੀ ਵੀ ਜਿਹੜੇ ਸਾਡੇ ਲੇਖਕ ਆ, ਉਹਨਾਂ ਨੇ ਸ਼ਾਇਦ ਸ਼ਬਦ ਵੀ ਦਰਜਨ ਦੇ ਕਰੀਬ ਵਰਤਿਆ ਸੀ ਮੈਨੂੰ ਲੱਗਦਾ, ਜੋ ਆਰਟੀਕਲ ਪੜ੍ਹਾਂ ਫਿਰ ਵੱਧ ਯਾਦ ਆਜੂ, ਕੁਛ ਇੱਦਾਂ ਦਾ ਲਫ਼ਜ਼ ਸੀਗਾ ਵੀ ਦਰਜਨ ਦੇ ਕਰੀਬ ਜਾਂ ਕੁਛ, ਵੀ ਸਾਡੇ ਸੀਨੀਅਰ ਲੇਖਕਾਂ ਨੇ ਭਰੋਸਾ ਬਣਾਉਣ ਦੀ ਜਿਹੜੀ ਕੀਤੀ ਕੋਸ਼ਿਸ਼ ਇਹਦੇ ਬਾਰੇ। ਤਾਂ ਮੈਨੂੰ ਇਹ ਲੱਗਿਆ ਵੀ ਹਾਂ ਇਹ ਭਰੋਸਾ ਬਣਾਉਣੀ ਆ, ਵੀ ਇੱਕ ਸੀਨੀਅਰ ਬੰਦਾ ਕਵੇ ਵੀ ਇਹਨੂੰ ਪੜ੍ਹੋ ਵੀ ਇਹ ਚੰਗਾ ਜੇ, ਤਾਂ ਵੀ ਥੋੜ੍ਹੀ ਰਚਨਾ ਚੰਗੀ ਹੋਵੇ। ਫਿਰ ਮੈਂ ਉਹਦੇ ਸੈਕੰਡ ਐਡੀਸ਼ਨ 'ਚੋਂ ਚੀਜ਼ ਕੱਢਤੀ ਸੀਗੀ। ਮੁੱਖ ਬੰਦ ਮੈਂ ਕਦੇ ਲਿਖਵਾਇਆ ਨਹੀਂ ਸੀ, ਜਿਹੜੀ ਇਸ ਕਿਸਮ ਦੀ ਟਿੱਪਣੀ ਨੂੰਮਾ ਚੀਜ਼ ਸੀ ਇਹ ਮੈਂ ਲਿਖਵਾਈਆਂ ਉਦੋਂ ਬਾਅਦ ਮੈਂ ਜ਼ਰੂਰ ਕੀਤਾ ਵੀ ਦੋਨਾਂ ਕਿਤਾਬਾਂ ਬਾਰੇ ਮੈਂ ਬੈਕ ਟਾਈਟਲ 'ਤੇ ਜਿਹੜਾ ਜਿੱਥੇ ਲੇਖਕ ਦੀ ਆਪਾਂ ਫੋਟੋ ਲਾ ਲੈਂਦੇ ਹਾਂ ਜਾਂ ਉੱਥੇ 5-7-10 ਲੈਣਾ ਦੋ ਕਿਤਾਬਾਂ 'ਤੇ ਲਿਖਵਾਈਆਂ ਸੀਗੀਆਂ। ਉਸ ਪਲ 'ਤੇ ਵੀ, ਤੇ ਉਸ ਤੋਂ ਬਾਅਦ ਇੱਕ ਤੀਸਰੀ ਕਿਤਾਬ ਆਈ ਸੀ ਘੋਰ ਕੰਡੇ 'ਤੇ ਡਾਕਟਰ ਜ਼ੁਬੈਰ ਅਹਿਮਦ ਨੇ ਲਾਹੌਰ ਤੋਂ, ਉਹਨਾਂ ਕੋਲੋਂ ਥੋੜ੍ਹਾ ਲਿਖਵਾਇਆ ਸੀ। ਉਸ ਪਲ 'ਤੇ ਡਾਕਟਰ ਸਿਰਜਣਾ ਨੇ ਲਿਖਿਆ ਸੀਗਾ, ਮੈਂ ਉਹ ਵੀ ਫਿਰ ਛੱਡਤਾ। ਜਿਹੜੀ ਇਹ ਆਜ ਆਪਾਂ ਘਰ ਬਣਾਈਏ ਜਿਹੜੀ ਕਿਤਾਬ ਆ, ਇਹਦੇ 'ਚ ਕੁਛ ਵੀ ਨਹੀਂ ਕਿਸੇ ਤੋਂ ਲਿਖਵਾਇਆ, ਨਾ ਅੰਦਰ ਨਾ ਬਾਹਰ, ਥੋੜ੍ਹੀਆਂ ਜਿਹੀਆਂ 10 ਲੈਣਾ, ਉਹ ਵੀ ਪਬਲਿਸ਼ਰ ਕਹਿੰਦਾ ਕਿ ਖਾਲੀ ਸੋਹਣਾ ਨਹੀਂ ਲੱਗਦਾ, ਕੁਛ ਦੇ ਦਿਓ ਮੈਨੂੰ, ਤਾਂ ਉਹ ਮੈਂ ਇੰਝ ਹੀ ਕੁਝ ਕਹਾਣੀਆਂ ਦਾ ਐਂ ਕਹ ਲਓ ਕੇਂਦਰੀ ਨੁਕਤਾ 10 ਲੈਣਾ 'ਚ ਸਾਰ ਤੱਤ ਵਾਂਗ ਲਿਖ ਕੇ ਦੇ ਦਿੱਤਾ ਸੀਗਾ ਵੀ ਇਹ ਛਾਪ ਲਾ। ਹਾਂ, ਮੈਂ ਇੱਕ ਚੀਜ਼ ਜ਼ਰੂਰ ਕਰਦਾ ਹਰੇਕ ਕਿਤਾਬ 'ਚ, ਤਿੰਨਾਂ 'ਚ, ਪਹਿਲੀਆਂ 'ਚ ਵੀ ਹੋਈ, ਪਹਿਲੀ ਤੋਂ ਲੈ ਕੇ ਹੁਣ ਤੱਕ ਵਾਲੀ ਕਿਤਾਬ 'ਚ ਵੀ ਮੈਂ ਖੁਦ ਜ਼ਰੂਰ ਲਿਖਦਾ ਵਾਂ ਇੱਕ ਸਫ਼ਾ 1.5 ਸਫ਼ਾ। ਇਹ ਮੇਰੀ ਮਾਨਤਾ ਵਾ ਵੀ ਮਾਨਤਾ ਕਿ ਲੇਖਕ ਨੂੰ ਆਪਣੀ ਕਿਤਾਬ ਬਾਰੇ ਜਾਂ ਆਪਣੀ ਰਚਨਾ ਬਾਰੇ ਗੱਲ ਆਪ ਕਰਨੀ ਚਾਹੀਦੀ ਆ। ਜਿਵੇਂ ਤੁਸੀਂ ਕਿਹਾ ਵੀ ਜੇ ਆਪਣੇ ਆਪ 'ਤੇ ਨਹੀਂ ਤਾਂ ਮੈਂ ਕਿਉਂ ਕਹਾਣੀ ਲਿਖੀ, ਕੀ ਕਹਾਣੀ ਲਿਖੀ, ਕਿਹੜੀ ਗੱਲ ਕਰਨੀ ਚਾਹੁੰਦਾ, ਜਾਂ ਜੋ ਵੀ ਮੇਰੇ ਮਨ 'ਚ ਉਹਨਾਂ ਕਹਾਣੀਆਂ ਨੂੰ, ਨਾ ਪਾਤਰਾਂ ਨੂੰ, ਉਸ ਸਾਰੇ ਕੁਝ ਨੂੰ ਲੈ ਕੇ ਹੈਗਾ, ਉਹਦੇ ਬਾਰੇ ਮੈਂ ਇੱਕ ਛੋਟਾ ਜਿਹਾ ਲਿਖਦਾ ਹੁੰਦਾ 1.5 ਸਫ਼ੇ ਦਾ। ਔਰ ਸਾਰੀਆਂ ਕਿਤਾਬਾਂ 'ਚ ਉਹਦਾ ਟਾਈਟਲ ਮੈਂ ਇੱਕ ਹੀ ਰੱਖਿਆ ਹੋਇਆ, ਮਨ ਦਾ ਕੈਨਵਸ। ਤਾਂ ਮੈਂ ਆਪਣੇ ਮਨ ਦੀ ਗੱਲ ਉਨੇ ਕੁ 'ਚ ਕਹਿਣਾ ਜ਼ਰੂਰ ਆ, ਉਹ ਸਾਰੀਆਂ ਕਿਤਾਬਾਂ 'ਚ ਕੀਤਾ। ਔਰ ਇਹ ਬਾਕੀ ਜਿਹੜਾ ਮੁੱਖ ਬੰਦ ਵਰਗਾ ਜਾਂ ਕੁਛ, ਉਹ ਜਿੰਨਾ ਕੁ ਵੀ ਮੈਂ ਇੱਕ ਅੱਧੀ ਕਿਤਾਬ 'ਚ ਕੀਤਾ, ਫਿਰ ਉੱਤੇ ਤੋਂ ਵੀ ਮਾफ़ੀ ਮੰਗ ਲਈ ਵੀ ਇਹ ਮੈਂ ਨਹੀਂ ਕਰਨਾ। ਹਾਂਜੀ, ਢਾਹਾਂ ਅਵਾਰਡ ਤੁਹਾਨੂੰ ਮਿਲਿਆ ਸੀ ਉਸ ਪਲ ਲਈ ਜਾਂ ਉਸ ਪਲ ਲਈ? ਆਸ ਅਜੇ ਬਾਕੀ ਲਈ ਮਿਲਿਆ ਸੀਗਾ, ਸਾਹਿਤ ਅਕੈਡਮੀ ਵਾਲਾ ਜਿਹੜਾ ਯੂਆ ਰਾਈਟਰਸ ਨੂੰ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਭਾਰਤੀ ਸਾਹਿਤ ਅਕੈਡਮੀ ਨੇ। ਅੱਛਾ ਜੀ, ਤੇ ਉਹੀ ਕਿਤਾਬ ਤੁਹਾਡੀ ਜਿਹੜੀ ਇੰਗਲਿਸ਼ 'ਚ ਵੀ ਟ੍ਰਾਂਸਲੇਟ? ਹਾਂ, ਇਹ ਉਹੀ ਢਾਹਾਂ ਵਾਲਿਆਂ ਦੇ ਯਤਨਾਂ ਦੇ ਨਾਲ, ਕਿਉਂਕਿ ਉਹਨਾਂ ਦਾ ਸੀਗਾ ਕਿ ਉਹ ਆਪਣੀਆਂ ਅਵਾਰਡੀ ਕਿਤਾਬਾਂ ਦੇ ਵਿੱਚੋਂ ਕੁਝ ਕਿਤਾਬਾਂ ਕਰਨੀਆਂ ਚਾਹੁੰਦੇ ਸੀ। ਵੈਸੇ ਤਾਂ ਸਾਰਾ ਹੀ ਕਰਨਾ ਚਾਹੁੰਦੇ ਹੁੰਦੇ ਆ ਉਹ, ਪਰ ਹੋ ਨਹੀਂ ਪਾਉਂਦਾ, ਕਈ ਕਿਸਮ ਦੀਆਂ ਕੰਪਲੀਕੇਸ਼ਨਸ ਹੁੰਦੀਆਂ ਨਾ। ਤਾਂ ਉਹ ਕੁਦਰਤੀ ਲੱਕੀ ਡਰਾ ਵਰਗੀ ਗੱਲ ਸੀ ਵੀ ਮੇਰੀ ਕਿਤਾਬ ਉਹਨਾਂ ਨੂੰ ਪਸੰਦ ਵੀ ਆਈ, ਹੱਥ ਵੀ ਆ ਗਈ, ਜਾਂ ਜੋ ਵੀ ਹੋਇਆ। ਤਾਂ ਉਹ ਤੱਤ ਫੱਟ ਕਿਤੇ ਅਗਲੇ ਕੀ ਸਾਲਾਂ 'ਚ, 1 ਸਾਲ ਉਹਦੇ ਵਿੱਚੋਂ ਟਰਾਂਸਲੇਸ਼ਨ ਹੋ ਗਈ, ਯਾਨੀ ਕਿ 17 ਦੇ ਵਿੱਚ ਉਹਦਾ ਕੰਮ ਚੱਲਦਾ ਰਿਹਾ, ਪਬਲਿਸ਼ ਹੋ ਗਈ। ਔਰ 18 ਦੇ ਵਿੱਚ ਜਦੋਂ ਇਹ ਨਵਾਂ ਮਤਲਬ ਅਵਾਰਡ ਦਿੱਤਾ ਗਿਆ, ਬਲਦੇਵ ਸਿੰਘ ਹੋਣਾ ਨੂੰ ਮਿਲਿਆ ਸੀ ਉਹਨਾਂ ਦੇ ਨਾਵਲ 'ਤੇ, ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਨਾਵਲ ਆ ਸੂਰਜ ਦੀ ਅੱਖ, ਹਾਂ, ਉਹਦੇ 'ਤੇ ਮਿਲਣਾ ਸੀਗਾ। ਤਾਂ ਫਿਰ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਆ ਜਾਓ ਤਾਂ ਆਪਾਂ ਕਿਤਾਬ ਵੀ ਲਾਂਚ ਕਰਾਂਗੇ, ਤਾਂ ਮੈਂ ਵੀ ਉਦੋਂ ਗਿਆ ਸੀਗਾ। ਹਾਂਜੀ, ਤੁਹਾਨੂੰ ਲੱਗਦਾ ਹੈ ਕਿ ਹੋਰ ਭਾਸ਼ਾਵਾਂ ਦੇ ਵਿੱਚ ਕਿਤਾਬ ਦਾ ਅਨੁਵਾਦ ਹੋਣਾ ਲੇਖਕ ਦੇ ਘੇਰੇ ਨੂੰ ਵਧਾਉਂਦਾ ਹੈ? ਨਹੀਂ, ਬਹੁਤਾ ਨਹੀਂ ਵਧਾਉਂਦਾ। ਆਪਾਂ ਇਹ ਆਊਟ ਆਫ ਵੀ ਗੱਲ ਕਰਦੇ ਰਹੇ ਹਾਂ। ਮੈਨੂੰ ਜੋ ਪਤਾ ਉਹਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਵੀ ਸਪੋਜ਼ ਸਿਮਰਨ ਧਾਲੀਵਾਲ ਨੂੰ ਹਿੰਦੀ ਦੇ ਵਿੱਚ ਕੋਈ ਨਹੀਂ ਜਾਣਦਾ, ਕਿਤਾਬ ਮੈਂ ਟਰਾਂਸਲੇਟ ਕਰਾ ਸਕਦਾ, ਉਹ ਪੈਸੇ ਦੇ ਕੇ ਜਿੱਥੋਂ ਮਰਜ਼ੀ ਕਰਾ ਲਓ, ਜਿੱਥੋਂ ਮਰਜ਼ੀ ਛਪਵਾ ਲਓ। ਉਹ ਹੋਣਾ ਕੀ ਆ ਵੀ ਮੈਂ ਤੁਹਾਨੂੰ ਘਰ ਆਇਆਂ ਨੂੰ ਦੇ ਦਿਆ ਕਰੂੰਗਾ। ਮੇਰਾ ਕੋਈ ਹੋਰ ਦੋਸਤ ਮਿੱਤਰ ਆਇਆ, ਕੋਈ ਜਿਵੇਂ ਲੋਕ ਜਾਣਦੇ ਆ ਮੈਨੂੰ ਬਹੁਤ ਸਾਰੇ ਇੱਦਾਂ ਦੇ ਵੀ ਜਿਹੜੇ ਪੰਜਾਬੀ ਨਹੀਂ ਪੜ੍ਹ ਸਕਦੇ, ਅਦਰ ਸਟੇਟ ਦੇ ਆ ਜਾਂ ਕੁਛ, ਮੈਂ ਉਹਨਾਂ ਨੂੰ ਦੇ ਦੂੰਗਾ ਕਿ ਆ ਲਓ ਜੀ ਹਿੰਦੀ 'ਚ ਪੜ੍ਹ ਲਓ। ਇਸ ਤੋਂ ਬਿਨਾਂ ਕੋਈ ਵੱਡੀ ਲੰਮੀ ਚੌੜੀ ਭੂਮਿਕਾ ਨਹੀਂ। ਕਿਸੇ ਵੀ ਜ਼ੁਬਾਨ 'ਚ ਤੁਹਾਨੂੰ ਜਾਣਿਆ ਉਦੋਂ ਜਾਣਾ ਵਾ ਜਦੋਂ ਤੁਸੀਂ ਨਿਰੰਤਰ ਉਹਦੇ 'ਚ ਛਪਦੇ ਰਹੋਗੇ, ਪਰਚਿਆਂ ਦੇ ਰਾਹੀਂ, ਰਸਾਲਿਆਂ ਦੇ ਰਾਹੀਂ ਤੁਹਾਡੀ ਗੱਲ ਲੋਕਾਂ ਤੱਕ ਜਾਂਦੀ ਰਹੂਗੀ। ਤੁਸੀਂ ਬਹੁਤ ਸੋਹਣਾ ਲਿਖ ਕੇ, ਅਭਿਆਸ ਕਰਕੇ, ਨਿਰੰਤਰ ਕਈ ਸਾਲਾਂ ਦੀ ਸਾਧਨਾ ਤੋਂ ਬਾਅਦ ਲੋਕਾਂ 'ਚ ਆਪਣੀ ਪਛਾਣ ਬਣਾਓਗੇ। ਘਰੋਂ ਸੁੱਤੇ ਉੱਠ ਕੇ ਕਿਤਾਬ ਛਪਵਾ ਕੇ ਮੈਂ ਕਹਾਂ ਕਿ ਮੈਂ ਹਿੰਦੀ ਦੇ ਵਿੱਚ ਜਾਣਿਆ ਜਾਊਂਗਾ ਜਾਂ ਅੰਗਰੇਜ਼ੀ 'ਚ, ਅੰਗਰੇਜ਼ੀ 'ਚ ਤਾਂ ਬਿਲਕੁਲ ਹੀ ਕੁਛ ਵੱਟੀ ਦਾ ਨਹੀਂ ਸਾਡਾ, ਤਾਂ ਹਿੰਦੀ 'ਚ ਵੀ ਐਵੇਂ ਹੀ ਵੀ ਉਹ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਣਨੀ। ਹਾਂ, ਖੁਸ਼ੀ ਆ, ਉਧਾਰੀ ਖੁਸ਼ੀ ਤੁਸੀਂ ਲੈ ਲਓ, ਘਰੇ ਕਿਤਾਬ ਰੱਖੋ, ਫੋਟੋ ਖਿਚਾਓ, ਉਹਦੇ ਨਾਲ ਦਿਖਾਓ, ਆਇਆਂ ਨੂੰ ਦਿਓ, ਜਿਹੜਾ ਆਇਆ ਉਹ ਵੀ ਰਾਜੀ, ਤੁਸੀਂ ਵੀ ਰਾਜੀ। ਸੋ ਇਹ ਆ, ਇਸ ਤਰ੍ਹਾਂ ਦਾ ਵਾ ਸਾਡੇ ਇੱਥੇ, ਤਾਂ ਫਰਕ ਨਹੀਂ ਪੈਂਦਾ ਕੋਈ ਲੰਮਾ ਚੌੜਾ।
ਕਿਸੇ ਨੇ ਮੈਨੂੰ ਕਿਹਾ ਸੀ ਵੀ ਲੇਖਕ ਨੇ ਜਿਹੜੇ ਉਹਨਾਂ ਨੂੰ ਆਪਣੀਆਂ ਲਿਖਤਾਂ ਨੂੰ ਕਿਰਤ ਨਹੀਂ ਮੰਨਣਾ ਚਾਹੀਦਾ ਹੈ ਨਾ, ਕਿਉਂਕਿ ਲਿਖਤਾਂ ਨੇ ਜਿਹੜੀਆਂ ਕਦੀ ਪੈਸਾ ਨਹੀਂ ਦਿੰਦੀਆਂ। ਬਹੁਤ ਵੱਡੇ ਵੱਡੇ ਲੇਖਕਾਂ ਦੀ ਇਹ ਤਰਾਸਦੀ ਹੈ ਕਿ ਕਿਤਾਬਾਂ ਤੋਂ ਕਦੀ ਘਰ ਦੇ ਚੁੱਲ੍ਹੇ ਨਹੀਂ ਬਲੇ। ਕੋਈ ਸਮਾਂ ਸੀ ਕਿ ਵੱਡੇ ਲੇਖਕਾਂ ਨੂੰ ਰਾਇਲਟੀ ਮਿਲਦੀ ਸੀ, ਕਈਆਂ ਨੂੰ ਅੱਜ ਵੀ ਮਿਲਦੀ ਆ। ਤੁਹਾਨੂੰ ਰਾਇਲਟੀ ਮਿਲਦੀ ਕਿਤਾਬਾਂ ਦੀ? ਹਾਂ ਮਿਲਦੀ, ਪਰ ਵੱਡੇ ਲੇਖਕਾਂ ਬਾਰੇ ਮੈਨੂੰ ਪਤਾ ਨਹੀਂ ਵੀ ਉਹ ਕਿਹੜੇ ਹਿਸਾਬ ਨਾਲ ਜਾਂ ਕਿਵੇਂ ਲੈ ਰਹੇ ਪਬਲਿਸ਼ਰਾਂ ਕੋਲੋਂ, ਜਾਂ ਪਬਲਿਸ਼ਰ ਕਿਵੇਂ ਦੇ ਰਿਹਾ। ਹਾਂਜੀ। ਮੇਰਾ ਆਪਣਾ ਜੋ ਤਜਰਬਾ ਬਹੁਤ ਥੋੜਾ ਕੁਝ ਮਿਲ ਰਿਹਾ ਵੀ ਜਿਵੇਂ ਹੁਣੀ ਕਿਤਾਬ ਆ ਮੇਰੀ ਛਪੀ ਆ ਨਵੀਂ, ਤਾਂ ਲੇਖਕ ਮੇਰੀ ਪ੍ਰਕਾਸ਼ਕ ਦੇ ਨਾਲ 10% ਰਾਇਲਟੀ ਜਿਹੜੀ ਉਹ ਤੈਅ ਹੋਈ ਸੀ। ਤਾਂ 10% ਬੜਾ ਥੋੜਾ ਬਣਦਾ, ਮਤਲਬ ਉਹ ਨਾ ਬਣਿਆ ਵਰਗਾ ਬਣਦਾ। ਤਾਂ ਕੁਝ ਲੰਮਾ ਚੌੜਾ ਹੈ ਨਹੀਂ ਕੱਢਣ ਪਾਉਣ ਨੂੰ ਇਹਦੇ 'ਚ। ਬਸ ਹਾਂ, ਤਸੱਲੀ ਇਸ ਗੱਲ ਦੀ ਵੀ ਵੈਸੇ ਹੁੰਦੀ ਹੈ ਲਾਜ਼ਮੀ ਵੀ ਅਸੀਂ ਜਿਹੜੇ ਸਮੇਂ 'ਚ ਗੁਜ਼ਰ ਰਹੇ ਹਾਂ, ਜਾਂ ਜੋ ਹਾਲ ਆ ਪੰਜਾਬੀ ਦੇ ਵਿੱਚ ਵੀ ਲੋਕ ਪੈਸੇ ਚੁੱਕ ਕੇ ਤੁਰੇ ਫਿਰਦੇ ਪ੍ਰਕਾਸ਼ਕਾਂ ਦੇ ਮਗਰ ਮੇਰੀ ਕਿਤਾਬ ਛਾਪ ਦਿਓ। ਈਵਨ ਮੈਂ ਮਤਲਬ ਨਾਂ ਲੈ ਬਿਨਾਂ ਦੱਸਦਾ, ਮੈਂ ਮੇਰੇ ਇੱਕ ਮਿੱਤਰ ਦੀ ਗੱਲ, ਦੋਸਤ ਕਵੀ ਮਿੱਤਰ ਦੀ ਗੱਲ, ਬੜਾ ਅੱਛਾ ਸ਼ਾਇਰ, ਔਰ ਉਹ ਦੱਸ ਰਿਹਾ ਕਿ ਇੰਨੇ ਪੈਸੇ ਦਿੱਤੇ ਉਹਦੀ ਸੈਕਿੰਡ ਕਿਤਾਬ ਛਪਣੀ ਹੈ। ਮੈਂ ਹੈਰਾਨ ਹੋ ਕੇ ਪੁੱਛਿਆ, ਮੈਂ ਕਿਹਾ ਤੁਹਾਨੂੰ ਵੀ ਪੈਸੇ ਦੇਣੇ ਪੈ ਰਹੇ ਵੀ ਇਹ ਕੀ ਮਤਲਬ ਕਮਾਲ ਹੋ ਗਈ ਇਹ ਵੀ ਘੱਟੋ ਘੱਟ ਕੋਈ ਨਹੀਂ ਦੇ ਰਿਹਾ, ਘੱਟੋ ਘੱਟ ਫ੍ਰੀ ਤਾਂ ਛਾਪੇ ਵੀ। ਜੇ ਤੁਹਾਨੂੰ 10% ਕੋਈ 5% ਕੁਛ ਨਹੀਂ ਕਿਸੇ ਪਬਲਿਸ਼ਰ ਨੇ ਦੇਣਾ, ਤੇ ਘੱਟੋ ਘੱਟ ਲਵੇ ਵੀ ਨਾ। ਤੁਹਾਡੀ ਕਿਤਾਬ ਛਾਪੇ, ਤੁਹਾਨੂੰ 150 ਕਿਤਾਬਾਂ ਵਜਾਨੇ ਵਜੋਂ ਦੇ ਦੇ, ਬਸ ਗੱਲ ਮੁੱਕ ਗਈ। ਹਾਲਾਂਕਿ ਕਿਉਂਕਿ ਜੇ 10% ਵੀ ਦੇ ਦੇ ਤਾਂ ਕਿਹੜਾ ਕੋਈ ਬੜੀ ਲੱਖਾਂ ਰੁਪਈਆਂ ਦੀ ਅਮਾਊਂਟ ਬਣਦੀ ਆ, ਤਾਂ ਵੀ ਫ੍ਰੀ ਤਾਂ ਘੱਟੋ ਘੱਟ ਛਪਣੀ ਬਣਦੀ ਆ, ਛਪਣੀ ਚਾਹੀਦੀ ਆ। ਉਹ ਕਹਿੰਦਾ ਨਾ ਯਾਰ, ਉਹ ਕਹਿੰਦਾ ਵੀ ਇੰਨੇ ਪੈਸੇ ਲੱਗਣਗੇ। ਮੈਂ ਤਾਂ ਕਈਆਂ ਨੂੰ ਪੁੱਛਿਆ, ਕਹਿੰਦੇ ਇੰਨੇ ਪੈਸੇ ਲੱਗਣਗੇ। ਮੈਂ ਫਿਰ ਇੱਕ ਨੂੰ ਜਿਹੜਾ ਮੈਨੂੰ ਠੀਕ ਲੱਗਾ ਮੈਂ ਉਹਨੂੰ ਪੈਸੇ ਤੇ ਖਰੜਾ ਫੜਾਤਾ। ਸੋ ਫਿਰ ਉਸ ਦੌਰ 'ਚ ਇਹ ਵੀ ਲੱਗਦਾ ਕਿ ਚਲੋ ਮਤਲਬ ਮੇਰੀ ਪਹਿਲੀ ਕਿਤਾਬ ਵੀ ਫ੍ਰੀ ਛਪੀ, ਦੂਜੀ ਤੀਜੀ ਸਾਰੀਆਂ ਕਿਤਾਬਾਂ ਫ੍ਰੀ ਛਪੀਆਂ। ਉਹਨਾਂ ਦੇ ਐਡੀਸ਼ਨ ਈਵਨ ਆਸ ਅਜੇ ਬਾਕੀ ਤੋਂ ਉਸ ਪਲ ਅਸੀਂ ਤੀਜੀ ਵਾਰ ਛਾਪੀ ਆ, ਤਾਂ ਸਾਰੀ ਵਾਰ ਫ੍ਰੀ ਛਪੀ ਆ। ਸਗੋਂ ਹੀ ਵਜ਼ਾਨੇ 'ਚ ਮੈਂ ਮਰਜ਼ੀ ਨਾਲ ਕਿਤਾਬਾਂ ਵੀ ਲੈ ਸਕਿਆ ਪਬਲਿਸ਼ਰ ਕੋਲੋਂ ਕਿ ਮੈਨੂੰ 100 ਕਾਪੀ ਦੇ ਦਿਓ ਜਾਂ ਜੋ ਵੀ। ਤਾਂ ਉਹ ਸਾਰੇ ਕੁਛ 'ਚ ਫਿਰ ਇੰਨੀ ਕੁ ਗੱਲ ਦੀ ਤਸੱਲੀ ਆ ਵੀ ਬੜਿਆਂ ਨਾਲੋਂ ਆਪਾਂ ਸਹੀ ਆ ਵੀ ਚਲੋ ਤੁਹਾਡੀ ਗੱਲ ਲੋਕ ਵੀ ਕਰ ਰਹੇ ਆ ਤੇ ਪਬਲਿਸ਼ਰ ਵੀ ਕਹਿੰਦਾ ਵੀ ਦੇ ਦਿਓ ਕਿਤਾਬ। ਇੰਨਾ ਹੀ ਸ਼ੁਕਰ ਮਨਾਈਦਾ। ਪਰ ਜਿਹੜਾ ਕੁਛ ਮਿਲ ਰਿਹਾ ਉਹ ਬੜਾ ਥੋੜਾ ਮਿਲ ਰਿਹਾ। ਚੁੱਲ੍ਹਾ ਤਾਂ ਬਹੁਤ, ਮੈਨੂੰ ਲੱਗਦਾ ਦੂਰ ਦੀ ਗੱਲ, ਸਿਲੰਡਰ ਵੀ ਨਹੀਂ ਭਰਾ ਸਕਦੇ ਤੁਸੀਂ, ਹੈ ਨਾ ਵੀ। ਉਹ ਪਤਾ ਨਹੀਂ ਕਿੱਦਣ ਪੈਸੇ ਪਬਲਿਸ਼ਰ ਦਊਗਾ, ਕੀ ਕਰੂਗਾ, ਤੇ ਹੈ ਮੰਦਾ ਹਾਲ ਆ ਲੈ ਦੇ ਕੇ। 6 ਕਿਤਾਬਾਂ ਲਿਖੀਆਂ ਹੁਣ ਤੱਕ ਤੁਸੀਂ? ਹਾਂ, 3 ਬੱਚਿਆਂ ਦੀਆਂ, ਤੇ ਜਿਨ੍ਹਾਂ 'ਚੋਂ ਬਾਲ ਸਾਹਿਤ ਆ। ਜਦੋਂ ਕਰਨੈਲ ਸਿੰਘ ਸੋਮਲ ਹੋਣਾ ਨਾਲ ਕਈ ਵਾਰੀ ਸਾਡੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਹੁੰਦੇ ਨੇ ਵੀ ਸਭ ਤੋਂ ਵੱਡੀ ਕਮੀ ਹੈ ਜਿਹੜੀ ਅੱਜ ਕੱਲ੍ਹ, ਉਹ ਬਾਲ ਸਾਹਿਤ ਨਹੀਂ ਲਿਖਿਆ ਜਾ ਰਿਹਾ, ਹੈ ਨਾ। ਅੱਗੇ ਵੀ ਇਸ ਚੀਜ਼ 'ਚ ਕੰਟੀਨਿਊ ਕਰੋਗੇ ਬਾਲ ਸਾਹਿਤ? ਹਾਂ, ਨਹੀਂ ਮੈਂ ਕਰੂੰਗਾ, ਬਿਲਕੁਲ ਕਰੂੰਗਾ। ਔਰ ਈਵਨ ਹੁਣ ਮੇਰਾ ਇਸ ਕਿਤਾਬ ਨੂੰ ਛਪ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਸ਼ਿੱਦਤ ਨਾਲ ਮਾਣ ਆ ਕਿ ਮੈਂ ਬੱਚਿਆਂ ਲਈ ਜਾਂ ਤਾਂ ਨਾਵਲ ਲਿਖ ਸਕਾਂ ਜਾਂ ਬਾਲ ਕਹਾਣੀਆਂ ਦੀ ਕਿਤਾਬ ਲਿਖ ਸਕਾਂ। ਥੋੜ੍ਹਾ ਜਿਹਾ ਮਤਲਬ ਜਿਸ ਦਿਨ ਵੀ ਵਹਾ ਹੋ ਗਿਆ, ਬਣ ਗਿਆ, ਮੈਂ ਕਰਨਾ ਵਾ ਕੰਮ ਇਸ ਕਿਸਮ ਦਾ। ਕਿਉਂਕਿ ਮੈਂ ਸ਼ੁਰੂਆਤ ਬਾਲ ਸਾਹਿਤ ਤੋਂ ਕੀਤੀ ਸੀਗੀ। ਮੈਨੂੰ ਖੁਦ ਮਤਲਬ ਮੈਨੂੰ ਯਾਦ ਆ ਵੀ ਬਚਪਨ ਤੋਂ ਮੈਨੂੰ ਬਾਲ ਕਹਾਣੀਆਂ ਬਹੁਤ ਪਸੰਦ ਸੀਗੀਆਂ। ਮੈਂ ਆਪਣੀ ਦਾਦੀ ਕੋਲੋਂ, ਨਾਨੀ ਕੋਲੋਂ ਬੜੀਆਂ ਬਾਤਾਂ ਸੁਣੀਆਂ, ਜਾਂ ਜਿੰਨੀਆਂ ਬੱਚਿਆਂ ਨਾਲ ਜੁੜੀਆਂ ਕਹਾਣੀਆਂ ਮੈਨੂੰ ਬੜੀਆਂ ਪਸੰਦ ਆਉਂਦੀਆਂ ਸੀਗੀਆਂ। ਈਵਨ ਤੁਸੀਂ ਸਕੂਲ ਦੀਆਂ, ਸਾਡੇ ਸਕੂਲ ਸਿਲੇਬਸ ਦੀਆਂ ਵੀ, ਜਿਵੇਂ ਮੰਨ ਲਓ ਲਾਲਚੀ ਕੁੱਤਾ ਔਰ ਘੁੱਗੀ ਵਾਲੀ, ਮੱਖੀ ਵਾਲੀ, ਉਹ ਮੈਨੂੰ ਬੜਾ ਤਿਲਸਮ ਦਿੰਦੀਆਂ ਸੀਗੀਆਂ। ਬੜਾ ਇੱਕ ਸੁਪਨਮਈ ਸੰਸਾਰ ਜਿਹਾ ਮੈਨੂੰ ਬੜਾ ਹੈਰਾਨੀਜਨਕ ਲੱਗਦਾ ਸੀਗਾ ਔਰ ਬੜਾ ਮਜ਼ਾ ਆਉਂਦਾ ਸੀ। ਸੋ ਉਸ ਨਾਤੇ ਮੈਨੂੰ ਐਂ ਲੱਗਦਾ ਕਿ ਬੱਚੇ ਬਹੁਤ ਸੈਂਸਿਟਿਵ ਔਰ ਖਿਆਲੀ ਦੁਨੀਆ 'ਚ ਰਹਿਣ ਵਾਲੇ ਵੀ ਹੁੰਦੇ ਆ, ਉਹਨਾਂ ਨੂੰ ਕਲਪਨਾਵਾਂ ਵੀ ਚੰਗੀਆਂ ਲੱਗਦੀਆਂ। ਸੋ ਉਸ ਕਰਕੇ ਵੀ ਮੇਰਾ ਮਨ ਕਰਦਾ ਕਿ ਇਹਨਾਂ ਲਈ ਕੰਮ ਕਰਦੇ ਰਹਿਣਾ ਚਾਹੀਦਾ। ਕਮੀ ਤਾਂ ਹੈਗੀ ਆ ਜਿਹੜੀ ਤੁਸੀਂ ਗੱਲ ਕੀਤੀ। ਸੋ ਉਸ ਕਰਕੇ ਵੀ ਮੈਨੂੰ ਲੱਗਦਾ ਕਿ ਜੇ ਮੈਂ ਪਹਿਲਾਂ ਲਿਖਿਆ ਜਾਂ ਮੈਂ ਲਿਖ ਰਿਹਾ ਜਾਂ ਮੈਂ ਸ਼ੁਰੂਆਤ ਹੀ ਉਹਦੇ ਤੋਂ ਕੀਤੀ ਸੀਗੀ, ਜਾਂ ਮੇਰੇ ਅੰਦਰ ਮਾੜਾ ਮੋਟਾ ਕੁਝ ਬਾਲ ਕਹਾਣੀ ਲਿਖਣ ਦਾ ਹੈਗਾ, ਤਾਂ ਮੈਨੂੰ ਆਪਣਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ। ਇਸ ਕਰਕੇ ਹੋ ਸਕਦਾ ਕਿ ਜਲਦੀ ਕੁਛ ਮੈਂ ਅਗਲੀ ਕਿਤਾਬ ਬੱਚਿਆਂ ਲਈ ਕਰਾਂ। ਹਾਂਜੀ, ਹੁਣ ਤੱਕ ਕਹਾਣੀਆਂ ਦੀਆਂ ਕਿਤਾਬਾਂ ਨੇ, ਇਸ ਤੋਂ ਬਾਅਦ ਕੋਈ ਨਾਵਲ ਜਾਂ ਕੁਛ, ਜਿਵੇਂ ਬਹੁਤ ਵਾਰੀ ਹੁੰਦਾ ਕਿ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਲੋਕ ਤਜਰਬੇ ਉੱਦਾਂ ਦੇ ਵੀ ਲਿਖਦੇ ਆ ਨਾ। ਚਲੋ ਸਵੈ ਜੀਵਨੀ 'ਚ ਅਸੀਂ ਉਹਨੂੰ ਨਹੀਂ ਗਿਣਦੇ। ਨਾਵਲ ਵੀ ਲਿਖਣ ਦੀ ਇੱਛਾ ਹੈ? ਇੱਛਾ 1-2 ਵਾਰ ਪੈਦਾ ਹੋਈ, ਪਰ ਮੈਂ ਲਿਖ ਨਹੀਂ ਸਕਿਆ। ਸ਼ਾਇਦ ਨਾਵਲ ਦਾ ਜੋ ਕਰਾਫਟ ਆ, ਜੋ ਸਾਰਾ ਕੁਛ, ਉਹ ਮੇਰੇ ਉਸ ਢੰਗ ਨਾਲ ਨਹੀਂ ਪਕੜ 'ਚ ਆਇਆ। ਜਾਂ ਉਹ ਕਹਿ ਲਓ ਕਿ ਨਾਵਲ ਦੀ ਕਹਾਣੀ ਨੂੰ ਫੈਲਾ ਸਕਣਾ ਜਾਂ ਮੇਰੀ, ਹੈ ਨਾ, ਉਸ ਤਰ੍ਹਾਂ ਦਾ ਮੇਰਾ ਅਭਿਆਸ ਨਹੀਂ ਹੋ ਸਕਿਆ। ਮੈਂ ਛੋਟਾ ਜਿਹਾ ਇੱਕ ਪਿੱਛੇ ਜੇ ਲਿਖਿਆ ਸੀਗਾ ਨਾਵਲ ਟਾਈਪ, ਤਾਂ ਉਹ 2-4 ਦੋਸਤਾਂ ਨੂੰ ਪੜ੍ਹਾਇਆ। ਉਹਨਾਂ ਨੇ ਕਿਹਾ ਵੀ ਤੂੰ ਰਹਿਣ ਦੇ,
ਔਰ ਇੱਕ ਦੋ ਸੀਨੀਅਰ ਵਿਦਵਾਨ ਦੋਸਤਾਂ ਨੇ ਤਾਂ ਬਿਲਕੁਲ ਇਹ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਤੂੰ ਐਵੇਂ ਦੀ ਮਾੜੀ ਰਚਨਾ ਐਵੇਂ ਹੀ ਛਪਵਾ ਕੇ 'ਚ ਬਹਿ ਜੇ ਵੀ ਇਹਨੂੰ ਭੁੱਲ ਜਾ, ਡਿਲੀਟ ਕਰ ਦੇ ਉਹ। ਤਾਂ ਮੈਂ ਫਿਰ ਉਹ ਖਿਆਲ ਹੀ ਤਿਆਗਤਾ ਕਿ ਨਹੀਂ, ਐਵੇਂ ਦੀਆਂ ਚੀਜ਼ਾਂ ਨਹੀਂ ਕਰਨੀਆਂ, ਜਿਹੜੀ ਚੀਜ਼ ਕਰਨੀ ਆਉਂਦੀ ਆ ਉਹੀ ਕਰ ਲਓ। ਵੀ ਜ਼ਰੂਰੀ ਨਹੀਂ ਕਿ ਹਰ ਨਾਵਲਕਾਰ ਕਹਾਣੀਕਾਰ ਨਾਵਲ ਲਿਖੇ, ਕਿਉਂਕਿ ਮੈਨੂੰ ਯਾਦ ਆ ਵੀ ਜੇ ਐ ਨਹੀਂ ਕਿ ਉਹ ਤਾਂ ਬਹੁਤ ਵੱਡੇ ਨੇ, ਕੰਪੇਅਰ ਵਰਗੀ ਗੱਲ ਨਹੀਂ, ਪਰ ਵਿਰਕ ਹੁਣਾਂ ਨੇ ਕੋਈ ਨਾਵਲ ਥੋੜ੍ਹੀ ਲਿਖਿਆ, ਸਾਰੀ ਉਮਰ ਕਹਾਣੀ ਲਿਖਦੇ ਨੇ। ਈਵਨ ਵਰਿਆਮ ਸੰਧੂ ਹੁਣਾਂ ਦੀ ਆਪਾਂ ਗੱਲ ਕਰ ਰਹੇ ਸਾਂ, ਉਹਨਾਂ ਦੀਆਂ ਮੈਨੂੰ ਬੜੀਆਂ ਪਸੰਦ ਨੇ ਕਹਾਣੀਆਂ ਵੀ, ਔਰ ਉਹਨਾਂ ਨੇ ਸਾਰੀਆਂ ਕਹਾਣੀਆਂ ਲਿਖੀਆਂ। ਤਾਂ ਸੋ ਲਾਜ਼ਮੀ ਨਹੀਂ ਕਿ ਤੁਸੀਂ ਨਾਵਲ ਲਿਖੋ, ਸੋ ਇਸ ਕਰਕੇ ਲਾਜ਼ਮੀ ਨਹੀਂ ਕਿ ਮੈਂ ਵੀ ਨਾਵਲ ਲਿਖਾਂ। ਜੇ ਲਿਖਿਆ ਗਿਆ ਤਾਂ ਕੋਈ ਨਾ ਵੀ ਨਹੀਂ, ਪਰ ਜੇ ਨਹੀਂ ਲਿਖਿਆ ਜਾਂਦਾ ਤਾਂ ਮੈਂ ਕੋਈ ਧੱਕੇਸ਼ਾਹੀ ਖੁਦ ਨਾਲ ਜਾਂ ਨਾਵਲ ਨਾਲ ਨਹੀਂ ਕਰਨੀ। ਕਹਾਣੀ ਮੈਨੂੰ ਲਿਖਣੀ ਜਿੰਨੀ ਕੁ ਆਉਂਦੀ ਆ ਮੈਂ ਫਿਰ ਉਹਦੇ 'ਚ ਆਪਣਾ ਕਰਦੇ ਰਹੂੰਗਾ। ਹਾਂਜੀ, ਮੈਨੂੰ ਲੱਗਦਾ ਹੁੰਦਾ ਵੀ ਹਰ ਲੇਖਕ ਦੀ ਇੱਕ ਖਾਸੀਅਤ ਹੁੰਦੀ ਆ। ਜਦੋਂ ਤੁਸੀਂ ਕਿਸੇ ਬੁੱਕ ਸ਼ਾਪ 'ਤੇ ਜਾਓਗੇ, ਉਹਨਾਂ ਨੂੰ ਪੁੱਛੋਗੇ ਵੀ ਕਹਾਣੀ ਕਿਹਦੀ, ਤਾਂ ਸਭ ਤੋਂ ਪਹਿਲਾਂ ਕੁਲਵੰਤ ਵਿਰਕ ਹੋਣਾ ਦਾ ਨਾਂ ਲੈਣਗੇ ਨਾ, ਕਿ ਤੁਸੀਂ ਉਹਨਾਂ ਦੀਆਂ। ਤੁਸੀਂ ਨਾਵਲ ਪੁੱਛੋਗੇ ਤਾਂ ਹਰ ਕੋਈ ਤੁਹਾਨੂੰ ਜਸਵੰਤ ਕੰਵਲ ਹੋਣਾ ਦਾ ਜਾਂ ਨਾਨਕ ਸਿੰਘ ਹੋਣਾ ਦੇ ਨਾਵਲ ਫੜਾਏਗਾ। ਸਵੈ ਜੀਵਨੀ ਪੁੱਛਦੇ ਤਾਂ ਬਚਿੰਤ ਕੌਰ ਹੋਣਾ ਦੀ ਸਵੈ ਜੀਵਨੀ ਆ, ਜਿਹੜੀ ਹਰ ਜਗ੍ਹਾ ਪਈ ਹੁੰਦੀ ਹੈ ਨਾ, ਤੇ ਇਹ ਇੱਕ ਆਪਣਾ ਇੱਕ ਬਿਲਕੁਲ ਦਾਇਰਾ ਬਣ ਜਾਂਦਾ। ਦਾਇਰਾ ਜਿਵੇਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ, ਮੈਨੂੰ ਜਤਿੰਦਰ ਹਾਂਸ ਬਹੁਤ ਯਾਦ ਆ ਰਹੇ ਨੇ। ਇਸ ਇੰਟਰਵਿਊ 'ਚ ਅਸੀਂ ਉਹਨਾਂ ਨੂੰ ਇੱਕ ਫੰਕਸ਼ਨ 'ਤੇ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਆਪਣੇ ਬਾਰੇ ਦੱਸੋ। ਕਹਿੰਦੇ ਵੀ ਸਟੇਜ 'ਤੇ ਗਏ, ਕਹਿੰਦੇ ਮੈਂ ਜਤਿੰਦਰ ਹਾਂਸ ਇੱਕ ਕਹਾਣੀਕਾਰ ਹਾਂ, ਸ਼ੁਕਰੀਆ। ਉਹ ਤਾਂ ਬਹੁਤ, ਜਤਿੰਦਰ ਤਾਂ ਸਾਡਾ ਪਿਆਰਾ ਮਿੱਤਰ, ਔਰ ਮਤਲਬ ਮੈਨੂੰ ਫਿਰ ਜਤਿੰਦਰ ਨੂੰ ਵੇਖ ਕੇ ਹੌਸਲਾ ਹੋ ਜਾਂਦਾ ਵੀ ਮੈਂ ਤਾਂ ਗੱਲਾਂ ਕਰ ਲੈਂਦਾ। ਬਿਲਕੁਲ, ਤੁਸੀਂ ਦੋਵੇਂ ਇੱਕੋ ਜਿਹੀ ਮਤਲਬ ਇੱਕੋ ਤਰ੍ਹਾਂ ਨਾਲ ਬੋਲਦੇ ਹੋ, ਸਮਝਦੇ ਹੋ। ਤਾਂ ਮੈਂ ਪਰ ਫਿਰ ਵੀ ਮੈਂ ਫਿਰ ਜਤਿੰਦਰ ਨੂੰ ਵੇਖ ਕੇ ਹੌਸਲਾ, ਜਦ ਮਾੜੇ ਭਲਵਾਨ ਨੂੰ ਦੇਖ ਕੇ ਕਹਿ ਲਓ ਅਖਾੜੇ ਦੇ ਵਿੱਚ ਬੰਦਾ, ਤਾਂ ਮੈਂ ਜਤਿੰਦਰ ਨੂੰ ਦੇਖ ਕੇ ਹੌਸਲਾ ਫੜ ਜਾਂਦਾ ਵੀ ਮੈਂ ਤੇ ਤੋਂ ਜ਼ਿਆਦਾ ਹੀ ਬੋਲ ਲੈਂਦਾ, ਕੋਈ ਗੱਲ ਨਹੀਂ। ਹਾਲਾਂਕਿ ਡਾਇਸ 'ਤੇ ਜਾਂਦਿਆਂ ਡਰ ਵੀ ਆਉਂਦਾ ਹੋਵੇ, ਮੇਰੇ ਨਾਲ ਕਦੇ ਇੱਕ ਅੱਧੀ ਵਾਰ ਐਂ ਤਾਂ ਤਜਰਬਾ ਹੋਇਆ ਡਾਇਸ 'ਤੇ ਜਾਣ ਵਾਲਾ, ਪਰ ਫਿਰ ਉਹੀ ਗੱਲ ਵੀ ਮੈਨੂੰ ਜਤਿੰਦਰ ਸੱਚੀ ਚੇਤੇ ਆਉਂਦਾ ਬਹੁਤ ਵਾਰ ਵੀ ਕੋਈ ਨਹੀਂ ਯਾਰ, ਮੈਂ ਉਹਦੇ ਨੂੰ ਤਾਂ ਜ਼ਿਆਦਾ ਹੀ ਬੋਲ ਲੈਂਦਾ। ਬਿਲਕੁਲ। ਤੁਸੀਂ ਜਿਵੇਂ ਹੁਣ ਇਸ ਸਟੇਜ 'ਤੇ ਹੈ ਨਾ, ਇੱਕ ਤਰ੍ਹਾਂ ਨਾਲ ਬੰਦਾ, ਜਿਵੇਂ ਆਪਾਂ ਕਹਿੰਦੇ ਹਾਂ ਚਲੋ ਅਵਾਰਡ, ਹੁਣ ਤਾਂ ਇਹ ਦੌਰ ਆ ਗਿਆ ਵੀ ਲੋਕ ਕਹਿੰਦੇ ਨੇ ਵੀ ਨਾ ਵੀ ਮਿਲੇ ਤਾਂ ਵੀ ਚੰਗੀ ਗੱਲ ਆ ਨਾ। ਬਹੁਤ ਸਾਰੀਆਂ ਧੜੇਬੰਦੀਆਂ ਵੀ ਹੋ ਗਈਆਂ ਨੇ, ਬਹੁਤ ਸਾਰੀਆਂ ਸਿਫਾਰਸ਼ਾਂ 'ਤੇ ਵੀ ਅਵਾਰਡ ਜਿਹੜੇ ਨੇ ਪਹੁੰਚ ਗਏ ਨੇ। ਪਰ ਆਉਣ ਵਾਲੇ ਸਮੇਂ 'ਚ ਜੋ ਹੁਣ ਤੱਕ ਲਿਖਿਆ, ਲੱਗਦਾ ਹੈ ਕਿ ਮੈਂ ਮੁਕੰਮਲ ਹਾਂ, ਮਤਲਬ ਲਿਖਣ ਵਾਲੇ ਖੇਤਰ ਦੇ ਵਿੱਚ ਮੈਂ ਮੁਕੰਮਲ ਹਾਂ ਜਿਵੇਂ ਦਾ ਲੇਖਕ ਮੈਂ ਖੁਦ ਨੂੰ ਸੋਚਦਾ ਸੀ? ਨਹੀਂ, ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਮੁਕੰਮਲ ਵਾਲੀ ਗੱਲ ਸੋਚਣ ਲੱਗ ਗਏ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ। ਇੱਕ ਤਾਂ ਸਭ ਤੋਂ ਵੱਡੀ ਗੱਲ ਇਹੀ ਆ ਵੀ ਮੁਕੰਮਲ ਤਾਂ ਆਪਣੇ ਆਪ 'ਚ ਕੁਝ ਹੁੰਦਾ ਹੀ ਨਹੀਂ ਕਦੇ। ਦੂਸਰੀ ਚੀਜ਼ ਇਹ ਆ ਕਿ ਮੈਨੂੰ ਇਹ ਲੱਗਦਾ ਵੀ ਮੈਂ ਸੋਹਣੀ ਕਹਾਣੀ ਅਜੇ ਹੋਰ ਲਿਖਣੀ ਆ। ਮਤਲਬ ਇਹਨਾਂ ਦਿਨਾਂ 'ਚ ਕੁਦਰਤੀ ਹੁੰਦਾ ਨਾ, ਤੁਹਾਡੇ ਮਨ ਦਾ ਵਹਾਅ ਹੁੰਦਾ। ਮੇਰਾ ਬਹੁਤ ਜੀਅ ਕਰ ਰਿਹਾ, ਮੌਕਾ ਨਹੀਂ ਬਣ ਰਿਹਾ ਕਈ ਕਾਰਨਾਂ ਕਰਕੇ, ਅੱਜ ਕੱਲ੍ਹ ਵੀ ਸਮਾਂ ਨਹੀਂ ਮਿਲ ਪਾ ਰਿਹਾ। ਮੇਰਾ ਬਹੁਤ ਜੀਅ ਕਰ ਰਿਹਾ ਸੀਗਾ ਪਿਛਲੇ ਦਿਨਾਂ 'ਚ ਵੀ ਲੈਪਟਾਪ ਖੋਲ੍ਹਾਂ, ਕਹਾਣੀ ਲਿਖਾਂ। ਔਰ ਮੇਰਾ ਮਤਲਬ ਮੈਂ ਖੁਦ ਨਾਲ ਜਾਂ ਕਿਸੇ ਦੋਸਤ ਨਾਲ ਗੱਲ ਕਰ ਰਿਹਾ ਸੀ ਵੀ ਮੇਰਾ ਬਹੁਤ ਸੋਹਣੀ ਕਹਾਣੀ ਲਿਖਣ ਨੂੰ ਜੀਅ ਕਰ ਰਿਹਾ। ਕੰਟੀਨਿਊ ਨਹੀਂ ਲਿਖਦਾ ਮੈਂ, ਬੜਾ ਜ਼ਿਆਦਾ ਇੰਜ ਲਿਖਦਾ ਜੇ ਵੀ 2 ਲਾਈਨਾਂ ਲਿਖ ਕੇ ਵੀ ਕਈ ਵਾਰ ਲੈਪਟਾਪ ਬੰਦ ਕਰ ਦਿੰਦਾ। ਕਈ ਵਾਰ ਸਮਾਂ ਨਹੀਂ ਹੋ ਪਾਉਂਦਾ, ਕੋਈ ਵਿੱਚ ਐਡ ਆ ਗਈ ਕਹਿ ਲਓ, ਮਤਲਬ ਕੋਈ ਮਸਲਾ ਖੜਾ ਹੋ ਗਿਆ, ਕੰਮ ਪੈ ਗਿਆ, ਜਾਂ ਮੇਰਾ ਮਨ ਟੁੱਟ ਗਿਆ, ਜਾਂ ਕੋਈ ਕੁਛ ਵੀ ਹੋ ਗਿਆ, ਤਾਂ ਮੈਂ ਕਈ ਵਾਰ 2 ਲਾਈਨਾਂ ਲਿਖ ਕੇ ਵੀ ਬੰਦ ਕਰ ਦਿੰਦਾ। ਤਾਂ ਕੋਈ ਉਸ ਕਿਸਮ ਦਾ ਸਾਧਕ ਵੀ ਮੈਂ ਨਹੀਂ ਵੀ ਸਵੇਰੇ ਉੱਠਣਾ 4 ਵਜੇ ਪੈਟਰਨ ਨਾਲ ਫਿਰ 5 ਘੰਟੇ ਪੜ੍ਹਨਾ ਜਾਂ 2 ਘੰਟੇ ਪੜ੍ਹਨਾ। ਈਵਨ ਰੀਡਿੰਗ ਦਾ ਵੀ ਮੇਰਾ ਸੇਮ ਆ ਵੀ ਮੈਂ ਦਿਨ 'ਚ 10 ਵਾਰ ਕਿਤਾਬ ਚੱਕਦਾ, 2 ਸਫ਼ੇ 5 ਸਫ਼ੇ ਪੜ੍ਹ ਕੇ ਰੱਖ ਦਿੰਦਾ। ਕਈ ਵਾਰ ਮਤਲਬ ਸਮਾਂ ਹੁੰਦਾ ਨਾ, ਕਈ ਵਾਰ ਹੁਣ ਅੱਜ ਕੱਲ੍ਹ ਜਾਂ ਹੁਣ ਇਸ ਕਿਸਮ ਦਾ ਸਮਾਂ ਹੀ ਚੱਲ ਰਿਹਾ ਮੇਰਾ ਵੀ ਥੋੜ੍ਹਾ ਪਰਿਵਾਰਕ ਜ਼ਿੰਮੇਵਾਰੀਆਂ ਉਸ ਤਰ੍ਹਾਂ ਦਾ ਸਾਰਾ ਥੋੜ੍ਹਾ ਹੈ ਆ ਕਿ ਮੈਂ ਉਨਾ ਜ਼ਿਆਦਾ ਉਸ ਢੰਗ ਨਾਲ ਨਹੀਂ ਸਮਾਂ ਦੇ ਪਾ ਰਿਹਾ ਪਹਿਲਾਂ ਦੇ ਮੁਕਾਬਲੇ। ਪਰ ਪਹਿਲਾਂ ਨਾਲ ਵੀ ਜੇ ਮੈਂ ਕੰਪੇਅਰ ਕਰਾਂ ਤਾਂ ਮੈਂ ਇੰਨਾ ਜ਼ਿਆਦਾ ਇੰਜ ਕਦੇ ਨਹੀਂ ਲਿਖ ਸਕਿਆ ਵੀ ਇੱਕ ਰੇਖਾ 'ਚ ਵੱਜ ਕੇ ਵੀ ਜੇ 4 ਵਜੇ ਬੈਠਾਂ ਤਾਂ 6 ਵਜੇ ਤੱਕ ਕੰਮ ਕਰਨਾ, ਫਿਰ ਉਸ ਤੋਂ ਬਾਅਦ ਰੂਟੀਨ ਜਿਹੜੀ ਜ਼ਿੰਦਗੀ ਸ਼ੁਰੂ ਕਰਨੀ ਆ ਵੀ ਬੰਦੇ ਨੇ ਤਿਆਰ ਹੋਣਾ, ਕੰਮ 'ਤੇ ਜਾਣਾ, ਜਾਂ ਉਸ ਕਿਸਮ ਦਾ ਮੇਰਾ ਪੈਟਰਨ ਨੂੰ ਕਦੇ ਨਹੀਂ ਰਿਹਾ। ਅਤੇ ਪਰ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਮੇਰਾ ਹੁਣ ਬਹੁਤ ਜੀਅ ਕਰ ਰਿਹਾ ਕਿ ਸੋਹਣੀ ਕਹਾਣੀ ਲਿਖਾਂ। ਹਾਲਾਂਕਿ ਸੋਹਣੀ ਕਹਾਣੀ ਦੀ ਜੇ ਹੁਣ ਤੁਸੀਂ ਕਹੋਗੇ ਵੀ ਸੋਹਣੀ ਦੀ ਤਾਂ ਵੈਸੇ ਕੋਈ ਡੈਫੀਨੇਸ਼ਨ ਹੀ ਹੈ ਨਹੀਂ ਵੀ ਸੋਹਣੀ ਕਹਾਣੀ ਹੁੰਦੀ ਕੀ ਆ, ਪਰ ਕਈ ਵਾਰ ਤੁਹਾਨੂੰ ਕਈ ਗੱਲਾਂ ਐਵੇਂ ਜੇ ਇੱਕ ਐਨਰਜੀ ਦਿੰਦੀਆਂ ਹੈ ਨਾ, ਵਾਈਬਸ ਹੁੰਦੀਆਂ ਮੈਨੂੰ ਲੱਗਦਾ ਆਲੇ ਦੁਆਲੇ, ਉਹ ਤੁਹਾਨੂੰ ਟੱਚ ਕਰਦੀਆਂ, ਤੁਹਾਨੂੰ ਲੱਗਦਾ ਕਿ ਮੈਂ ਆਹ ਚੀਜ਼ ਕਰਾਂ। ਸੋ ਮੈਂ ਅੱਜ ਕੱਲ੍ਹ ਮੇਰੇ ਨਾਲ ਉਹ ਹੋ ਰਿਹਾ ਵੀ ਮੇਰਾ ਸੋਹਣੀ ਕਹਾਣੀ ਲਿਖਣ ਨੂੰ ਜੀ ਕਰ ਰਿਹਾ। ਸੋ ਇਸ ਕਰਕੇ ਮੁਕੰਮਲ ਕੁਛ ਨਹੀਂ ਹੈ, ਹੋਰ ਕੰਮ ਕਰਨਾ, ਜਦੋਂ ਤੱਕ ਜੀਣਾ, ਮਤਲਬ ਇਹ ਤਾਂ ਬਹੁਤ ਕਲੀਅਰ ਆ ਮੈਂ ਇਸ ਗੱਲ ਲਈ। ਲੋਕ ਉਹਨੂੰ ਕਿੰਨਾ ਚੰਗਾ ਕਹਿੰਦੇ ਆ, ਪਾਠਕ ਆਲੋਚਕ ਉਹਨੂੰ ਕਿੰਨਾ ਹੁੰਗਾਰਾ ਦਿੰਦੇ ਆ, ਉਹ ਅੱਡ ਚੀਜ਼ਾਂ ਨੇ।
ਪਰ ਜਦੋਂ ਤੱਕ ਹੋਸ਼ ਆਵਾਸ਼ ਕਾਇਮ ਨੇ ਵੀ ਲਿਖਣਾ ਤਾਂ ਹੈ ਹੀ ਆ, ਪੜ੍ਹਨਾ ਵੀ ਹੈਗਾ, ਕਹਾਣੀ ਲਿਖਣੀ ਆ, ਕਹਾਣੀ ਦਾ ਮੋਹ ਆ ਮੇਰਾ ਬੜਾ ਜ਼ਿਆਦਾ, ਤਾਂ ਕਹਾਣੀ ਤਾਂ ਲਿਖਦੇ ਰਹਿਣਾ। ਖੁਦ ਸਭ ਤੋਂ ਜ਼ਿਆਦਾ ਕਿਹਨਾਂ ਨੂੰ ਪੜ੍ਹਦੇ ਹੋ? ਮੈਂ ਹਮੇਸ਼ਾ ਕਹਾਣੀ ਜਾਂ ਨਾਵਲ ਹੀ ਪੜ੍ਹੇ ਆ। ਪੋਇਟਰੀ ਮੈਂ ਪੜ੍ਹਦਾ ਵਾਂ ਪਰ ਬੜੀ ਸਿਲੈਕਟਡ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਾਂ ਖਾਸ ਤੌਰ 'ਤੇ ਜੇ ਮੈਂ ਪੜ੍ਹਾਂ ਤਾਂ ਗਜ਼ਲ ਪੜ੍ਹਦਾ। ਕਵਿਤਾ ਵਾਲੇ ਪਾਸੇ ਥੋੜ੍ਹਾ ਜਿਹਾ ਮੈਨੂੰ ਤਾਂ ਔਖ ਆਉਂਦੀ ਆ ਕਿ ਅੱਜ ਕੱਲ੍ਹ ਖੁੱਲ੍ਹੀ ਕਵਿਤਾ ਵਾਲਾ ਟਰੈਂਡ ਜਿਹੜਾ ਉਹ ਬੜਾ ਜ਼ਿਆਦਾ, ਔਰ ਖੁੱਲ੍ਹੀ ਕਵਿਤਾ ਦੇ ਵਿੱਚ ਵੀ ਬੜੇ ਨਾਂ ਐਸੇ ਹੈਗੇ, ਬੜੀ ਸੋਹਣੀ ਖੁੱਲ੍ਹੀ ਕਵਿਤਾ ਲਿਖਣ ਵਾਲੇ ਲੋਕ ਵੀ ਹੈਗੇ ਵੀ ਤੁਹਾਨੂੰ ਪੜ੍ਹ ਕੇ ਆਨੰਦ ਆਉਂਦਾ। ਬਹੁਤ ਸਾਰੇ ਮੇਰੇ ਵਰਗੇ ਐਵੇਂ ਦੇ ਵੀ ਹੈਗੇ ਵਿਚਾਰੇ ਸਿੱਖਣ ਵਾਲੇ ਆ ਜਿਹੜੇ ਅਜੇ ਵੀ ਉਹ ਉਸ ਢੰਗ ਨਾਲ, ਤਾਂ ਉਹ ਉਸ ਕਰਕੇ ਥੋੜ੍ਹਾ ਜਿਹਾ ਉੱਧਰੋਂ ਫਿਰ ਮੈਂ ਪਾਸੇ ਰੱਖ ਕੇ, ਪਰ ਮੈਂ ਜਿੰਨੇ ਨਾਲ ਹੈ ਪਹਿਲਾਂ ਵੀ ਹੈ ਨਾ ਮੇਰੇ ਜਿਹੜੇ ਹਾਣੀ ਜਾਂ ਸਮਕਾਲੀ ਕਹਿ ਲਓ ਜਾਂ ਥੋੜ੍ਹੇ ਵੱਡੇ ਵੀ, ਰਾਣੇ ਹੁਣੀ, ਹਾਂ ਸੁਣੀ, ਸਾਰੇ ਵਰਿਆਮ ਸਿੰਘ ਸੰਧੂ ਹੁਣੀ, ਵਿਰਕ, ਉਹਨਾਂ ਦੀ ਕਹਾਣੀ ਤਾਂ ਮੈਨੂੰ ਹਮੇਸ਼ਾ ਇਸੇ ਕਰਕੇ ਸੋਹਣੀ ਲੱਗਦੀ ਕਿ ਉਹਨਾਂ ਦਾ ਅੰਦਾਜ਼ ਮਤਲਬ ਇੰਨਾ ਜ਼ਿਆਦਾ ਵੱਡਾ ਸੀਗਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਕਿਹੜੀ ਗੱਲ 'ਚ ਉਹ ਕਹਾਣੀ ਬਣਾ ਰਹੇ ਆ, ਔਰ ਇੱਕ ਛਿਣ 'ਚ ਗੱਲ ਤੁਹਾਨੂੰ ਲੱਗ ਰਿਹਾ ਵੀ ਅੱਛਾ ਇੰਝ ਵੀ ਹੋ ਗਿਆ। ਔਰ ਇਹੀ ਕਹਾਣੀ ਦੀ ਖੂਬਸੂਰਤੀ ਹੁੰਦੀ। ਮੈਂ ਥੋੜ੍ਹੇ ਦਿਨ ਪਹਿਲਾਂ ਕਿਸੇ ਦੋਸਤ ਨਾਲ ਗੱਲ ਕਰ ਰਿਹਾ ਸੀ, ਅਸੀਂ ਕਲਾਸਿਕ ਕਹਾਣੀਆਂ ਦੀ ਗੱਲ ਕਰ ਰਹੇ ਸੀ। ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਕਲਾਸਿਕ ਕਿਹਨੂੰ ਕਹਿੰਦੇ, ਤੂੰ ਦੱਸ। ਉਹ ਕਹਿੰਦਾ ਕਲਾਸਿਕ ਉਹ ਆ, ਸਮਝ ਲਾ ਵੀ ਜੇ ਪਾਠਕ ਕਵੇ ਵੀ ਅੱਛਾ ਮੁੱਕ ਵੀ ਗਈ ਤਾਂ ਉਹ ਚੀਜ਼ ਹੈ ਨਾ, ਇਹ ਗੱਲ ਤੁਸੀਂ। ਔਰ ਫਿਰ ਉਹ ਕਹਾਣੀ ਉਹਨਾਂ ਦੀ ਜਿਹੜੀ ਵਿਰਕ ਹੁਣਾਂ ਦੀ ਤੁਸੀਂ ਅੱਜ ਪੜ੍ਹੋ, ਕੱਲ੍ਹ ਪੜ੍ਹੋ, 10 ਦਿਨ ਬਾਅਦ ਪੜ੍ਹੋ, 10 ਸਾਲਾਂ ਬਾਅਦ ਪੜ੍ਹੋ, ਤੁਹਾਨੂੰ ਲੱਗੂਗਾ ਵੀ ਇਹ ਵਾਪਰ ਸਕਦੀ ਹੈ। ਇਹੀ ਕਹਾਣੀ ਆ ਵੀ ਖੱਬਲ ਕਹਾਣੀ ਤੁਸੀਂ ਪੂਰੇ ਸੰਸਾਰ 'ਚ ਕਿਤੇ ਵੀ ਤਸੱਵਰ ਕਰ ਲਓ ਉਹਨੂੰ, ਉਹਦਾ ਜੋ ਕੈਨਵਸ ਆ, ਉਹਦੀ ਜੋ ਸਮੱਸਿਆ, ਉਹ ਪੂਰੇ ਸੰਸਾਰ ਦੀ ਸਮੱਸਿਆ। ਜਿੱਥੇ ਵੀ ਕਿਤੇ ਜ਼ਿੰਦਗੀਆਂ ਨੇ ਪੀੜ੍ਹੀਆਂ ਜਾਣਗੀਆਂ ਉਹਨਾਂ ਨੇ ਦੁਬਾਰਾ ਉੱਗਣਾ। ਉਹ ਕੋਈ ਕਹਾਣੀ ਪੰਜਾਬੀ ਕਹਾਣੀ ਥੋੜ੍ਹੀ ਆ ਕਿ 47 ਸਾਡੇ ਨਾਲ ਹੋਇਆ ਤਾਂ ਉਹਦੀ ਕਹਾਣੀ ਆ। ਉਹ ਤਾਂ ਕਿਤੇ ਵੀ, ਕਿਤੇ ਵਰਲਡ ਟ੍ਰੇਡ ਸੈਂਟਰ ਜੇ ਹਮਲਾ ਜੇ ਹੋਇਆ, ਲੋਕ ਮਾਰੇ ਗਏ ਅਮਰੀਕਾ ਦੇ ਵਿੱਚ, ਅਮਰੀਕਾ ਐਡਾ ਵੱਡਾ ਮੁਲਕ ਹੈ ਨਾ, ਤਾਂ ਫਿਰ ਕਿਹੜਾ ਲੋਕਾਂ ਨੇ ਜੀਣਾ ਛੱਡਿਆ? ਉਹ ਘਾਹ ਵਾਂਗ ਦੁਬਾਰਾ ਉੱਗੇ, ਸਾਰੀਆਂ ਚੀਜ਼ਾਂ ਦੁਬਾਰਾ ਪੈਦਾ ਹੁੰਦੀਆਂ ਹੈ ਨਾ। ਅਸੀਂ ਆਪਣੇ ਤੇ ਹੁਣ ਬਿਲਕੁਲ ਰੀਸੈਂਟ ਜਿਹੜਾ ਅਸੀਂ 47 ਅਸੀਂ ਨਹੀਂ ਦੇਖਿਆ ਵੀ ਆ ਕਰੋਨਾ ਪੀਰੀਅਡ ਦੇ ਵਿੱਚ ਵੀ ਤੁਸੀਂ ਦੇਖੋ ਲਾਸਟ ਈਅਰ ਐਂ ਲੱਗਦਾ ਸੀ ਦੁਨੀਆ ਹੀ ਮੁੱਕ ਗਈ ਹੈ ਨਾ, ਕਈ ਮਹੀਨੇ ਲਗਾਤਾਰ ਬੰਦ ਰਿਹਾ। ਉਹ ਤੋਂ ਬਾਅਦ ਜੇ ਖੁੱਲ੍ਹਿਆ ਤਾਂ ਉਹੀ ਬੁਰਾ ਹਾਲ, ਸਾਰਾ ਕੁਝ ਉਸ ਢੰਗ ਦੇ ਨਾਲ ਭੱਜੇ ਫਿਰ ਰਹੇ ਸੀ। ਸੋ ਜ਼ਿੰਦਗੀ ਤਾਂ ਅਸੀਂ ਸ਼ੁਰੂ ਕਰਦੇ ਹਾਂ। ਸੋ ਇਸ ਕਰਕੇ ਮੈਨੂੰ ਉਹਨਾਂ ਦਾ ਇਹੀ ਹਮੇਸ਼ਾ ਲੱਗਦਾ ਵੀ ਉਹਨਾਂ ਨੇ ਇੰਨਾ ਜ਼ਿਆਦਾ ਨਾਵਲਾਂ ਦੇ ਵਿੱਚ ਨਾਨਕ ਸਿੰਘ ਹੁਣਾਂ ਤੋਂ ਸ਼ੁਰੂਆਤ ਕੀਤੀ ਸੀਗੀ, ਸ਼ਾਇਦ ਸਾਰੇ ਹੀ ਕਰਦੇ, ਔਰ ਸੱਚਮੁੱਚ ਉਹਨਾਂ ਦਾ ਨਾਵਲ ਗੁੜਤੀ ਲਾਉਣ ਲਈ, ਚੇਟਕ ਲਾਉਣ ਲਈ ਹੈ ਨਾ ਜ਼ਰੂਰੀ ਵੀ ਆ ਜਾਂ ਉਸ ਤਰ੍ਹਾਂ ਦਾ ਅਸਰ ਰੱਖਦਾ। ਫਿਰ ਅਣਖੀ ਸਾਹਿਬ ਨੂੰ ਮੈਂ ਬੜਾ ਪਸੰਦੀਦਾ ਮੈਂ ਮੰਨਦਾ, ਜਾਂ ਕਹਿ ਲਓ ਵੀ ਮੈਨੂੰ ਆਨੰਦ ਆਉਂਦਾ। ਉਹਦੀ ਵਜ੍ਹਾ ਸਭ ਤੋਂ ਵੱਡੀ ਹੈ ਵੀ ਉਹਨਾਂ ਦਾ ਜਿਹੜਾ ਇੱਕ ਮਾਲਵੇ ਦਾ ਹੈਗਾ ਚਿੱਤਰਨ, ਉਹ ਮੈਨੂੰ ਬੜਾ ਪਿਆਰਾ ਲੱਗਦਾ। ਮੈਨੂੰ ਮਾਲਵਾ ਵੈਸੇ ਹੀ ਬੜਾ ਚੰਗਾ ਲੱਗਦਾ, ਪਤਾ ਨਹੀਂ ਕਿਉਂ। ਅਤੇ ਉਹਦੇ ਵਿੱਚ ਉਹ ਜਿੰਨੀਆਂ ਉਹਨਾਂ ਦੀਆਂ ਚੀਜ਼ਾਂ ਜਦੋਂ ਦ੍ਰਿਸ਼ ਸਿਰਜਦੇ ਕਿ ਚਾਹ ਉਬਲ ਰਹੀ ਸੀ ਤਾਂ ਮੇਰੀਆਂ ਅੱਖਾਂ ਅੱਗੇ ਉਹ ਪਤੀਲਾ ਚਾਹ ਵਾਲਾ ਆਉਣ ਲੱਗ ਜਾਂਦਾ, ਤਾਂ ਮੈਨੂੰ ਪਿਆਰੀਆਂ ਲੱਗਦੀਆਂ ਉਹ ਗੱਲਾਂ। ਇਸ ਕਰਕੇ ਮੇਰੇ ਕੋਲ ਉਹਨਾਂ ਦੇ ਤਕਰੀਬਨ ਸਾਰੇ ਨਾਵਲ ਪਏ ਆ, ਔਰ ਮੈਂ 2-2 3-3 ਵਾਰ ਪੜ੍ਹੇ ਹੋਣਗੇ। ਮਤਲਬ ਜਦੋਂ ਮੈਂ ਅੱਕ ਜਾਂਦਾ ਹੋਰ ਸਾਰੇ ਕੁਛ ਤੋਂ, ਜਾਂ ਮੇਰੇ ਕੋਲ ਕੁਛ ਨਵਾਂ ਪੜ੍ਹਨ ਨਹੀਂ ਹੁੰਦਾ, ਤਾਂ ਮੈਂ ਦੁਬਾਰਾ ਕੋਠੇ ਖੜਕ ਸਿੰਘ ਜਾਂ ਦੁੱਲੇ ਦੀ ਢਾਬ ਜਾਂ ਕੋਈ ਫੜ ਲੈਣਾ, ਸ਼ੁਰੂ ਕਰ ਲੈਣਾ। ਆਨੰਦ ਆਉਂਦਾ ਮੈਨੂੰ, ਕਿਉਂਕਿ ਸਾਹਿਤ ਦਾ ਜਾਂ ਸਾਡੇ ਪੂਰੇ ਆਰਟ ਦਾ ਇੱਕ ਗੁਣ ਤਾਂ ਇਹ ਵੀ ਹੈਗਾ ਵੀ ਉਹਨੇ ਆਨੰਦ ਦੇਣਾ। ਸਤਿਅਮ ਸ਼ਿਵਮ ਸੁੰਦਰਮ ਦੀ ਅਸੀਂ ਗੱਲ ਜਦੋਂ ਕਰਦੇ ਹਾਂ ਤਾਂ ਆਲੋਚਕ ਕੀ ਕਹਿੰਦਾ, ਦੂਜਾ ਤੀਜਾ, ਉਹ ਸਾਰੀਆਂ ਗੱਲਾਂ ਪਾਸੇ ਰੱਖ ਕੇ ਉਹਦਾ ਕਰਾਫਟ ਕੀ ਆ, ਇਹ ਉਹ ਜਿਹੜੀਆਂ ਹੈ ਨਾ ਟੈਕਨੀਕਲ ਗੱਲਾਂ, ਉਹਨਾਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਇੱਕ ਆਮ ਪਾਠਕ ਹੁੰਦਾ ਵੀ ਜਿਹੜਾ ਸੋਝ ਭਾਲਦਾ ਕਿਸੇ ਰਚਨਾ ਦੇ ਵਿੱਚੋਂ। ਬੜੇ ਤੁਹਾਨੂੰ ਮਿਲਣਗੇ ਆਮ ਪਾਠਕ। ਮੇਰਾ ਇੱਕ ਦੋਸਤ ਆ, ਉਹ ਬੜਾ ਜ਼ਿਆਦਾ ਪੜ੍ਹਦਾ, ਪਰ ਉਹ ਪੜ੍ਹਦਾ ਕਾਹਦੇ ਲਈ? ਉਹ ਕਹਿੰਦਾ ਵੀ ਮੈਂ ਆਨੰਦ ਲੈਣ ਲਈ ਪੜ੍ਹਦਾ। ਵੀ ਜਦੋਂ ਮੈਂ ਹਰ ਬੰਦੇ ਦੀ ਜ਼ਿੰਦਗੀ 'ਚ ਕਈ ਕਿਸਮ ਦੀਆਂ ਡਿਸਟਰਬੈਂਸ ਹੈਗੀਆਂ। ਉਹ ਕਹਿੰਦਾ ਵੀ ਜਦੋਂ ਮੈਂ ਡਿਸਟਰਬ ਜਿਹਾ ਹੋਇਆ ਹੁੰਦਾ ਤਾਂ ਮੈਨੂੰ ਲੱਗਦਾ ਕਿ ਮੈਨੂੰ ਇਹ ਬੜਾ ਸਕੂਨ ਦਿੰਦਾ ਸਾਹਿਤ, ਤਾਂ ਮੈਂ ਪੜ੍ਹਨ ਲੱਗ ਜਾਂਦਾ, ਮੈਂ ਪੜ੍ਹਦਾ। ਸੋ ਮੈਂ ਆਮ ਪਾਠਕ ਪੜ੍ਹ ਕੇ ਇੰਜੋਏ ਕਰਦਾ ਉਹ ਸਾਰੇ ਕੁਝ ਨੂੰ, ਵੀ ਮੈਨੂੰ ਮਾਲਵਾ ਚੰਗਾ ਲੱਗ ਰਿਹਾ, ਉਹਨਾਂ ਦਾ ਉਹ ਸਾਰਾ ਕੁਛ। ਸੋ ਇਵੇਂ ਕਰਕੇ ਬੜੀ ਵੱਡੀ ਲਿਸਟ ਆ, ਜਿੰਨੇ ਮਰਜ਼ੀ ਨਾਂ ਲੈ ਜਾ ਸਕਦੇ ਆ, ਨਵਿਆਂ 'ਚੋਂ ਪੁਰਾਣਿਆਂ 'ਚੋਂ, ਅਤੇ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ, ਜਿਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਊਰਜਾ ਮਿਲਦੀ ਹੈ ਨਾ। ਵੀ ਜਿਵੇਂ ਮੈਂ ਤੁਹਾਨੂੰ ਇਹ ਲਫ਼ਜ਼ ਇੱਕ ਬੋਲਿਆ ਵੀ ਸੋਹਣੀ ਕਹਾਣੀ ਲਿਖਣ ਨੂੰ, ਉਹਦੀ ਵਜ੍ਹਾ ਇਹ ਕਿ ਵੀ ਮੈਂ ਹੁਣ ਪਿਛਲੇ ਦਿਨਾਂ 'ਚ ਸੋਹਣੀਆਂ ਕਹਾਣੀਆਂ ਪੜ੍ਹੀਆਂ, ਕਈ ਪੜ੍ਹੀਆਂ, ਤਾਂ ਮੈਨੂੰ ਪੜ੍ਹ ਕੇ ਲੱਗਿਆ ਵੀ ਯਾਰ ਇਹ ਮੇਰੇ ਸਾਰੇ ਸਾਥੀ ਐਡਾ ਸੋਹਣਾ ਲਿਖੀ ਜਾਂਦੇ, ਮੈਂ ਵੀ ਲਿਖਾਂ। ਸੋ ਇਵੇਂ ਚੀਜ਼ਾਂ ਹੁੰਦੀਆਂ। ਵੈਸੇ ਤਾਂ ਚਲੋ ਲੇਖਕ ਆ ਜਿਹੜਾ ਹਰ ਹੀ ਵੱਡਾ ਹੁੰਦਾ ਨਾ, ਕੋਈ ਵੱਡਾ ਛੋਟਾ ਨਹੀਂ ਹੁੰਦਾ। ਤੁਸੀਂ ਪ੍ਰਗਟ ਸਤੌਜ ਉਹਨਾਂ ਦੀ ਇੱਕ ਫੋਟੋ ਸ਼ੇਅਰ ਕਰ ਕੇ ਲਿਖਿਆ ਸੀਗਾ ਕਿ ਵੱਡੇ ਲੇਖਕ ਹੈ ਨਾ ਸਾਡੇ ਨਾਲ ਪ੍ਰਗਟ ਸਤੌਜ। ਤੁਹਾਡਾ ਵੀ ਕੱਦ ਬਹੁਤ ਵੱਡਾ,
ਜਦੋਂ ਮੈਂ ਤੁਹਾਡੀ ਹੁਣ ਗੱਲ ਸੁਣੀ ਹੈ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਬਾਲ ਸਾਹਿਤ ਲਿਖਣਾ ਚਾਹੁੰਦੇ ਹੋ ਜਾਂ ਕੋਈ ਨਾਵਲ ਲਿਖਣਾ ਚਾਹੁੰਦੇ ਹੋ, ਤਾਂ ਮੈਂ ਚਾਹੂੰਗੀ ਕਿ ਪਰਛਾਵੇਂ ਕਹਾਣੀ ਦਾ ਜਿਹੜਾ ਤੁਹਾਡਾ ਥੀਮ ਆ ਨਾ ਉਸ ਚੀਜ਼ ਤੇ ਤੁਸੀਂ ਜ਼ਰੂਰ ਲਿਖੋ। ਹਾਂ ਬਿਲਕੁਲ। ਕਿਉਂਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਲੇਖਕ ਹਰ ਆਮ ਬੰਦੇ ਦੀ ਗੱਲ ਕਰਦਾ ਹੈ ਨਾ, ਮੈਨੂੰ ਲੱਗਦਾ ਕਿ ਇਸ ਦੌਰ 'ਚ ਨਿਆਣਿਆਂ ਦੀ ਗੱਲ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹ ਪ੍ਰੈਸ਼ਰ ਨੂੰ ਚੱਲ ਰਹੇ ਨੇ ਜਿਹੜਾ ਸ਼ਾਇਦ ਸਾਡੇ ਮੋਢਿਆਂ ਤੇ ਕਦੇ ਨਹੀਂ ਸੀਗਾ, ਕਦੇ ਨਹੀਂ ਸੀ। ਅਸੀਂ ਤਾਂ ਮਤਲਬ ਤੁਸੀਂ ਐਂ ਸਮਝ ਲਓ ਵੀ ਜਿੰਨਾ ਮੈਨੂੰ ਯਾਦ ਕੀ ਮਤਲਬ ਪਤਾ ਤੁਹਾਨੂੰ ਵੀ, ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਵੀ ਹੋਊਗਾ ਵੀ ਅਸੀਂ ਜਿੰਨਾ ਪੜ੍ਹ ਗਏ ਰੱਬ ਆਸਰੇ ਪੜ੍ਹ ਗਏ। ਮਤਲਬ ਮੇਰੇ ਫਾਦਰ ਨੂੰ ਜਾਂ ਮਦਰ ਨੂੰ ਥੋੜੀ ਪਤਾ ਸੀਗਾ ਵੀ ਇਹ ਕੀ ਪੜ੍ਹਦਾ, ਉਹ ਤਾਂ ਪੈਸੇ ਦੇ ਦਿੰਦੇ ਸੀ ਵੀ ਦਾਖਲਾ। ਮੇਰੇ ਨਾਲ ਕੋਈ ਘਰ ਦਾ ਕਦੇ ਕਿਤੇ ਨਹੀਂ ਗਿਆ ਦਾਖਲ ਕਰਾਉਣ 5ਵੀਂ ਤੋਂ ਬਾਅਦ। 5ਵੀਂ ਤੋਂ ਪਹਿਲਾਂ ਤਾਂ ਮੈਨੂੰ ਇੰਨਾ ਯਾਦ ਨਹੀਂ, ਤੇ 5ਵੀਂ ਤੋਂ ਬਾਅਦ ਤਾਂ ਮੈਂ ਆਪੇ ਹੀ ਦਾਖਲ ਦੂਖਲ ਹੋਇਆ ਸਾਰੇ ਕਿਤੇ। ਆਰਟਸ ਰੱਖ ਲਿਆ, ਕੀ ਰੱਖ ਲਿਆ, ਕਿਉਂ ਰੱਖ ਲਿਆ, ਕਿਸੇ ਨੂੰ ਕੁਛ ਨਹੀਂ ਪਤਾ, ਸਬਜੈਕਟ ਕਿਹੜੇ ਰੱਖ ਲਏ ਹੈ ਨਾ। ਮਤਲਬ ਐਂ ਆਪੇ ਹੀ ਸਮਾਂ ਧੱਕਾ ਕੇ ਲੈ ਗਿਆ। ਔਰ ਨਾ ਲੈ ਜਾਂਦਾ ਤਾਂ ਫਿਰ ਸ਼ਾਇਦ ਨਾ ਵੀ ਪੜ੍ਹਦੇ, ਫਿਰ ਕਿਤੇ ਕੋਈ ਹੋਰ ਕੰਮ ਕਰਦੇ ਹੁੰਦੇ, ਖੇਤੀ, ਕੋਈ ਦੁਕਾਨਦਾਰੀ, ਕੋਈ ਕੁਛ ਉਸ ਕਿਸਮ ਦਾ। ਤੇ ਉਹ ਚੀਜ਼ਾਂ ਇੰਝ ਹੀ ਆ ਗੱਲ। ਤਾਂ ਉਹ ਹਮੇਸ਼ਾ ਮੇਰੇ ਜ਼ਿਹਨ 'ਚ ਰਹੀ ਗੱਲ, ਜਾਂ ਮੈਨੂੰ ਦੁੱਖ ਦਿੰਦੀ ਵੀ ਆ। ਈਵਨ ਮੈਂ ਦੇਖ ਰਿਹਾ ਵੀ ਪ੍ਰੈਸ਼ਰ ਕੁੱਕਰ ਵਰਗਾ ਹੀ ਸਾਰਾ ਕੁਛ ਆ ਐਜੂਕੇਸ਼ਨ ਸਾਡੀ। ਤਾਂ ਜਾਂ ਮੇਰਾ ਆਪਣਾ ਵਾਹ ਪੈਂਦਾ ਕਰਕੇ ਬੱਚਿਆਂ ਦੇ ਨਾਲ, ਕਹਿ ਲਓ ਸਾਡੇ ਕੋਲੇ ਸਕੂਲਾਂ ਤੋਂ ਬੱਚੇ ਕਾਲਜ 'ਚ ਆਏ, ਮੈਂ ਉਹਨਾਂ ਨਾਲ ਗੱਲਾਂ ਕਰ ਰਿਹਾ। ਪੜ੍ਹਾਉਣ ਦੇ ਨਾਲੋਂ ਵੱਧ ਮੈਨੂੰ ਇਹ ਲੱਗਦਾ ਹੁੰਦਾ ਕਿ ਗੱਲਾਂ ਕਰਨੀਆਂ ਵੀ ਬੜੀਆਂ। ਸਿਲੇਬਸ ਤਾਂ ਬੱਚਿਆਂ ਨੇ ਵੀ ਕਰ ਲੈਣਾ, ਤੁਸੀਂ ਵੀ ਕਰਾ ਦੇਣਾ ਸਿਲੇਬਸ ਦਾ। ਤਾਂ ਮੈਨੂੰ ਇਹ ਪਤਾ ਕਿ ਤੁਸੀਂ ਟੀਚਰ ਨਹੀਂ ਵੀ ਆ ਨਾ, ਤਾਂ ਮੈਂ ਕਿਸੇ ਨੂੰ ਹਾਂ ਉਹਨੂੰ ਪੜ੍ਹਨਾ ਆਉਂਦਾ ਹੋਵੇ, ਅੱਖਰ ਗਿਆਨ ਹੋਵੇ, ਉਹਨੂੰ ਕਹਾਂ ਵੀ ਆਹ ਕਿਤਾਬ ਆ, ਇਹਦੇ 'ਚ ਆਹ ਸਿਲੇਬਸ ਆ, ਪੜ੍ਹਾਇਆ ਉਹ ਪੜ੍ਹਾਊਗਾ। ਉਹਦੇ ਲਈ ਜ਼ਰੂਰੀ ਨਹੀਂ ਕਿ ਉਹਨੇ ਉਸ ਸਬਜੈਕਟ 'ਤੇ ਉਸ ਢੰਗ ਦੀ ਮਾਸਟਰੀ ਟਾਈਮ ਉਹ ਸਾਰ ਦੂਗਾ। ਸੋ ਇਸ ਕਰਕੇ ਬੱਚਿਆਂ ਪੜ੍ਹ ਲੈਣਾ ਹੁੰਦਾ, ਪਰ ਬੱਚਿਆਂ ਨਾਲ ਹੋਰ ਹਜ਼ਾਰਾਂ ਗੱਲਾਂ ਕਰਨੀਆਂ ਵੀ ਲਾਜ਼ਮੀ ਹੁੰਦੀਆਂ। ਮੈਂ ਕਰਦਾ ਆਪਣੇ ਬੱਚਿਆਂ ਨਾਲ, ਆਪਣੇ ਸਟੂਡੈਂਟਸ ਨਾਲ। ਤਾਂ ਇਸ ਕਰਕੇ ਉਹ ਕਹਾਣੀ ਮੇਰੇ ਬਹੁਤ ਮਨ 'ਚ ਛਪੀ ਹੋਈ ਸੀਗੀ, ਪਰਛਾਵਿਆਂ ਦੀ ਦੌੜ ਪੂਰਾ ਨਾਂ ਉਹਦਾ। ਹਾਂਜੀ। ਤਾਂ ਉਹ ਜ਼ਰੂਰ ਜੇ ਹੋ ਸਕਿਆ ਮੇਰੇ ਕੋਲੋਂ ਤਾਂ ਉਸ ਮਸਲੇ ਨੂੰ ਅੱਗੇ ਲੈ ਕੇ ਜਾਵਾਂਗੇ ਕਦੇ। ਬਾਕੀ ਜਿਹੜੀ ਪ੍ਰਗਟ ਵਾਲੀ ਗੱਲ, ਉਹ ਤਾਂ ਮੈਂ ਲਾਡ ਦੇ ਨਾਲ, ਹਾਸੇ ਨਾਲ ਉਹਨੂੰ ਜਾਣ ਕੇ ਛੇੜਦਾ ਹੁੰਦਾ ਵੀ ਤੇਰੀ ਸਿੱਖੀ ਸੇਵਕੀ ਉਹਦੀ ਬੜੀ ਆ। ਬਹੁਤ ਛੇਤੀ ਰਫ਼ਤਾਰ ਨਾਲ ਕਿਤਾਬਾਂ ਕਰ ਰਹੇ ਨੇ। ਨਹੀਂ, ਕਿਤਾਬਾਂ ਦੀ ਰਫ਼ਤਾਰ ਦਾ ਤਾਂ ਚਲੋ ਇਹ ਆ ਕਿ ਸਾਲ ਕੁ ਬਾਅਦ ਨਾਵਲ ਕਰਦਾ, ਉਹ ਤਾਂ ਸਾਰਿਆਂ ਦਾ ਹੀ ਸਟਾਈਲ ਆ ਵੈਸੇ, ਉਹ ਤਾਂ ਇੰਨਾ ਮਸਲਾ ਨਹੀਂ। ਪਰ ਉਹ ਮਤਲਬ ਜੇ ਸਾਡੇ 'ਚ ਸਾਰਿਆਂ ਨਾਲੋਂ ਜ਼ਿਆਦਾ ਸਿੱਖੀ ਸੇਵਕੀ, ਪ੍ਰਸ਼ੰਸਕ ਜਾਂ ਕੁਝ ਹੈ ਤਾਂ ਉਸ ਪ੍ਰਗਟ ਦਾ ਹੀ ਆ। ਉਹਦੇ 'ਚ ਯਕੀਨਨ ਉਹਦਾ ਸੁਭਾਅ ਵੀ ਸ਼ਾਮਲ ਹੋਊਗਾ ਵੀ ਉਹ ਹਰ ਇੱਕ ਦੇ ਨਾਲ ਖੁੱਲ੍ਹ ਕੇ ਵਿਚਰਦਾ। ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤਾਂ ਬੱਸ 'ਚ ਉਤਰ ਕੇ ਆ ਜਾਂਦਾ, ਤਾਂ ਪ੍ਰਗਟ ਨੇ ਜੇ ਤੁਹਾਨੂੰ ਕਹਿਤਾ ਵੀ ਰੁਪਿੰਦਰ ਮੈਂ ਤੁਹਾਡੇ ਨਾਲ ਗੱਲ ਹੋ ਗਈ, ਅੱਜ ਗੱਲ ਹੋ ਗਈ, ਤਾਂ ਕੱਲ੍ਹ ਨੂੰ ਹੋ ਸਕਦਾ ਮਿਲਣ ਪਟਿਆਲੇ ਵੀ ਆ ਜੇ ਤੁਹਾਨੂੰ। ਉਹ ਐਵੇਂ ਕਰਦਾ ਵੀ ਮਤਲਬ ਮੇਰੇ ਕੋਲ ਤੁਸੀਂ ਮੰਨ ਸਕਦੇ ਵੀ ਕਿੰਨੀ ਦੂਰ ਬੈਠਾ ਉਹ ਮੇਰੇ ਤੋਂ, ਮੇਰੇ ਕੋਲ 5-7 ਵਾਰ ਆਇਆ। ਉਹ ਐਂ ਹੀ ਆਨੇ ਬਹਾਨੇ, ਦੁੱਖ ਨੂੰ ਸੁੱਖ ਨੂੰ ਉਹ ਜ਼ਰੂਰ ਪਹੁੰਚਦਾ। ਤਾਂ ਮੈਂ ਨਿਕੰਮਾ ਇਸ ਗੱਲੋਂ ਹੈ ਨਾ। ਤਾਂ ਮੇਬੀ ਤਾਂ ਕਰਕੇ, ਜਾਂ ਚਲੋ ਰਚਨਾ ਤਾਂ ਹੁੰਦੀ ਆ, ਪਾਠਕਾਂ ਨੂੰ ਟੁੰਬਦੀ ਆ। ਉਹਦਾ ਨਾਵਲ ਉਹਦੇ ਦਾਇਰੇ ਦੇ, ਉਹਦੇ ਨਾਲ ਜੁੜੇ ਪਾਠਕਾਂ ਨੂੰ ਪਸੰਦ ਹੋਊਗਾ ਹੀ ਹੋਊਗਾ। ਤਾਂ ਪਰ ਉਂਝ ਵੈਸੇ ਮਤਲਬ ਪੁਸ਼ ਪ੍ਰਤੀਤ ਬਥੇਰੀ ਆ ਉਹਦੀ, ਤਾਂ ਉਹਦਾ ਕਰਕੇ ਮੈਨੂੰ ਲਾਡ ਦੇ ਨਾਲ ਕਹਿਣਾ ਹੁੰਦਾ ਵੀ ਤੂੰ ਤਾਂ ਵੱਡਾ ਨਾਵਲਕਾਰ ਆ ਸਾਡਾ। ਇਹਨਾਂ ਨਾਲ ਮਜ਼ਾਕ ਚੱਲਦਾ ਰਹਿੰਦਾ ਦੋਸਤਾਂ ਦੇ ਨਾਲ। ਨਹੀਂ, ਮੈਂ ਤਾਂ ਹਮੇਸ਼ਾ ਚਾਹੂੰਗੀ ਬਹੁਤ ਛੋਟੀ ਉਮਰ 'ਚ ਤੁਹਾਨੂੰ ਵੀ ਬਹੁਤ ਵੱਡਾ ਮੁਕਾਮ ਹੈ ਜਿਹੜਾ ਮਿਲਿਆ। ਤੁਸੀਂ ਇਸੇ ਤਰੀਕੇ ਨਾਲ ਲਿਖਦੇ ਰਹੋ। ਅਖੀਰ 'ਤੇ ਇੱਕ ਇਹ ਵੀ ਦੌਰ ਹੁੰਦਾ ਜਦੋਂ 70-65 ਸਾਲ ਤੋਂ ਬਾਅਦ ਅਸੀਂ ਸਵੈ ਜੀਵਨੀਆਂ ਵੀ ਪੜ੍ਹਦੇ ਹਾਂ, ਉਸ ਦੌਰ ਤੱਕ ਅਸੀਂ ਤੁਹਾਨੂੰ ਪੜ੍ਹੀਏ ਹੈ ਨਾ। ਕਿਉਂਕਿ ਸਾਹਿਤ ਆ ਜਿਹੜਾ ਦੁਨੀਆ ਨੂੰ ਖੂਬਸੂਰਤ ਬਣਾਉਂਦਾ। ਤੇ ਇਸੇ ਰਫ਼ਤਾਰ ਨਾਲ ਲਿਖਦੇ ਰਹੋ। ਇੱਦਾਂ ਦੇ ਅਵਾਰਡ ਅਸੀਂ ਚਾਹਾਂਗੇ ਕਿ ਤੁਹਾਡੀ ਝੋਲੀ ਪੈਂਦੇ ਰਹਿਣ। ਬਹੁਤ ਸ਼ੁਕਰੀਆ ਰੁਪਿੰਦਰ ਜੀ ਤੁਹਾਡਾ, ਦੁਬਾਰਾ ਇੰਨੀ ਦੂਰ ਆਉਣ ਲਈ, ਇੰਨੀਆਂ ਸੋਹਣੀਆਂ ਗੱਲਾਂ ਕਰਨ ਤੇ ਖਾਸ ਤੌਰ 'ਤੇ ਕਰਾਉਣ ਲਈ ਹੈ ਨਾ। ਜਿਵੇਂ ਮੈਂ ਮਤਲਬ ਤੁਹਾਡੀ ਸ਼ਿਕਾਇਤ ਸੀਗੀ ਕਿ ਤੁਸੀਂ ਬੜਾ ਘੱਟ ਬੋਲਦੇ, ਮੈਂ ਪੂਰਾ ਆਪਣਾ ਸੋਚ ਕੇ ਲਾਇਆ ਵੀ ਖੁੱਲ੍ਹ ਕੇ ਗੱਲਾਂ, ਜ਼ਿਆਦੀਆਂ ਗੱਲਾਂ ਕਰਾਂ ਹੈ ਨਾ, ਵੀ ਦੋਸਤਾਂ ਦਾ, ਸਾਰਿਆਂ ਦਾ ਸ਼ਿਕਵਾ। ਔਰ ਯਕੀਨਨ ਮੈਂ ਕਾਮਯਾਬ ਹੋਇਆ ਹੋਊਂਗਾ ਮੈਨੂੰ ਲੱਗਦਾ। ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ।